ਕਿ ਕੁਝ ਧਿਰਾਂ ਤੇ ਬਹੁਤ ਅਮੀਰ ਹੋ ਗਈਆਂ, ਜਿਨ੍ਹਾਂ ਕੋਲ ਮਾਈਨਿੰਗ ਦਾ ਲਾਇਸੈਂਸ ਸੀ ਜਾਂ ਜਿਨ੍ਹਾਂ ਕੋਲ ਖੱਡਾਂ ਸੀਗੀਆਂ, ਇੱਕ ਖੱਡ ਦੇ ਵਿੱਚੋਂ ਉਹ 4-4 ਬਣਾ ਕੇ ਪੁੱਟਦੇ ਰਹੇ। ਤੇ ਜਦੋਂ ਫਿਰ ਮੀਂਹ ਪਿਆ ਚੰਗਾ ਤੇ ਫਿਰ ਉਹ ਜਿਹੜੇ ਕੁਝ ਪਿੰਡਾਂ ਦੇ ਵਿੱਚ ਪਾਣੀ ਭਰਿਆ, ਫਿਰ ਪਤਾ ਲੱਗਿਆ ਕਿ ਮਾਈਨਿੰਗ ਜਿਹੜੀ ਆ 4 ਫੁੱਟ ਜਾਂ 6 ਫੁੱਟ ਕਰਨੀ ਸੀ ਤੇ ਇਹਨਾਂ ਨੇ ਤੇ 10-10 12-12 ਫੁੱਟ ਪੁੱਟ ਛੱਡੀ। 5 ਸਾਲ ਲਈ ਤੁਸੀਂ ਜੋ ਕੀਤਾ ਉਹ ਤੁਹਾਨੂੰ ਠੀਕ ਲੱਗਦਾ ਸੀ, ਉਹ ਤੁਸੀਂ ਕਰ ਦਿੱਤਾ, ਉਹਦੇ ਲਈ ਤਾਂ ਫਿਰ ਹੁਣ ਹੱਥਲ ਤੇ ਹੋਏ ਆ। ਪਰ ਦੂਜੇ ਜਿਨ੍ਹਾਂ ਕੋਲ ਗਿਆ ਸੀ ਹੋਣ ਤੋਂ ਬਾਅਦ ਉਹਨਾਂ ਨੇ ਵੀ 4.5 ਸਾਲ 5 ਸਾਲ ਮੌਜਾਂ ਹੀ ਕੀਤੀਆਂ। ਹੋ ਸਕਦਾ ਹੁਣ ਦੀ ਕਾਂਗਰਸ ਹਾਈ ਕਮਾਂਡ ਵੀ ਇਹੀ ਸੋਚਦੀ ਹੋਵੇ ਕਿ ਸਰਕਾਰ ਸਾਡੀ ਬਣਾ ਦਿਓ ਤਾਂ ਤੁਸੀਂ ਆਪਣੇ ਕੰਮ ਕਰਿਓ, ਤੇ ਉਹਨਾਂ ਨੇ ਇੱਕ ਹੋਰ ਪੱਤਾ ਖੇਲ ਕੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ। ਜਿਸ ਦਿਨ ਪਹਿਲਾ ਨਰਾਤਾ ਸ਼ੁਰੂ ਹੋਇਆ ਸੀ ਉਸ ਦਿਨ ਸੁਖਬੀਰ ਸਿੰਘ ਬਾਦਲ ਵੀ ਚਿੰਤਪੁਰਨੀ ਗਿਆ ਸੀ ਤੇ ਉਹਦੀ ਵੀ ਬੜੀ ਚਰਚਾ ਹੋ ਰਹੀ ਹੈ। ਬਿਲਕੁਲ ਉਸਦੀ ਇਹਦੀ ਪੂਰੀ ਚਰਚਾ ਛਿੜੀ ਹੋਈ ਹੈ ਕਿ ਕੀ ਇਹ ਸੋਸ਼ਲ ਪਾਰਟੀ ਹੈ, ਸਮਾਜਿਕ ਪਾਰਟੀ ਹੈ, ਧਾਰਮਿਕ ਪਾਰਟੀ ਹੈ ਜਾਂ ਰਾਜਨੀਤਿਕ ਪਾਰਟੀ। ਤੇ ਦੂਸਰੀ ਗੱਲ ਜਿਹੜੀ ਕੀਤੀ 2 ਕਿਲੋਵਾਟ ਤੱਕ ਦੀ ਬਿਜਲੀ ਦੀ ਮਾਫ ਦੀ, ਤੇ ਜਿੱਦਣ ਦੇ ਬਣਿਆ ਉਦੋਂ ਵੀ ਇਹੀ ਗੱਲ ਕਰੀ ਜਾਂਦੇ ਨੇ, ਮਹੀਨਾ ਹੋਣ ਨੂੰ ਆ ਗਿਆ ਤੇ ਵਿੱਚੋਂ ਨਿਕਲਿਆ ਹਾਲੇ ਤੱਕ ਉਹੀ 1-2 ਕਿਲੋਵਾਟ ਦੀ। ਕਾਹਦੀ ਨੈਤਿਕਤਾ ਹੈ ਜਦੋਂ ਕੋਰਟ ਕਹਿੰਦੀ ਹੈ ਕਿ ਇਹ ਮਸਲਾ ਤੁਸੀਂ ਸਰਕਾਰ ਦਾ ਆ, ਸਰਕਾਰ ਉਹਦੇ 'ਚ ਜਾਂਚ ਕਰ ਸਕਦੀ ਹੈ। ਨੈਤਿਕਤਾ ਇਸ ਗੱਲ ਦੇ ਵਿੱਚ ਆ ਕਿ ਜਾਂਚ ਹੋਣੀ ਚਾਹੀਦੀ ਹੈ ਕਿ ਨੈਤਿਕਤਾ ਇਸ ਗੱਲ 'ਚ ਆ ਕਿ ਜਾਂਚ ਨਹੀਂ ਹੋਣੀ ਚਾਹੀਦੀ। ਚੰਨੀ ਸਾਹਿਬ ਵੀ ਹੁਣ ਉਸੇ ਕੇਸ ਦੇ ਵਿੱਚ ਰੁੜ ਗਏ ਨੇ, ਉਸੇ ਗੱਲ ਦੇ ਵਿੱਚ ਆ ਗਏ ਨੇ ਕਿ ਹੌਲੀ ਹੌਲੀ ਕੰਮ ਕਰੀਏ, ਕੁਝ ਆਪਣੀ ਭੱਲ ਬਣਾਈਏ ਤੇ ਅਗਲੀ ਵਾਰ ਸਰਕਾਰ ਵੀ ਬਣਾਈਏ। ਮਿਨਿਸਟਰ ਦਾ ਕੰਮ ਸਫਾਈ ਕਰਨੀ ਨਹੀਂ ਆ, ਮਿਨਿਸਟਰ ਦਾ ਕੰਮ ਇਹ ਦੇਖਣਾ ਹੈ ਕਿ ਸਫਾਈ ਹੋ ਰਹੀ ਆ, ਕਿ ਅਮਲਾ ਜਿਹੜਾ ਆ ਉਹ ਪੂਰਾ ਹੈ ਉੱਤੇ। ਇਹਨਾਂ ਦੇ ਟੈਕਸ ਨੇ ਜਿਹੜੇ ਇਹਨਾਂ ਦੇ ਪਰਮਿਟ ਨੇ ਉਹ ਵਸੂਲੇ ਜਾਣੇ ਚਾਹੀਦੇ ਨੇ। ਇਹਨਾਂ ਨੇ ਪਿਛਲੇ ਜਿੰਨੇ ਸਮੇਂ ਤੋਂ ਚਲਾਈਆਂ ਉਹ ਸਾਰੀ ਇਹਨਾਂ ਤੋਂ ਵਸੂਲੀ ਕੀਤੀ ਜਾਣੀ ਚਾਹੀਦੀ ਹੈ। ਕਿ ਇਹ ਹਾਈ ਕਮਾਂਡ ਹੈ ਕੀ, ਇਹ ਫੈਸਲਾ ਕਰਨ ਵਾਲੀ ਸ਼ਕਲ ਜਾਂ ਨਾਮ ਜਾਂ ਅਹੁਦਾ ਹੈ ਕਿਹਦਾ। ਕੋਈ ਵੀ ਕਾਂਗਰਸ ਹਾਈ ਕਮਾਂਡ ਦੇ ਸਾਹਮਣੇ ਜਾ ਕੇ ਬੋਲਣ ਦੀ ਜ਼ਰੂਰਤ ਨਹੀਂ ਕਰਦਾ। ਸਾਰੇ ਜਾਣਦੇ ਨੇ ਕਿ ਇੱਕ ਸਮੇਂ ਦੇ ਵਿੱਚ ਕਾਂਗਰਸ ਨੇ ਕੋਸ਼ਿਸ਼ ਕੀਤੀ ਸੀ ਗਾਂਧੀ ਪਰਿਵਾਰ ਤੋਂ ਬਾਹਰ ਜਾਣ ਦੀ। ਇਹ G23 ਹੋਵੇ ਜਾਂ G33 ਹੋਵੇ, ਕੋਈ ਵੀ ਸ਼ਕਲ ਏਡੀ ਵੱਡੀ ਨਹੀਂ ਹੈਗੀ ਕਿ ਕਾਂਗਰਸ ਵਰਗੀ ਪਾਰਟੀ ਨੂੰ ਆਪ ਵੱਡਿਆਂ ਕਰਕੇ ਚਲਾ ਸਕਣ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਮੁੱਦਿਆਂ ਤੇ ਚਰਚਾ ਕਰਨ ਵਾਲਾ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬਤੌਰ ਐਕਸਪਰਟ ਮੇਰੇ ਨਾਲ ਮੌਜੂਦ ਨੇ ਅੰਮ੍ਰਿਤਪਾਲ ਸ਼ਰਮਾ ਜੀ, ਤੇ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਪੂਰੇ ਮੁਲਕ ਵਿੱਚ ਛਾਏ ਹੋਏ ਬਿਜਲੀ ਸੰਕਟ ਦੀ, ਪੰਜਾਬ ਦੀ ਸਿਆਸਤ ਦੀ ਵੀ ਗੱਲ ਕਰਾਂਗੇ। ਹਰੀਸ਼ ਰਾਵਤ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਰਹੇ ਨੇ ਕਿ ਭਾਈ ਕਾਂਗਰਸ 'ਚ ਆ ਜਾ, ਤੇਰੇ ਲਈ ਅਜੇ ਵੀ ਜਗ੍ਹਾ ਹੈਗੀ ਹੈ। ਗੱਲ ਸਿੱਧੂ ਸਾਹਿਬ ਦੀ ਵੀ ਕਰਾਂਗੇ। ਜਦੋਂ ਸੀਐਮ ਬਣੇ ਸੀ ਚੰਨੀ ਸਾਹਿਬ ਤੇ ਪਰਛਾਵੇਂ ਵਾਂਗੂ ਸਿੱਧੂ ਸਾਹਿਬ ਉਹਨਾਂ ਦੇ ਨਾਲ ਰਹਿੰਦੇ ਸੀ, ਤੇ ਹੁਣ ਮੰਤਰੀ ਸਾਹਿਬ ਨੇ ਪੁੱਤ ਦਾ ਵਿਆਹ ਧਰਿਆ ਤੇ ਸਿੱਧੂ ਸਾਹਿਬ ਉੱਥੇ ਕਿਤੇ ਨਜ਼ਰ ਨਹੀਂ ਆਏ। ਗੱਲ ਲਖੀਮਪੁਰ ਖੀਰੀ ਦੀ ਵੀ ਕਰਾਂਗੇ। ਮੰਤਰੀ ਦੇ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਦਾਲਤ ਨੇ ਅੱਜ ਸੁਣਵਾਈ ਕਰਨੀ ਸੀ, ਰਿਮਾਂਡ ਮੰਗਿਆ ਜਾ ਰਿਹਾ ਮੰਤਰੀ ਦੇ ਪੁੱਤ ਦਾ। ਅਦਾਲਤ ਦਾ ਕੀ ਫੈਸਲਾ ਹੈ ਪ੍ਰੋਗਰਾਮ 'ਚ ਦੱਸਾਂਗੇ ਤੁਹਾਨੂੰ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ। ਗੱਲ ਪਹਿਲਾਂ ਸੰਕਟ ਦੀ ਕਰ ਲਈਏ ਜੀ। ਅਸੂ ਦਾ ਮਹੀਨਾ ਹੈ, ਇਹਨਾਂ ਦਿਨਾਂ 'ਚ ਕਦੇ ਕੱਟ ਲੱਗਦੇ ਸੁਣੇ ਨਹੀਂ ਸੀਗੇ ਜੀ। ਨਾ ਤਾਂ ਗਰਮੀ ਜਾ ਰਹੀ ਹੈ ਤੇ ਨਾ ਬਿਜਲੀ ਦੇ ਕੱਟ ਖਤਮ ਹੋ ਰਹੇ ਨੇ। ਕੀ ਹੋ ਗਿਆ? ਬਿਜਲੀ ਆ ਨਹੀਂ ਰਹੀ ਤੇ ਗਰਮੀ ਜਾ ਨਹੀਂ ਰਹੀ। ਦੇਖੋ, ਬਿਜਲੀ ਸੰਕਟ ਜਿਹੜਾ ਆ ਵਾਕਈ ਬਲੈਕਆਊਟ ਵਾਲੀ ਸਥਿਤੀ 'ਚ ਪਹੁੰਚਿਆ ਹੋਇਆ ਲੱਗ ਰਿਹਾ। ਜਿੱਦਾਂ ਦੇ ਅਸੀਂ ਘਰਾਂ 'ਚੋਂ ਆਉਂਦੇ ਹਾਂ ਤੇ ਹੁੰਦੀ ਨਹੀਂ, ਜਦੋਂ ਵਾਪਸ ਜਾਂਦੇ ਹਾਂ ਤੇ ਉਦੋਂ ਵੀ ਨਹੀਂ ਹੁੰਦੀ ਜੀ। ਤੇ ਇੱਥੇ ਸ਼ਹਿਰ ਦੇ ਵਿੱਚ ਵੀ ਅਸੀਂ ਦੇਖਿਆ ਕਿ ਜਿਹੜੇ ਕੱਟ ਨੇ ਉਹ ਕਾਫੀ ਲੰਬੇ ਹੋ ਗਏ ਨੇ। ਬੀਤੇ 'ਚ 1-2 ਵਾਰ ਅਸੀਂ ਇਦਾਂ ਦੀਆਂ ਗੱਲਾਂ ਸੁਣਦੇ ਸੀ ਕਿ ਕੋਲੇ ਦਾ ਭੰਡਾਰ ਜਿਹੜਾ ਆ ਪਲਾਂਟਸ ਦੇ ਕੋਲ ਜਿਹੜਾ ਉਹ ਘਟ ਗਿਆ। ਕਈ ਵਾਰ ਸੁਣਦੇ ਸੀ ਕਿ 15 ਦਿਨ ਦਾ ਰਹਿ ਗਿਆ ਜਾਂ ਮਹੀਨੇ ਕੁ ਦਾ ਹੀ ਰਹਿ ਗਿਆ। ਪਰ ਹੁਣ ਜਿਹੜੀਆਂ ਕਨਸੋਆਂ ਨੇ ਉਹ ਤਾਂ ਇਹ ਨੇ ਕਿ 1 ਦਿਨ ਦਾ ਹੀ ਰਹਿ ਗਿਆ ਜਾਂ 4-5 ਦਿਨ ਦਾ ਹੀ ਰਹਿ ਗਿਆ। ਅੱਜ ਦੀ ਇੱਕ ਅਖਬਾਰ ਦੀ ਸੁਰਖੀ ਸੀ ਕਿ ਜਿੰਨੇ ਕੁ ਰੈਕ ਆਏ ਨੇ ਬੀਤੇ ਦਿਨਾਂ ਦੇ ਵਿੱਚ, ਉਹਦੇ ਨਾਲ 4 ਕੁ ਦਿਨ ਹੀ ਪਲਾਂਟ ਜਿਹੜੇ ਆ ਉਹ ਚੱਲ ਸਕਦੇ ਨੇ। ਇਹ ਸੰਕਟ ਮੇਰਾ ਖਿਆਲ ਕੋਈ ਹਫ਼ਤੇ ਤੋਂ ਜ਼ਿਆਦਾ ਟਾਈਮ ਹੋ ਗਿਆ, 10-12 ਦਿਨ ਹੋ ਗਏ ਇਦਾਂ ਚੱਲਦੇ ਨੂੰ। ਜਦ ਕਿ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੀ ਜੇ ਅਸੀਂ ਗੱਲ ਕਰੀਏ ਖਾਸ ਤੌਰ ਤੇ ਜਿਹੜੀ ਪਾਣੀ ਦੀ ਸਮੱਸਿਆ ਆ ਉਹ ਹੱਲ ਹੋ ਜਾਂਦੀ ਆ, ਝੋਨਾ ਪੱਕਣ ਵਾਲਾ ਹੋ ਜਾਂਦਾ, ਮੋਟਰਾਂ ਬੰਦ ਹੋ ਜਾਂਦੀਆਂ ਤੇ ਥੋੜੇ ਬਹੁਤ 에ਅਰ ਕੰਡੀਸ਼ਨ ਜਿਹੜੇ ਉਹ ਵੀ ਬੰਦ ਹੋ ਜਾਂਦੇ, ਗਰਮੀ ਘਟ ਜਾਂਦੀ ਹੈ ਤੇ ਫਿਰ ਜਿਹੜੀ ਬਿਜਲੀ ਦੀ ਸਪਲਾਈ ਉਹ ਪੂਰੀ ਹੋ ਜਾਂਦੀ ਹੈ। ਪਰ ਇਸ ਵਾਰ ਜਿਹੜੀ ਸਮੱਸਿਆ ਆ ਉਹ ਇਸ ਰੁਕਦੇ ਨਹੀਂ ਹੈਗੀ। ਉਹਦੀ ਜਿਹੜੇ ਕਾਰਨ ਨੇ ਉਹਦੇ ਪਿੱਛੇ ਕੁਝ ਹੋਰ ਨੇ, ਜਿਹਦੇ ਕਰਕੇ ਲੱਗਦਾ ਕਿ ਬਿਜਲੀ ਜਿਹੜੀ ਆ ਆਉਣ ਵਾਲੇ ਦਿਨਾਂ ਵਿੱਚ ਇੱਕ ਮੁਸ਼ਕਲ ਬਣ ਕੇ ਉੱਭਰੇਗੀ, ਮੁਸ਼ਕਲ ਜਿਹੜੀ ਆ ਉਹ ਖੜੀ ਕਰੇਗੀ ਪੂਰੇ ਮੁਲਕ ਦੇ ਵਿੱਚ। ਅਸੀਂ ਬੀਤੇ 2 ਹਫ਼ਤੇ ਪਹਿਲਾਂ ਅਸੀਂ ਚੀਨ ਦੀ ਗੱਲ ਕੀਤੀ ਸੀ, ਉੱਥੇ ਵੀ ਬਿਜਲੀ ਸੰਕਟ ਸੀ ਤੇ ਦੁਨੀਆ ਦੇ ਬਾਕੀ ਹਿੱਸਿਆਂ ਵਿੱਚ ਵੀ ਕਈ ਜਗ੍ਹਾ ਤੇ ਇਦਾਂ ਦਾ ਜਿਹੜਾ ਸੰਕਟ ਸੀ। ਪਰ ਇੱਥੇ ਜਿਹੜੀ ਸਮੱਸਿਆ ਆ ਉਹ ਕੁਝ ਹੋ ਰਿਹਾ ਜੀ।
ਭਾਰਤ ਵਿੱਚ ਬਣਨ ਵਾਲੀ ਬਿਜਲੀ ਦਾ 70% ਜਿਹੜੀ ਆ ਸਾਡੇ ਕੋਲ ਕੋਲੇ ਤੋਂ ਬਣਦੀ ਹੈ ਜੀ ਤੇ ਅਸੀਂ ਕੋਲੇ ਦੇ ਵੱਡੇ ਉਤਪਾਦਕ ਵੀ ਹਾਂ। ਸਾਡੇ ਕੋਲ ਆਪਣੇ ਕੋਲ ਹੀ ਜਿਹੜੀਆਂ ਕੋਲ ਮਾਈਨਸ ਆ ਉਹ ਬਥੇਰੀਆਂ ਨੇ ਜੀ। ਪਰ ਹੁਣ ਸਰਕਾਰ ਤੇ ਕਹਿ ਰਹੀ ਆ ਕਿ ਮੀਂਹ ਜਿਹੜਾ ਆ ਉਹ ਲੇਟ ਬਾਰਿਸ਼ ਹੋਈ ਤੇ ਇਸ ਕਰਕੇ ਕੋਲ ਖਦਾਨਾਂ 'ਚ ਪਾਣੀ ਭਰ ਗਿਆ ਤੇ ਟਰਾਂਸਪੋਰਟੇਸ਼ਨ ਸਿਸਟਮ ਵੀ ਜਿਹੜਾ ਆ ਉਹ ਅਸਤ ਵਿਅਸਤ ਹੋ ਗਿਆ ਜੀ। ਪਰ ਜਦੋਂ ਉਹਨੂੰ ਖਬਰ ਨੂੰ ਸਾਰੇ ਪਾਸਿਓਂ ਦੇਖਦੇ ਆ ਜਾਂ ਉਹਦੇ ਹੋਰ ਪਹਿਲੂ ਫੁੱਲਦੇ ਆ ਤੇ ਫਿਰ ਗੱਲ ਸਾਹਮਣੇ ਇਹ ਵੀ ਆਉਂਦੀ ਆ ਕਿ ਸਰਕਾਰ ਦਾ ਜਿਹੜਾ ਕਹਿਣਾ ਆ ਉਹ ਬਹੁਤਾ ਠੀਕ ਨਹੀਂ ਹੈਗਾ। ਉਹਦੇ ਪਿੱਛੇ ਹੋਰ ਕਾਰਨ ਵੀ ਨੇ। ਜਿਵੇਂ ਜਿਵੇਂ ਇਸ ਸਰਕਾਰ ਨੇ ਆਪਣੇ ਪੈਰ ਪਸਾਰੇ ਨੇ ਪਿਛਲੇ 7 ਸਾਲਾਂ ਦੇ ਵਿੱਚ ਸਾਰੇ ਭਾਰਤ ਵਿੱਚ ਇਹਨਾਂ ਨੇ ਜੋ ਗੁੱਲ ਖਿਲਾਏ ਨੇ ਜੋ ਕੰਮ ਇਹਨਾਂ ਨੇ ਕੀਤੇ ਨੇ ਉਹਨਾਂ ਦਾ ਰਿਜ਼ਲਟ ਵਜੋਂ ਹੀ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ। ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਬੀਤੇ ਦੇ ਵਿੱਚ ਅਸੀਂ ਮਾਈਨਿੰਗ ਨਾਲ ਹੋਏ ਨੁਕਸਾਨ ਨੂੰ ਜਦੋਂ ਦੇਖਦੇ ਹਾਂ ਕਿ ਕੁਝ ਧਿਰਾਂ ਤੇ ਬਹੁਤ ਅਮੀਰ ਹੋ ਗਈਆਂ ਜਿਨ੍ਹਾਂ ਕੋਲ ਮਾਈਨਿੰਗ ਦਾ ਲਾਇਸੈਂਸ ਸੀ ਜਾਂ ਜਿਨ੍ਹਾਂ ਕੋਲ ਖੱਡਾਂ ਸੀਗੀਆਂ ਇੱਕ ਖੱਡ ਦੇ ਵਿੱਚੋਂ ਉਹ 4 ਬਣਾ ਕੇ ਪੁੱਟਦੇ ਰਹੇ ਤੇ ਜਦੋਂ ਫਿਰ ਮੀਂਹ ਪਿਆ ਚੰਗਾ ਤੇ ਫਿਰ ਉਹ ਜਿਹੜੇ ਕੁਝ ਪਿੰਡਾਂ ਦੇ ਵਿੱਚ ਪਾਣੀ ਭਰਿਆ ਫਿਰ ਪਤਾ ਲੱਗਿਆ ਕਿ ਮਾਈਨਿੰਗ ਜਿਹੜੀ ਆ 4 ਫੁੱਟ ਜਾਂ 6 ਫੁੱਟ ਕਰਨੀ ਸੀ ਤੇ ਇਹਨਾਂ ਨੇ ਤੇ 10-10 12-12 ਫੁੱਟ ਪੁੱਟ ਛੱਡੀ ਤੇ ਦਰਿਆ ਦੇ ਬੰਨੇ ਵੀ ਖੋਰ ਦਿੱਤੇ। ਸੋ ਕੁਦਰਤੀ ਵਸੀਲਿਆਂ ਦਾ ਜਦੋਂ ਦੁਰਉਪਯੋਗ ਹੁੰਦਾ ਆ ਤੇ ਫਿਰ ਉਹਦਾ ਨੁਕਸਾਨ ਸਾਨੂੰ ਕਿਤੇ ਨਾ ਕਿਤੇ ਆਪ ਹੀ ਝੱਲਣਾ ਪੈਂਦਾ। ਬਿਜਲੀ ਦੇ ਮਾਮਲੇ ਦੇ ਵਿੱਚ ਵੀ ਇਹੀ ਗੱਲਾਂ ਸਾਹਮਣੇ ਆ ਰਹੀਆਂ ਕਿ ਵੱਡੀਆਂ ਜਿਹੜੀਆਂ ਕੋਲੇ ਦੀਆਂ ਖਾਨਾਂ ਨੇ ਉਹਨਾਂ ਦਾ ਪ੍ਰਾਈਵੇਟਾਈਜੇਸ਼ਨ ਜਿਹੜਾ ਆ ਉਹ ਸਰਕਾਰ ਨੇ ਬੀਤੇ ਸਮੇਂ ਦੇ ਵਿੱਚ ਕਰ ਦਿੱਤਾ। ਬਹੁਤ ਅਸੀਂ ਸੁਣਦੇ ਸੀਗੇ ਇਹਦੇ ਬਾਰੇ, ਫਿਲਮਾਂ ਵੀ ਦੇਖੀਆਂ ਇਦਾਂ ਦੀਆਂ ਕਿ ਮਾਫੀਆ ਜਿਹੜਾ ਆ ਉੱਥੇ ਕਿੱਦਾਂ ਹਾਵੀ ਹੁੰਦਾ ਮਾਈਨਿੰਗਸ ਦੇ ਵਿੱਚ, ਜਿਹੜੀ ਠੇਕੇਦਾਰੀ ਸਿਸਟਮ ਉਹ ਕਿੱਦਾਂ ਚੱਲਦੀ ਆ। ਪਰ ਹੁਣ ਤੇ ਗੱਲ ਇਹ ਇੱਥੇ ਪਹੁੰਚੀ ਆ ਕਿ ਜਿਹੜੀਆਂ ਖੱਡਾਂ ਆ ਜਿਹੜੀਆਂ ਕੋਲੇ ਦੀਆਂ ਖਾਨਾਂ ਨੇ ਉਹਨਾਂ ਨੂੰ ਕਰ ਹੀ ਪ੍ਰਾਈਵੇਟ ਦਿੱਤਾ ਗਿਆ ਤੇ ਉੱਥੇ ਕੁਝ ਰੋਲ ਘਚੋਲਾ ਜਿਹੜਾ ਆ ਉਹਦੇ ਵਿੱਚ ਜਿਹੜੀ ਕੁਝ ਬੇਨਿਯਮੀਆਂ ਜਾਂ ਬੇਈਮਾਨੀਆਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਉਹਦਾ ਵੀ ਇੱਕ ਸੰਕਟ ਦੇ ਵਿੱਚ ਵੱਡਾ ਹੱਥ ਆ। ਤੇ ਸਰਕਾਰ ਇੱਕ ਹੋਰ ਬਹੁਤ ਸੋਹਣਾ ਬਹਾਨਾ ਬਣਾ ਰਹੀ ਆ ਕੋਲ ਬਿਜਲੀ ਦੇ ਸੰਕਟ ਨੂੰ ਲੈ ਕੇ। ਉਹ ਕਹਿ ਰਹੇ ਕਿ ਕਰੋਨੇ ਦਾ ਮਸਲਾ ਜਿਹੜਾ ਆ ਉਹ ਹੱਲ ਹੋ ਗਿਆ ਤੇ ਇੰਡਸਟਰੀ ਜਿਹੜੀ ਆ ਪੂਰੀ ਗਰੋਥ ਤੇ ਚੱਲ ਰਹੀ ਆ ਤੇ ਡਿਮਾਂਡ ਇਸ ਕਰਕੇ ਵਧੀ ਆ। ਪਰ ਇੱਕ ਗੱਲ ਤੇ ਸਮਝਣੀ ਪਵੇਗੀ ਕਿ ਕੋਵਿਡ ਤੋਂ ਪਹਿਲਾਂ ਜਿਹੜੀ ਸਥਿਤੀ ਆ ਉਹਦੇ ਵਿੱਚ ਵੀ ਉਹੀ ਹਾਲ ਸੀ। ਉਦੋਂ ਵੀ ਇੰਨੀ ਜਿਹੜੀ ਆ ਉਹ ਡਿਮਾਂਡ ਨਹੀਂ ਸੀ ਵੱਧਦੀ ਤੇ ਇਦਾਂ ਸੰਕਟ ਨਹੀਂ ਸੀ ਆਉਂਦਾ। ਤੇ ਜੇਕਰ ਇਹ ਤੇ ਹੈ ਨਹੀਂ ਕਿ ਹੁਣ ਕਰੋਨਾ ਦੇ 2 ਸਾਲ ਦੇ ਦੌਰਾਨ ਇਹਨਾਂ ਨੇ ਇੰਡਸਟਰੀ ਨਵੀਂ ਲਾਤੀ ਜਿਹਨੇ ਡਿਮਾਂਡ ਵਧਾਤੀ, ਸੋ ਇਹ ਗੱਲ ਬਿਲਕੁਲ ਦਰੁਸਤ ਨਹੀਂ ਜਾਪਦੀ। ਕੁਝ ਥੋੜੀ ਬਹੁਤ ਗੱਲ ਹੋ ਸਕਦੀ ਆ ਕਿ ਇੰਡਸਟਰੀ ਨੇ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਪਰ ਇੰਨਾ ਨਹੀਂ ਹੋਇਆ ਕਿ ਉਹਦੇ ਨਾਲ ਜਿਹੜੀ ਡਿਮਾਂਡ ਤੇ ਐਂਡ ਸਪਲਾਈ ਜਿਹੜੀ ਗੜਬੜ ਜਾਵੇ। ਉਹਦੇ ਪਿੱਛੇ ਕੁਝ ਵੱਡੇ ਤੱਤ ਜਿਹੜੇ ਉਹ ਬਾਅਦ ਵਿੱਚ ਸਾਹਮਣੇ ਆਉਣਗੇ। ਹਾਂ, ਬਾਰਿਸ਼ ਵਾਲਾ ਕੁਝ ਕਾਰਨ ਸਾਹਮਣੇ ਆਉਂਦਾ ਤੇ ਉਹਨੂੰ ਲੈ ਕੇ ਹੁਣ ਸਰਕਾਰਾਂ ਕਹਿ ਵੀ ਰਹੀਆਂ, ਕੇਂਦਰ ਸਰਕਾਰ ਨੇ ਵੀ ਕਿਹਾ ਕਿ ਆਉਣ ਵਾਲੇ 2-4-5 ਦਿਨ ਦੇ ਵਿੱਚ ਜਾਂ ਹਫ਼ਤੇ ਤੱਕ ਉਹ ਦੁਸ਼ਹਿਰੇ ਤੱਕ ਦੀ ਗੱਲ ਕਰਦੇ ਆ ਕਿ ਜਿਹੜਾ ਆ ਸੰਕਟ ਰਹੇਗਾ ਤੇ ਉਸ ਤੋਂ ਬਾਅਦ ਜਿਹੜਾ ਆ ਕੁਝ ਹਾਲਾਤ ਠੀਕ ਹੋਣ ਦੀ ਗੱਲ ਹੋਵੇਗੀ। ਸ਼ਰਮਾ ਜੀ, ਸਾਡੇ ਮੁਲਕ 'ਚ ਸੰਕਟ ਬਾਅਦ 'ਚ ਆਉਂਦਾ ਆ ਤੇ ਸਿਆਸਤ ਜਿਹੜੀ ਉਹਦੇ ਤੇ ਪਹਿਲਾਂ ਭਾਰੀ ਹੋ ਜਾਂਦੀ। ਜੇ ਗੱਲ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਕਰੀਏ ਤੇ ਉਹਨਾਂ ਨੇ ਬਿਜਲੀ ਸੰਕਟ ਦਾ ਕੰਪੈਰੀਜ਼ਨ ਆਕਸੀਜਨ ਦੀ ਕਮੀ ਦੇ ਨਾਲ ਕੀਤਾ। ਕਹਿੰਦੇ ਉਦੋਂ ਵੀ ਸੂਬਿਆਂ ਸਿਰ ਇਹਨਾਂ ਨੇ ਭਾਂਡਾ ਭੰਨਿਆ ਸੀ ਤੇ ਹੁਣ ਵੀ ਕੇਂਦਰ ਸਰਕਾਰ ਅੱਖਾਂ ਮੂੰਦ ਰਹੀ ਹੈ। ਦੇਖੋ, ਜਿਹੜੀ ਤੁਸੀਂ ਗੱਲ ਕੀਤੀ ਆ ਕਿ ਹਰ ਚੀਜ਼ ਦੇ ਉੱਤੇ ਸਿਆਸਤ ਹੁੰਦੀ ਆ, ਉਹ ਗੱਲ ਬਿਲਕੁਲ ਠੀਕ ਹੈ ਜੀ। ਸਾਰੇ ਪਾਸੇ ਹੀ ਇਦਾਂ ਹੁੰਦਾ, ਸਿਆਸਤ ਤੇ ਹਰ ਗੱਲ ਦੇ ਵਿੱਚ ਹੋਣੀ ਹੀ ਹੈ। ਜਿਹੜੀ ਵੀ ਪਾਰਟੀ ਸੱਤਾ ਦੇ ਵਿੱਚ ਹੈ ਉਹਨਾਂ ਦੇ ਕੋਲ ਆਪਣੇ ਤਰਕ ਨੇ, ਜਿਹੜੇ ਵਿਰੋਧੀ ਧਿਰ 'ਚ ਬੈਠੇ ਨੇ ਉਹਨਾਂ ਕੋਲ ਆਪਣੀ ਗੱਲ ਹੈ। ਫੈਸਲਾ ਲੋਕਾਂ ਨੇ ਕਰਨਾ ਹੈ ਕਿ ਸੱਚ ਕੌਣ ਬੋਲ ਰਿਹਾ ਤੇ ਗਲਤ ਕੌਣ ਕਹਿ ਰਿਹਾ। ਪਰ ਦੋਨਾਂ ਹੀ ਧਿਰਾਂ ਦੇ ਵਿੱਚ ਭੁਗਤ ਕੌਣ ਰਿਹਾ ਉਹ ਆਮ ਲੋਕ ਨੇ। ਤੁਸੀਂ ਮਨੀਸ਼ ਸਿਸੋਦੀਆ ਜੀ ਦੀ ਗੱਲ ਕੀਤੀ, ਬਹੁਤ ਇਮਾਨਦਾਰੀ ਨਾਲ ਆਪਣਾ ਕੰਮ ਕਰਨ ਲਈ ਜਾਣੇ ਜਾਂਦੇ ਨੇ। ਸਿੱਖਿਆ ਮੰਤਰੀ ਵੀ ਨੇ ਤੇ ਉਪ ਮੁੱਖ ਮੰਤਰੀ ਵੀ ਨੇ ਉੱਥੋਂ ਦੇ। ਤੇ ਸਿੱਖਿਆ ਮੰਤਰੀ ਦੇ ਤੌਰ ਤੇ ਜੋ ਉਹਨਾਂ ਨੇ ਕੰਮ ਕੀਤੇ ਉਹਦੇ ਕਰਕੇ ਉਹ ਕੁਝ ਚੰਗਾ ਨਾਮਣਾ ਉਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਉਹਨਾਂ ਨੇ ਉਸ ਲਈ ਖੱਟਿਆ। ਰਸ਼ੀਆ ਦੇ ਵਿੱਚ ਇੱਕ ਵਰਲਡ ਐਜੂਕੇਸ਼ਨ ਮਿਨਿਸਟਰਸ ਦੀ ਹੋਈ ਸੀ ਮੀਟਿੰਗ, ਉਹਦੇ ਵਿੱਚ ਉਹਨਾਂ ਨੂੰ ਸਭ ਤੋਂ ਵਧੀਆ ਐਜੂਕੇਸ਼ਨ ਮਿਨਿਸਟਰ ਦਾ ਖਿਤਾਬ ਵੀ ਇੱਕ ਵਾਰ ਮਿਲਿਆ ਸੀ। ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ, ਜਿਸ ਗੱਲ ਨਾਲ ਉਹਨਾਂ ਨੇ ਕੰਪੈਰੀਜ਼ਨ ਕੀਤਾ, ਦੇਖੋ ਉਹ ਬਿਲਕੁਲ ਠੀਕ ਗੱਲ ਆ। ਇਸ ਗੱਲ ਨੂੰ ਕਰਨ ਤੋਂ ਪਹਿਲਾਂ ਜੇ ਮੈਂ ਇਦਾਂ ਕਹਾਂ ਕਿ ਭਾਰਤ ਵਿੱਚ ਜਿਹੜੀ ਜੁਗਾੜ ਦੀ ਰਾਜਨੀਤੀ ਆ ਜਾਂ ਜੁਗਾੜ ਦੇ ਪ੍ਰਬੰਧਨ ਆ ਉਹ ਚੱਲਦੇ ਨੇ। ਜਦੋਂ ਅਸੀਂ ਕਿਸੇ ਵੀ ਸਮੱਸਿਆ ਨਾਲ 2-4 ਹੁੰਨੇ ਆ, ਅਸੀਂ ਤੁਰੰਤ ਉਸ ਗੱਲ ਵੱਲ ਅਸੀਂ ਧਿਆਨ ਦਿੰਦੇ ਆ। ਸਾਡੀ ਜਿਹੜੀ ਪ੍ਰਾਇਰ ਪਲੈਨਿੰਗ ਆ, ਪਹਿਲਾਂ ਵਾਲੀ ਸਾਡੀ ਨੀਤੀ ਆ, ਇਹ ਨਹੀਂ ਹੈਗਾ ਕਿ ਅਸੀਂ 1 ਸਾਲ ਲਈ ਸੋਚ ਕੇ ਚੱਲੀਏ ਜਾਂ 6 ਸਾਲ ਲਈ ਸੋਚ ਕੇ ਚੱਲੀਏ ਜਾਂ 5 ਸਾਲ ਲਈ ਸੋਚ ਕੇ ਚੱਲੀਏ। ਇੱਕ 5 ਸਾਲਾ ਯੋਜਨਾਵਾਂ ਬਣਦੀਆਂ ਹੁੰਦੀਆਂ ਸੀ, ਬੜੀਆਂ ਚੰਗੀਆਂ ਲੱਗਦੀਆਂ ਸੀ। ਹਾਲਾਂਕਿ ਅਸੀਂ ਉਹਨਾਂ ਨਾਲ ਵੀ ਬਹੁਤੇ ਸਹਿਮਤ ਨਹੀਂ, ਉਹਦੇ 'ਚ ਵੀ ਬਹੁਤ ਸਾਰੀਆਂ ਊਣਤਾਈਆਂ ਰਹਿ ਜਾਂਦੀਆਂ ਸੀ। ਪਰ ਹੁਣ ਤੇ ਇਹੋ ਜਿਹੀ ਗੱਲ ਸਾਹਮਣੇ ਆਉਂਦੀ ਹੈ ਕਿ ਪਲੈਨਿੰਗ ਨਾਂ ਦੀ ਕੋਈ ਚੀਜ਼ ਹੀ ਨਹੀਂ। ਜੇਕਰ ਅਸੀਂ ਭਾਰਤ ਦੀ ਡੈਮੋਗ੍ਰਾਫੀ ਦੇ ਹਿਸਾਬ ਨਾਲ ਦੇਖੀਏ ਤੇ ਇੱਥੇ ਸੋਲਰ એનર્ਜੀ ਨਾਲ ਬਹੁਤ ਸਾਰੇ ਕੰਮ ਜਿਹੜੇ ਨੇ ਹੋ ਸਕਦੇ ਨੇ, ਪਰ ਉਹਦਾ ਕਿਤੇ ਬਹੁਤਾ
ਨਜ਼ਰ ਨਹੀਂ ਆਉਂਦੀ ਕਿ ਉਤੋਂ ਕਿਤੇ ਕੰਮ ਲਿਆ ਜਾ ਰਿਹਾ ਜਾਂ ਉਹਦੇ 'ਚ ਕਿਤੇ ਬਹੁਤ ਵੱਡਾ ਕੰਮ ਹੋ ਰਿਹਾ। ਤੁਸੀਂ ਦੇਖੋ ਆਮ ਤੌਰ ਤੇ ਸਾਲ ਦੇ ਵਿੱਚ ਜਦੋਂ ਜੂਨ ਮਹੀਨਾ ਆਉਂਦਾ, ਜਦੋਂ ਗਰਮੀ ਵੱਧਦੀ ਹੈ, ਉਦੋਂ ਪਾਣੀ ਬਚਾਉਣ ਦੀਆਂ ਗੱਲਾਂ ਹੁੰਦੀਆਂ ਜੀ। ਜਦੋਂ ਹੁਣ ਥੋੜੇ ਦਿਨਾਂ ਤੱਕ ਝੋਨੇ ਦੀ ਫਸਲ ਦੀ ਜਿਹੜੀ ਕਟਾਈ ਆ ਉਹ ਪੀਕ ਤੇ ਆ ਜਾਣੀ ਆ, ਉਦੋਂ ਪ੍ਰਦੂਸ਼ਣ ਨੂੰ ਰੋਕਣ ਦੀਆਂ ਗੱਲਾਂ ਹੋਣੀਆਂ। ਇਦਾਂ ਹੀ ਜਦੋਂ ਕੋਈ ਸੰਕਟ ਪੈਂਦਾ ਫੇਰ ਹੀ ਅਸੀਂ ਉਹਦੇ ਵੱਲ ਦੇਖਦੇ ਹਾਂ। ਉਦਾਂ ਅਸੀਂ ਸਿਰਫ ਔਰ ਸਿਰਫ ਡੰਗ ਟਪਾਉਣ ਤੇ ਸਮਾਂ ਸਮਾਂ ਟਪਾਉਣ ਵਾਲੀ ਨੀਤੀ ਤੇ ਹੀ ਜਿਹੜੀ ਆ ਉਹ ਕੰਮ ਕਰਦੇ ਆ। ਸਿਸੋਦੀਆ ਜੀ ਨੇ ਹੁਣ ਜਿਹੜੀ ਗੱਲ ਕੀਤੀ ਹੈ ਕਿ ਜਦੋਂ ਕੋਵਿਡ ਦੇ ਦੌਰਾਨ ਆਕਸੀਜਨ ਦਾ ਸੰਕਟ ਆਇਆ ਤੇ ਫੇਰ ਹੀ ਅਸੀਂ ਗੱਲ ਕੀਤੀ ਕਿ ਸਾਨੂੰ ਆਕਸੀਜਨ ਦੀ ਕਮੀ ਆ ਤੇ ਅਸੀਂ ਆਕਸੀਜਨ ਬਾਹਰੋਂ ਮੰਗਾਉਣੀ ਸ਼ੁਰੂ ਕੀਤੀ। ਸਿਲੰਡਰਸ ਵੀ ਮੰਗਾਏ, ਕੰਟੇਨਰਸ ਵੀ ਮੰਗਾਏ, ਉਹ ਜਿਹੜੇ ਆਕਸੀ ਸਿਲੰਡਰ ਸੀ ਛੋਟੇ ਛੋਟੇ ਉਹਨਾਂ ਨੂੰ ਵੀ ਅਸੀਂ ਆਜ਼ਾਦ ਕੀਤਾ। ਤੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਬੀਤੇ ਦਿਨੀ ਪਿਛਲੇ ਹਫ਼ਤੇ ਹੀ 35 ਆਕਸੀਜਨ ਕੇਂਦਰਾਂ ਦਾ ਉਦਘਾਟਨ ਵੀ ਕੀਤਾ ਹਰ ਜ਼ਿਲ੍ਹੇ 'ਚ। ਤੇ ਹੁਣ ਉਹਨਾਂ ਨੇ ਕਿਹਾ ਵੀ ਆ ਕਿ ਅਸੀਂ ਦੇਸ਼ ਦੇ ਹਰ ਜ਼ਿਲ੍ਹੇ ਦੇ ਵਿੱਚ ਆਕਸੀਜਨ ਜਿਹੜਾ ਸੈਂਟਰ ਆ ਉਹ ਬਣਾਵਾਂਗੇ, ਆਕਸੀਜਨ ਪਲਾਂਟ ਲਾਵਾਂਗੇ। ਇਹ ਜਿਹੜੀ ਸਾਡੀ ਸੋਚ ਆ, ਸਾਡੀ ਨੀਤੀ ਆ, ਉਹ ਜਦੋਂ ਕਿੱਦਾਂ ਪੰਜਾਬੀ 'ਚੋਂ ਕਹਿੰਦੇ ਹੁੰਦੇ ਆ ਕਿ ਵਿਹੜੇ ਆਈ ਜੰਝ ਤੇ ਵਿੰਨੋ ਕੁੜੀ ਦੇ ਕੰਨ, ਉਹ ਵਾਲੀ ਜਿਹੜੀ ਨੀਤੀ ਤੇ ਅਸੀਂ ਕੰਮ ਕਰਦੇ ਹਾਂ ਬਿਲਕੁਲ ਦਰੁਸਤ ਆਏਗਾ ਜੀ। ਜਿਨ੍ਹਾਂ ਨੇ 25-25 ਸਾਲ ਦੇ ਬਿਜਲੀ ਸਮਝੌਤੇ ਕਰਕੇ ਕੰਪਨੀਆਂ ਨੂੰ ਦੇ ਦਿੱਤੇ, ਉਹ ਵੀ ਹੁਣ ਮੱਤਾਂ ਦੇ ਰਹੇ ਨੇ ਪੰਜਾਬ ਸਰਕਾਰ ਨੂੰ। ਸੁਖਬੀਰ ਸਿੰਘ ਬਾਦਲ ਇਹ ਕਹਿ ਰਹੇ ਨੇ ਕਿ ਕੋਲਾ ਜਿਹੜੇ ਵਿਭਾਗ ਆ ਉਹ ਕਹਿੰਦਾ ਕਿ ਸਪਲਾਈ ਦੀ ਕੋਈ ਕਮੀ ਨਹੀਂ ਆ, ਸਪਲਾਈ ਸਮੂਥ ਚੱਲ ਰਹੀ ਆ, ਤੇ ਸੂਬਾ ਸਰਕਾਰ ਨੂੰ ਕਹਿੰਦੇ ਨੇ ਖਲਨਾਇਕ ਆ। ਕੀ ਇਹ ਆਪਣੇ ਸਮੇਂ ਤੇ ਨਾਇਕ ਸੀ? ਬਿਲਕੁਲ ਤੁਸੀਂ ਦੱਸਿਆ ਕਿ ਉਹਨਾਂ ਨੇ 25-25 ਸਾਲ ਲਈ ਸਮਝੌਤੇ ਕਰ ਦਿੱਤੇ। ਜਿਹੜੀ ਇਸ ਸਰਕਾਰ ਤੋਂ ਪਹਿਲਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਉਹਦੇ ਪ੍ਰਧਾਨ ਨੇ ਹੁਣ ਪਾਰਟੀ ਦੇ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਕਿਹਾ ਕਿ ਕੇਂਦਰ ਜਿਹੜੀ ਪੰਜਾਬ ਸਰਕਾਰ ਆ ਰਾਜ ਦੀ, ਇਹੀ ਖਲਨਾਇਕ ਦੀ ਭੂਮਿਕਾ 'ਚ। ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਤਾਂ ਹਲੇ ਹਲਫ ਲਿਆ ਤੇ ਮੰਤਰੀ ਸਾਹਿਬ ਦੇ ਪੁੱਤਰ ਦਾ ਵਿਆਹ ਆ ਗਿਆ, ਉਹ ਤੇ ਹਲੇ ਆਪਣੇ ਰੁੱਸਣ ਮਨਾਉਣ ਵਾਲੇ ਮਸਲਿਆਂ 'ਚ ਉਲਝੀ ਪਈ ਆ। ਪ੍ਰਧਾਨ ਸਾਹਿਬ ਕਿਤੇ ਗਾਲੋ ਗਾਲੀ ਹੋ ਜਾਂਦੇ ਨੇ ਤੇ ਕਿਤੇ ਸੱਤਾ ਸੰਕਟ ਜਾਂਦਾ ਨਹੀਂ, ਕਾਂਗਰਸ ਤੋਂ ਨਜ਼ਰ ਤਾਂ ਨਹੀਂ ਲੱਗੀ ਇਹਨਾਂ ਨੂੰ? ਸੱਤਾ ਸੰਕਟ 'ਚ ਉਲਝੇ ਹੋਏ ਨੇ, ਬਿਜਲੀ ਸੰਕਟ ਦੀ ਤਾਂ ਉਹਨਾਂ ਨੂੰ ਹਲੇ ਖਬਰ ਹੀ ਨਹੀਂ ਹੈ। ਪਰ ਜਦੋਂ ਤੋਂ ਪੰਜਾਬ ਦੀ ਸਰਕਾਰ ਬਦਲੀ ਆ, ਅਕਾਲੀ ਦਲ ਤੋਂ ਜਦੋਂ ਤੋਂ ਕਾਂਗਰਸ ਕੋਲ ਆਈ ਆ, ਉਦੋਂ ਤੋਂ ਹੀ ਉਹਨਾਂ ਸਮਝੌਤਿਆਂ ਦਾ ਰੌਲਾ ਪੈ ਰਿਹਾ। ਉਹ ਤੋਂ ਪਹਿਲਾਂ ਵੀ ਪੈ ਰਿਹਾ ਸੀ। ਨਾਕਾਮਯਾਬੀ ਇਹਨਾਂ ਦੀ ਵੀ ਆ ਕਿ ਇਹਨਾਂ ਨੇ ਸਮਝੌਤੇ ਠੀਕ ਨਹੀਂ ਸੀ ਕੀਤੇ, ਤੇ ਉਹਨਾਂ ਦੀ ਵੀ ਆ ਕਿ ਉਹਨਾਂ ਨੇ 5 ਸਾਲਾਂ 'ਚ ਵੀ ਉਹਨਾਂ ਨੂੰ ਰਿਵਿਊ ਨਹੀਂ ਕੀਤਾ। ਜੇ ਹੁਣ ਕੀਤਾ ਹੈ ਤੇ ਹਾਲੇ ਤੱਕ ਕਿਸੇ ਫੈਸਲੇ ਵਾਲੀ ਸਥਿਤੀ ਤੇ ਨਹੀਂ ਪਹੁੰਚੇ। ਪਰ ਇੱਕ ਗੱਲ ਜ਼ਰੂਰ ਕੀਤੀ ਸੀ ਸੁਖਬੀਰ ਸਿੰਘ ਬਾਦਲ ਵਾਲੀ ਸਰਕਾਰ ਨੇ ਕਿ ਬਿਜਲੀ ਦੇ ਜ਼ਰੂਰ ਦਿੱਤੀ ਸੀ ਸਾਰੇ ਪੰਜਾਬ ਨੂੰ, ਭਾਵੇਂ ਉਹ ਮਹਿੰਗੀ ਹੋਈ ਸੀ। ਤੇ ਸਰਪਲਸ ਸਟੇਟ ਹੋਣ ਦਾ, ਜਿਹੜਾ ਸਰਪਲਸ ਇਲੈਕਟ੍ਰਿਸਿਟੀ ਸਟੇਟ ਹੋਣ ਦਾ ਦਾਵਾ ਵੀ ਉਹਨਾਂ ਨੇ ਆਪਣੀ ਪੱਗ ਦੇ ਵਿੱਚ ਇੱਕ ਖੰਭ ਟੰਗ ਲਿਆ ਸੀਗਾ ਆਪਣੀ ਉਹਦੇ ਵਿੱਚ, ਕਿ ਅਸੀਂ ਇੱਕ ਹੋਰ ਜਿਹੜੀ ਮਾਰਕਾ ਮਾਰ ਲਿਆ ਪੰਜਾਬ ਨੂੰ ਇਲੈਕਟ੍ਰਿਸਿਟੀ, ਅਸੀਂ ਇਲੈਕਟ੍ਰਿਸਿਟੀ ਦੇ ਮਾਮਲੇ 'ਚ ਸਰਪਲਸ ਸਟੇਟ ਬਣਾਇਆ। ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਅਸੀਂ ਭਾਵੇਂ ਪਾਕਿਸਤਾਨ ਨੂੰ ਵੇਚ ਦਈਏ, ਸਾਡੇ ਕੋਲ ਵਾਧੂ ਬਿਜਲੀ ਆ। ਤੇ ਹੁਣ ਉਹ ਉਸ ਮਸਲੇ ਦੇ ਉੱਤੇ ਰਾਜਨੀਤੀ ਕਰ ਰਹੇ ਨੇ। ਬਿਲਕੁਲ ਹੱਕ ਬਣਦਾ ਉਹਨਾਂ ਦਾ ਰਾਜਨੀਤੀ ਕਰਨ ਦਾ, ਕਿਉਂਕਿ ਦੂਜੀ ਸਰਕਾਰ ਨੇ 4-4.5 ਪੌਣੇ 5 ਸਾਲ ਤੁਸੀਂ ਕਹਿ ਲਓ ਨਿਕਲ ਗਏ ਨੇ ਤੇ ਕੰਮ ਕੀਤਾ ਹੀ ਕੋਈ ਨਹੀਂ। ਪਰ ਹੱਥਲ ਕਰਕੇ ਪੰਜਾਬ ਦੂਜਿਆਂ ਨੂੰ ਫੜਾ ਦੇਣਾ ਤੇ ਕਹਿਣਾ ਵੀ ਕਸੂਰ ਸਾਰਾ ਇਹਨਾਂ ਦਾ, ਇਹ ਕਿੰਨਾ ਕੁ ਵਾਜਬ ਆ? ਦੇਖੋ ਇਹ ਤੇ ਗੱਲ ਇਸ ਗੱਲ ਲਈ ਫਿਰ ਤੁਸੀਂ ਵੋਟਰਾਂ ਨੂੰ ਕਹਿ ਸਕਦੇ ਕਿ ਤੁਸੀਂ ਜਦੋਂ ਸਰਕਾਰ ਤੁਹਾਡੇ ਕੋਲ ਆ ਗਈ 5 ਸਾਲ ਲਈ ਤੁਸੀਂ ਜੋ ਕੀਤਾ ਉਹ ਤੁਹਾਨੂੰ ਠੀਕ ਲੱਗਦਾ ਸੀ, ਉਹ ਤੁਸੀਂ ਕਰ ਦਿੱਤਾ, ਉਹਦੇ ਲਈ ਤਾਂ ਫਿਰ ਹੁਣ ਹੱਥਲ ਤੇ ਹੋਏ ਆ। ਪਰ ਦੂਜੇ ਜਿਨ੍ਹਾਂ ਕੋਲ ਗਿਆ ਸੀ ਹੋਣ ਤੋਂ ਬਾਅਦ ਉਹਨਾਂ ਨੇ ਵੀ 4.5 ਸਾਲ 5 ਸਾਲ ਮੌਜਾਂ ਹੀ ਕੀਤੀਆਂ। ਉਹਨਾਂ ਦੇ ਤਾਂ ਸੱਤਾ ਸੰਕਟ ਹੀ ਨਹੀਂ ਮੁੱਕਿਆ। ਚੰਡੀਗੜ੍ਹ ਦਫ਼ਤਰ ਨੂੰ ਛੱਡ ਕੇ ਫਾਰਮ ਹਾਊਸ ਬਣਾ ਲਿਆ ਉੱਥੇ, ਜਿੱਦਾਂ ਦਾ ਪਟਿਆਲੇ ਦਾ ਸ਼ਹਿਰ ਆਪਣਾ ਮਹਿਲ ਸੀ ਉਦਾਂ ਦਾ ਹੀ ਉੱਥੇ ਇੱਕ ਵੱਖਰਾ ਮਹਿਲ ਛੋਟਾ ਬਣਾ ਲਿਆ ਤੇ ਉੱਥੇ ਐਸ਼ ਕੀਤੀ, ਮੌਜ ਕੀਤੀ। ਦੇਖੋ ਫਿਰ ਤੇ ਜੇ ਤੁਸੀਂ ਇਦਾਂ ਕਰਾਂਗੇ ਤੇ ਫਿਰ ਮੋਦੀ ਸਾਹਿਬ ਵਾਲੀ ਗੱਲ ਠੀਕ ਆ, ਉਹ ਪਿਛਲੇ 70 ਸਾਲ ਲਈ ਨਹਿਰੂ ਸਾਹਿਬ ਨੂੰ ਜ਼ਿੰਮੇਵਾਰ ਦੱਸੀ ਜਾਂਦੇ ਆ ਹਾਲੇ ਵੀ। ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਮੌਜ ਕੀਤੀ, ਉਹ ਮਹਾਰਾਜੇ ਨੇ, ਉਹਨਾਂ ਨੂੰ ਕੀ ਲੱਗੇ ਆਮ ਲੋਕਾਂ ਦੀਆਂ ਗੱਲਾਂ ਨਾਲ, ਮੁਸ਼ਕਲਾਂ ਨਾਲ? ਫਿਰ ਬਿਜਲੀ ਦੇ ਜਦੋਂ ਜੋ ਮੌਜੂਦਾ ਸੰਕਟ ਦੀ ਗੱਲ ਹੈ, ਮਹਾਰਾਜਾ ਸਾਹਿਬ ਨੂੰ ਤੇ ਹੁਣ ਵੀ ਬਿਜਲੀ ਨਹੀਂ ਜਾਂਦੀ, ਉਹਨਾਂ ਕੋਲ ਤੇ ਸਾਧਨ ਹਨ। ਪਰ ਜੋ ਹੁਣ ਅੱਜ ਦੀ ਜਿਹੜੀ ਗੱਲ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ, ਦੋਸ਼ੀ ਇਹ ਵੀ ਨੇ, ਭਾਈਵਾਲ ਇਹ ਵੀ ਨੇ, ਪਰ ਗੱਲ ਇਹੀ ਆ ਕਿ ਅੱਜ ਉਹ ਸੱਤਾ ਦੇ ਦੂਜੇ ਪਾਸੇ ਬੈਠੇ ਨੇ ਤੇ ਉਹ ਇਹ ਗੱਲ ਕਹਿ ਸਕਦੇ ਨੇ ਕਿ ਅਸੀਂ ਸਰਪਲਸ ਬਣਾਈ ਸੀ ਤੇ ਤੁਸੀਂ ਹੁਣ ਵਿਲਨ ਦੀ ਭੂਮਿਕਾ ਨਿਭਾ ਰਹੇ ਹੋ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਮੋਦੀ ਸਾਹਿਬ ਜਦੋਂ ਪਾਵਰ ਦੇ ਦੂਜੇ ਪਾਸੇ ਸੀ ਤੇ ਕਾਂਗਰਸ ਦੇ ਵੇਲੇ ਮਹਿੰਗਾਈ ਹੋਣ ਦੀ ਗੱਲ ਕਰਦੇ ਸੀ, ਤੇ ਜਦੋਂ ਹੁਣ ਇੱਧਰ ਨੇ ਤੇ ਹੁਣ ਚੁੱਪ ਕਰਕੇ ਬੈਠੇ ਨੇ, ਹੁਣ ਤੇਲ ਦੀਆਂ ਕੀਮਤਾਂ ਦੀ ਕੋਈ ਗੱਲ ਹੀ ਨਹੀਂ ਹੋ ਰਹੀ। ਹੁਣ ਇਹਨਾਂ ਦੇ ਵਜ਼ੀਰ ਕਹਿੰਦੇ ਨੇ ਵੀ ਮਹਿੰਗੀਆਂ ਚੀਜ਼ਾਂ ਮੈਂ ਜ਼ਿਆਦਾ ਟੈਕਸ ਦਿਓ ਤੇ ਤੁਹਾਡੇ ਤੇ ਲਗਾ ਦਿਆਂਗੇ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ।
ਸ਼ਰਮਾ ਜੀ ਗੱਲ ਕਰ ਰਹੇ ਸੀ ਅਸੀਂ ਮਨੀਸ਼ ਸਿਸੋਦੀਆ ਦੀ ਤੇ ਸੁਖਬੀਰ ਸਿੰਘ ਬਾਦਲ ਦੀ, ਤੇ ਗੱਲ ਸਿੱਧੂ ਸਾਹਿਬ ਦੀ ਵੀ ਕਰ ਲਈਏ। ਉਹਨਾਂ ਨੇ ਵੀ ਸੀਐਮ ਚੰਨੀ ਨੂੰ ਇੱਕ ਸਲਾਹ ਦਿੱਤੀ ਹੈ। ਖੈਰ ਸਮਝੌਤੇ ਰੱਦ ਕਰਨ ਦੀ ਤਾਂ ਬਹੁਤ ਦੇਰ ਦੀ ਗੱਲ ਕਰ ਰਹੇ ਨੇ, ਹੁਣ ਕੋਈ ਨਵੇਂ ਪਲਾਨਸ ਦੱਸ ਰਹੇ ਨੇ ਉਹਨਾਂ ਨੂੰ ਕਿ ਇਹ ਸਾਰਾ ਕੁਝ ਇੰਨਾ ਈਜ਼ੀ ਆ ਵੀ ਤੁਸੀਂ ਕਹਿਤਾ ਤੇ ਅੱਜ ਹੋ ਗਿਆ। ਦੇਖੋ, ਜੇਕਰ ਤੁਸੀਂ ਸਰਕਾਰ ਦੀ ਗੱਲ ਕਰੋ ਤੇ ਫਿਰ ਇੰਨਾ ਈਜ਼ੀ ਹੈ। ਉਹਨਾਂ ਨੇ ਗੱਲ ਕਹੀ ਕਿ ਇਸ ਸ਼ਰਤ ਤੇ ਵੀ ਤੁਸੀਂ ਉਹਨਾਂ ਪਾਰਟੀਆਂ ਨੂੰ, ਉਹਨਾਂ ਪ੍ਰਾਈਵੇਟ ਧਿਰਾਂ ਨੂੰ ਜਿਹੜੀਆਂ ਇਹ ਪੰਜਾਬ ਦੇ ਵਿੱਚ ਪਾਵਰ ਪਲਾਂਟ ਚਲਾ ਰਹੀਆਂ ਨੇ, ਖਿੱਚ ਸਕਦੇ ਹੋ ਕਿ ਉਹਨਾਂ ਨੇ 30 ਦਿਨ ਦਾ ਸਟਾਕ ਕਿਉਂ ਨਹੀਂ ਮੇਨਟੇਨ ਰੱਖਿਆ। ਹੋ ਸਕਦਾ ਉਹਨਾਂ ਨੇ ਰੱਖਿਆ ਹੋਵੇ ਤੇ ਜਦੋਂ ਹਫਤੇ 10 ਦਿਨ ਤੋਂ ਸਮੱਸਿਆ ਆਈ ਤੇ ਉਹ ਖਰਚਿਆ ਗਿਆ ਹੋਵੇ, ਪਰ ਸਿੱਧੂ ਸਾਹਿਬ ਨੂੰ ਮੌਕਾ ਮਿਲਿਆ ਸੀ, ਟਾਈਮ ਮਿਲਿਆ ਸੀ। ਪਰ ਇਹ ਗੱਲ ਇਦਾਂ ਨਹੀਂ ਅਸੀਂ ਕਹਿ ਸਕਦੇ ਕਿ ਉਹ ਸਿਰਫ ਰਾਜਨੀਤੀ ਕਰਦੇ। ਉਹ ਬੀਤੇ 2 3 4 ਮਹੀਨਿਆਂ ਤੋਂ, ਜਦੋਂ ਤੋਂ ਵੀ ਉਹ ਮੁਖਰ ਹੋਏ, ਪ੍ਰਖਰ ਹੋ ਕੇ ਬੋਲਣਾ ਸ਼ੁਰੂ ਹੋਏ ਆ, ਜਦੋਂ ਤੋਂ ਹੀ ਉਹਨਾਂ ਨੇ ਮੁੱਦਿਆਂ ਦੀ ਗੱਲ ਸ਼ੁਰੂ ਕੀਤੀ ਆ, ਜਾਂ ਜਦੋਂ ਤੋਂ ਉਹਨਾਂ ਨੂੰ ਲੱਗਾ ਸੀ ਕਿ ਹੁਣ ਸਹੀ ਸਮਾਂ ਆ ਗਿਆ ਕਿ ਜੇ ਹੁਣ ਨਾ ਬੋਲੇ ਤੇ ਫਿਰ ਸਮਾਂ ਲੰਘ ਜਾਊਗਾ ਤੇ ਫਿਰ ਅਗਲੀਆਂ ਇਲੈਕਸ਼ਨ ਜਿਹੜੀਆਂ ਆ ਉਹ ਬੀਤ ਜਾਣਗੀਆਂ ਇੱਦਾਂ ਹੀ। ਜਦੋਂ ਤੋਂ ਉਹਨਾਂ ਨੇ ਝੰਡਾ ਚੁੱਕਿਆ, ਸ਼ੁਰੂ ਦੇ ਵਿੱਚ ਇਹ ਗੁਮਾਨ ਹੁੰਦਾ ਸੀ, ਅੰਦਾਜ਼ਾ ਇਹ ਲੱਗਦਾ ਸੀਗਾ, ਇਸ ਗੱਲ ਦੇ ਜਿਹੜੇ ਆ ਆਭਾਸ ਹੁੰਦਾ ਸੀ ਕਿ ਉਹ ਸੱਤਾ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਨੇ, ਜਾਂ ਉਹ ਇੱਕ ਵੱਡੀ ਧਿਰ ਬਣ ਕੇ ਉੱਭਰਨਾ ਚਾਹੁੰਦੇ ਨੇ, ਜਾਂ ਉਹ ਕੈਪਟਨ ਦਾ ਬਦਲ ਬਣਨ ਦੀ ਪੰਜਾਬ ਕਾਂਗਰਸ 'ਚ ਕੋਸ਼ਿਸ਼ ਕਰ ਰਹੇ ਨੇ। ਠੀਕ ਵੀ ਸੀ ਉਹ ਗੱਲ, ਪਰ ਜਿਸ ਤਰੀਕੇ ਨਾਲ, ਜਿਸ ਮੰਚ ਤੇ ਉਹਨਾਂ ਨੇ ਉਹ ਮੁੱਦੇ ਉਠਾਏ ਨੇ, ਜਿਸ ਤਰੀਕੇ ਨਾਲ ਉਹਨਾਂ ਨੂੰ ਪਾਰਟੀ ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਵੀ ਉਹਨਾਂ ਨੇ ਦੇਖਿਆ ਕਿ ਗੱਲ ਤੇ ਫਿਰ ਵੀ ਨਹੀਂ ਬਣੀ। ਮੈਂ ਪੀਪੀਸੀਸੀ ਦਾ ਚੀਫ ਤਾਂ ਬਣ ਗਿਆ, ਪਰ ਗੱਲ ਫਿਰ ਨਹੀਂ ਬਣੀ। ਫਿਰ ਉਹਨਾਂ ਨੇ ਇੱਕ ਲੜਾਈ ਵਿੱਢੀ। ਫਿਰ ਉਹਨਾਂ ਨੇ ਉਸ ਮੌਜੂਦਾ ਦੌਰ ਦੇ ਪੰਜਾਬ ਦੇ ਸਭ ਤੋਂ ਵੱਡੇ ਲੀਡਰ ਨੂੰ ਸੱਤਾ ਤੋਂ ਬਾਹਰ ਕੀਤਾ। ਚੰਨੀ ਸਾਹਿਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਗੱਲ ਫਿਰ ਵੀ ਨਹੀਂ ਬਣੀ। ਫਿਰ ਉਹਨਾਂ ਨੇ ਅਸਤੀਫਾ ਦਿੱਤਾ। ਹਾਲਾਂਕਿ ਪਾਰਟੀ ਹਾਈ ਕਮਾਂਡ ਕੋਲ ਅਸਤੀਫਾ ਹਾਲੇ ਵੀ ਸੁਰੱਖਿਅਤ ਪਿਆ, ਉਹਨਾਂ ਨੇ ਮਨਜ਼ੂਰ ਨਹੀਂ ਕੀਤਾ ਹੋਇਆ। ਰੋਜ਼ ਖਬਰ ਕਿਸੇ ਨਾ ਕਿਸੇ ਅਖਬਾਰ 'ਚ ਆਉਂਦੀ ਹੈ ਕਿ ਅਸਤੀਫਾ ਜਿਹੜਾ ਹੈ ਉਹ ਮਨਜ਼ੂਰ ਕਰ ਲਿਆ ਜਾਵੇਗਾ। ਤੇ ਰੋਜ਼ ਹੀ ਸਾਡੇ ਜਿਹੜੇ ਪੋਲੀਟੀਕਲ ਐਡਵਾਈਜ਼ਰ ਨੇ, ਪੋਲੀਟੀਕਲ ਸਲਾਹਕਾਰ ਨੇ, ਪੋਲਿਟਿਕਸ ਨੂੰ ਵਾਚਣ ਵਾਲੇ ਲੋਕ ਨੇ, ਉਹ ਰੋਜ਼ ਹੀ ਕਹਿੰਦੇ ਨੇ ਕਿ ਸਿੱਧੂ ਸਾਹਿਬ ਇਹਨੂੰ ਛੱਡ ਕੇ ਉੱਧਰ ਚਲੇ ਜਾਣਗੇ, ਸਿੱਧੂ ਸਾਹਿਬ ਭਗਵੰਤ ਮਾਨ ਨਾਲ ਸਲਾਹ ਕਰਕੇ ਆਮ ਆਦਮੀ ਚੱਲ ਜਾਣਗੇ, ਸਿੱਧੂ ਸਾਹਿਬ ਕੁਝ 10 20 50 ਬੰਦਿਆਂ ਨੂੰ ਨਾਲ ਲੈ ਕੇ ਤੇ ਇੱਕ ਵੱਖਰੀ ਧਿਰ ਬਣਾ ਲੈਣਗੇ। ਸੋ ਜੋ ਮਰਜ਼ੀ ਲੋਕ ਕਹੀ ਜਾਣ, ਪਰ ਸਿੱਧੂ ਸਾਹਿਬ ਦਾ, ਨਵਜੋਤ ਸਿੰਘ ਸਿੱਧੂ ਦਾ ਮੁੱਦਿਆਂ ਨੂੰ ਉਠਾਉਣਾ ਜਿਹੜਾ ਆ ਉਹ ਕਾਬਲੇ ਗੌਰ ਆ। ਉਹਨਾਂ ਦੀ ਸੁਭਾਅ ਦੇ ਵਿੱਚ ਕੁਝ ਤਲਖੀ ਆ, ਕੁਝ ਤਰਬੀਅਤ ਜਿਹੜੀ ਆ ਉਹ ਕਾਲੀ ਵਾਲੀ ਆ, ਥੋੜ੍ਹੇ ਜਿਹਾ ਉਤੇਜਿਤ ਹੁੰਦੇ ਨੇ। ਉਹ ਗੱਲ ਗਲਤ ਆ, ਉਹ ਨਹੀਂ ਹੋਣੀ ਚਾਹੀਦੀ। ਸਿਆਸਤਦਾਨ ਦੇ ਕੋਲ ਤੁਸੀਂ ਜਿੱਦਾਂ ਕਹਿੰਦੇ ਅਕਸਰ ਸੁਖਬੀਰ ਜੀ ਕਿ ਠਰਮਾ ਤੇ ਸਬਰ ਜਿਹੜਾ ਆ ਉਹ ਜ਼ਰੂਰ ਹੋਣਾ ਚਾਹੀਦਾ। ਸਾਰਿਆਂ ਨੂੰ ਨਾਲ ਲੈ ਕੇ ਹੋਣ ਦੀ ਜਿਹੜੀ ਕਰਾਮਾਤ ਹੈ ਉਹ ਵੀ ਹੋਣੀ ਚਾਹੀਦੀ ਹੈ। ਪਰ ਜਿੰਨੇ ਹਾਲਾਤ ਸਾਡੇ ਮੁਲਕ ਦੇ ਖਰਾਬ ਹੋ ਚੁੱਕੇ ਨੇ, ਜਿੰਨੀਆਂ ਸਥਿਤੀਆਂ ਗੰਭੀਰ ਹੋ ਚੁੱਕੀਆਂ ਨੇ, ਇਹ ਬਿਜਲੀ ਸੰਕਟ ਤੋਂ ਛੱਡ ਕੇ ਅਸੀਂ ਕੋਈ ਵੀ ਹੋਰ ਗੱਲ ਕਰ ਲਈਏ, ਅਧਿਆਪਕ ਜਿਸ ਤਰੀਕੇ ਨਾਲ ਵਿਰੋਧ 'ਚ ਬੈਠੇ ਨੇ, ਟਰਾਂਸਪੋਰਟ ਮਹਿਕਮੇ ਦਾ ਜੋ ਹਾਲ ਆ, ਸਰਕਾਰੀ ਹਸਪਤਾਲਾਂ ਦੇ ਜੋ ਹਾਲ ਨੇ, ਸੜਕਾਂ ਦੀ ਜੋ ਵਿਵਸਥਾ ਆ, ਫਸਲਾਂ ਦੇ ਜੋ ਹਾਲ ਨੇ, ਤੁਸੀਂ ਇੱਕ A ਤੋਂ ਲੈ ਕੇ Z ਤੱਕ ਕੋਈ ਵੀ ਮਰਹਲਾ ਛੋਹ ਲਓ, ਕਿਸੇ ਵੀ ਚੀਜ਼ ਤੇ ਉਂਗਲੀ ਰੱਖ ਲਓ, ਹਰ ਪਾਸੇ ਦਰਦ ਆ। ਉਸ ਤਰੀਕੇ ਨਾਲ ਜੇ ਤੁਸੀਂ ਦੇਖੋ ਤਾਂ ਫਿਰ ਮਸਲਿਆਂ ਨੂੰ ਇੱਕ ਜ਼ੋਰਦਾਰ ਤਰੀਕੇ ਨਾਲ ਉਠਾਲਣਾ ਜਿਹੜਾ ਆ ਉਹ ਜ਼ਰੂਰੀ ਆ। ਉਹਦੇ ਨਾਲ ਇੱਕ ਇਹ ਵੀ ਅਸਰ ਹੋਵੇਗਾ, ਮੈਂ ਇਹ ਗੱਲ ਕਈ ਵਾਰ ਕਹਿਣਾ ਕਿ ਜਿਹੜੀ ਆਮ ਆਦਮੀ ਪਾਰਟੀ ਬਣੀ, ਉਹਨਾਂ ਨੇ ਦਿੱਲੀ 'ਚ ਸਰਕਾਰ ਬਣਾਈ, ਹੋਰ ਕੁਝ ਚੀਜ਼ ਲਈ ਯਾਦ ਕੀਤੀ ਜਾਵੇ ਚਾਹੇ ਨਾ ਜਾਵੇ, 10-20 ਸਾਲ ਬਾਅਦ ਉਹ ਪ੍ਰਧਾਨ ਮੰਤਰੀ ਬਣ ਜਾਣ, ਭਾਰਤ ਦੀ ਸਾਰੀ ਰਾਜਨੀਤੀ ਤੇ ਛਾ ਜਾਣ ਚਾਹੇ ਨਾ ਛਾ ਜਾਣ, ਉਹਨਾਂ ਨੂੰ ਬਣਾਉਣ ਵਿੱਚ ਕੌਣ-ਕੌਣ ਲੋਕ ਸੀ ਤੇ ਛੱਡ ਕੇ ਜਾਣ ਵਾਲਿਆਂ 'ਚ ਕੌਣ-ਕੌਣ ਸੀ, ਇਸ ਚੀਜ਼ ਨੂੰ ਛੱਡ ਦਈਏ। ਪਰ ਇਸ ਗੱਲ ਲਈ ਉਹ ਯਾਦ ਰੱਖੇ ਜਾਣਗੇ ਕਿ ਉਹਨਾਂ ਨੇ ਰਾਜਨੀਤੀ ਨੂੰ, ਭਾਰਤ ਦੀ ਰਾਜਨੀਤੀ ਨੂੰ ਖਾਸ ਕਰਕੇ ਇੱਕ ਨਵੀਂ ਦਿਸ਼ਾ ਦਿੱਤੀ। ਸਾਰੀਆਂ ਹੀ ਜਿਹੜੀਆਂ ਪੁਰਾਣੀਆਂ ਪਾਰਟੀਆਂ ਸੀ, ਟਕਸਾਲੀ ਪਾਰਟੀਆਂ ਸੀ, ਪੁਰਾਣੀਆਂ ਜਿਹੜੀਆਂ ਸਿਸਟਮ 'ਚ ਵੱਜੀਆਂ ਹੋਈਆਂ ਸੀ ਆਜ਼ਾਦੀ ਤੋਂ ਜਾਂ ਖੁਦ ਬਾਅਦ 'ਚ ਬਣੀਆਂ, ਉਹਨਾਂ ਸਾਰੀਆਂ ਨੂੰ ਸੋਚਣ ਤੇ ਮਜਬੂਰ ਕੀਤਾ ਕਿ ਹੁਣ ਇਦਾਂ ਗੱਲ ਨਹੀਂ ਬਣਨੀ, ਕੁਝ ਮੁੱਦੇ ਜਿਹੜੇ ਆ ਵਿਚਾਰਨੇ ਪੈਣਗੇ, ਕੁਝ ਕੰਮ ਜਿਹੜੇ ਆ ਉਹ ਕਰਨੇ ਪੈਣਗੇ। ਪਰਿਵਾਰਵਾਦ, ਇੱਕ ਪਾਰਟੀ ਦੇ ਵਿੱਚ ਇੱਕ ਬੰਦੇ ਨੂੰ, ਇੱਕ ਪਰਿਵਾਰ ਨੂੰ ਇੱਕ ਤੋਂ ਵੱਧ ਸੀਟਾਂ, ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਉਹਨਾਂ ਨੇ ਪਰਿਵਰਤਨ ਕੀਤਾ। ਤੇ ਬੀਤੇ ਦੇ ਵਿੱਚ ਜਦੋਂ ਕੇਰਲ ਦੀਆਂ ਇਲੈਕਸ਼ਨ ਹੋਈਆਂ, ਕੇਰਲ ਦੀ ਜਿਹੜੀ ਪੋਲੀਟੀਕਲ ਪਾਰਟੀ ਆ ਉਹਨੇ ਜੋ ਸਿਸਟਮ ਸੈੱਟ ਕੀਤਾ ਕਿ ਅਸੀਂ 2 ਵਾਰ ਤੋਂ ਵੱਧ ਕੋਈ ਬੰਦਾ ਚੋਣ ਹੀ ਨਹੀਂ ਲੜੂਗਾ। ਹੋਰ ਵੀ ਕੁਝ ਜਿਹੜੇ ਪਰਿਵਰਤਨ ਆ, ਢਾਂਚਾਗਤ ਪਰਿਵਰਤਨ ਉਹਨਾਂ ਨੇ ਕੇਰਲ 'ਚ ਵੀ ਕੀਤੇ, ਆਪਣੀ ਪਾਰਟੀ 'ਚ ਵੀ ਕੀਤੇ। ਉਹ ਵੀ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਿਓ ਕਿ ਸਾਡੇ ਸਾਹਮਣੇ ਬਿਲਕੁਲ ਸਾਹਮਣੇ ਆਉਣਗੇ ਤੇ ਉਹਦਾ ਜਿਹੜਾ ਪ੍ਰਭਾਵ ਆ ਉਹ ਦੇਖਣ ਨੂੰ ਮਿਲੇਗਾ। ਹੁਣ ਨਵਜੋਤ ਸਿੰਘ ਸਿੱਧੂ ਦੇ ਮੁੱਦੇ ਉਠਾਉਣ ਦੀ ਅਸੀਂ ਗੱਲ ਕਰਦੇ ਸੀ, ਉਹਨਾਂ ਨੇ ਵੀ ਜਿਹੜੀ ਆ ਸਰਕਾਰ ਨੂੰ ਵੀ ਸਲਾਹ ਦਿੱਤੀ ਆ ਤੇ ਕੇਂਦਰ ਸਰਕਾਰ ਨਾਲ ਵੀ ਕੁਝ ਗੱਲਾਂ ਜਿਹੜੀਆਂ ਇਹੋ ਜਿਹੀਆਂ ਕੀਤੀਆਂ ਕਿ ਬਿਜਲੀ ਦਾ ਜਿਹੜਾ ਸੰਕਟ ਆ ਉਹ ਨਹੀਂ ਹੋਣਾ ਚਾਹੀਦਾ। ਸੋਲਰ એનર્ਜੀ ਪ੍ਰਮੋਟ ਕਰਨ ਦੀ ਗੱਲ ਕਰ ਰਹੇ ਨੇ, ਇਹਨਾਂ ਈਜ਼ੀ? ਬਿਲਕੁਲ, ਬਹੁਤ ਹੀ ਵੱਡੀ ਗੱਲ ਕੀਤੀ ਉਹਨਾਂ ਨੇ। ਪੰਜਾਬ ਦੇ ਵਿੱਚ ਮਾਝੇ 'ਚ
ਵਿਕਰਮਜੀਤ ਸਿੰਘ ਮਜੀਠੀਆ ਨੇ ਬਹੁਤ ਵੱਡੇ ਪਲਾਂਟ ਲਗਵਾਉਣ ਦੀ ਗੱਲ ਕੀਤੀ ਸੀ, ਲਗਵਾਏ ਵੀ ਸੀ ਉਹਨਾਂ ਨੇ ਜਦੋਂ ਉਹਨਾਂ ਦੀ ਸਰਕਾਰ ਸੀ। ਜੀ ਸੋਲਰ એનર્ਜੀ ਈਜ਼ੀ ਹੈ ਜਾਂ ਨਹੀਂ ਹੈ, ਉਹਦੇ ਤਕਨੀਕੀ ਪੱਖ ਥੋੜੇ ਜਿਹੇ ਲੰਬੇ ਨੇ। ਜਿਹੜੀਆਂ ਉਹਦੇ ਲਈ ਬੈਟਰੀਆਂ ਯੂਜ਼ ਹੁੰਦੀਆਂ ਨੇ ਉਹਨਾਂ ਦੀ ਉਮਰ ਦੇ ਬਾਰੇ 'ਚ ਕੁਝ ਭੁਲੇਖਾ ਹੈ, ਉਹਨਾਂ ਦੀ ਜਿਹੜੀ ਲਾਈਫ ਹੈ ਹਾਲੇ ਘੱਟ ਆ, ਉਹਦੇ ਤੇ ਰਿਸਰਚ ਹੋਣ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਨਾਲ ਦੀ ਨਾਲ ਉਹ ਜਿਹੜੀਆਂ ਹਾਲੇ ਤੱਕ ਮਹਿੰਗੀਆਂ ਵੀ ਨੇ। ਤੇ ਜਦੋਂ ਅਸੀਂ ਨੈਸ਼ਨਲ ਲੈਵਲ ਤੇ ਗੱਲ ਕਰਦੇ ਹਾਂ, ਅਸੀਂ ਦੇਖਦੇ ਹਾਂ ਰੋਜ਼ ਹੀ ਨਵੀਂ ਸ਼ੁਰੂਆਤ, ਰੋਜ਼ ਹੀ ਨਵੀਂ ਸਕੀਮ, ਰੋਜ਼ ਹੀ ਨਵੇਂ ਪ੍ਰੋਜੈਕਟ ਸਾਹਮਣੇ ਆਉਂਦੇ ਨੇ। ਇਹ ਕੁਝ ਮਸਲੇ ਅਜਿਹੇ ਨੇ, ਇੱਕ ਤੇ ਕੰਪਿਊਟਰ ਚਿਪ ਜਿਹੜੀ ਆ ਉਹਦੀ ਡਿਵੈਲਪਮੈਂਟ ਕਰਨ ਦੀਆਂ ਗੱਲਾਂ, ਉਹਦੇ ਬਣਾਉਣ ਦੀਆਂ ਗੱਲਾਂ, ਤੇ ਇੱਕ ਸੋਲਰ એનર્ਜੀ। ਇਹਦੇ ਉੱਤੇ ਸਾਡੇ ਵਰਗੇ ਮੁਲਕ ਦੇ ਵਿੱਚ ਜਿਹਦਾ ਮੌਸਮ ਦੇ ਨਾਲ ਇਹੋ ਜਿਹਾ ਵਾਸਤਾ ਆ ਕਿ ਅਸੀਂ 10 ਮਹੀਨੇ ਹੀ ਸੂਰਜ ਤੋਂ એનર્ਜੀ ਲੈ ਸਕਦੇ ਹਾਂ। ਕੁਝ ਕੁ ਦਿਨ ਜਿਹੜੇ ਆ ਬਹੁਤ ਠੰਡ ਦੇ ਹੁੰਦੇ ਨੇ, ਜਦੋਂ ਜਨਵਰੀ ਤੋਂ ਦਸੰਬਰ ਜਨਵਰੀ ਦੀ ਐਂਡ ਦੇ ਵਿੱਚ ਕਹਿ ਲਓ, ਤੇ ਕੁਝ ਕੁ ਦਿਨ ਜਿਹੜੇ ਬੀਤ ਗਏ ਬਰਸਾਤ ਦੇ ਦਿਨ ਨੇ ਜਦੋਂ ਸੂਰਜ ਸਾਡੇ ਕੋਲ ਘੱਟ ਹੁੰਦਾ, ਨਹੀਂ ਤਾਂ ਆਲਮੋਸਟ ਸਾਡੇ ਕੋਲ ਪਲੈਂਟੀ ਆਫ ਸੋਲਰ ਜਿਹੜੀ ਲਾਈਟ ਆ ਉਹ ਸਾਡੇ ਕੋਲ ਹੁੰਦੀ ਆ। ਅਸੀਂ ਬਿਲਕੁਲ ਸੋਲਰ એનર્ਜੀ ਤੇ ਬਹੁਤ ਕੰਮ ਕਰ ਸਕਦੇ ਹਾਂ। ਇੰਨਾ ਈਜ਼ੀ ਹੈ ਨਹੀਂ, ਉਹ ਇੱਕ ਵੱਖਰੀ ਗੱਲ ਆ, ਉਹਦੇ ਲਈ ਥੋੜਾ ਟਾਈਮ ਲੱਗ ਸਕਦਾ। ਹਾਲਾਂਕਿ ਸਰਕਾਰ ਸਬਸਿਡਾਈਜ਼ਡ ਸੈਕਟਰ ਇਸ ਚੀਜ਼ ਨੂੰ ਬਣਾ ਰਹੀ ਆ, ਸੋਲਰ એનર્ਜੀ ਤੇ ਕੰਮ ਹੋ ਰਿਹਾ, ਪਰ ਜਿੰਨਾ ਹੋਣਾ ਚਾਹੀਦਾ ਓਨਾ ਉਹ ਨਹੀਂ ਹੋ ਰਿਹਾ। ਉਹਦੇ ਤੇ ਸਬਸਿਡੀ ਜਿਹੜੀ ਆ ਮਿਲਣੀ ਚਾਹੀਦੀ ਆ, ਸਬਸਿਡੀ ਨਹੀਂ ਵੀ ਮਿਲਣੀ ਚਾਹੀਦੀ। ਉਹਦੀ ਰਿਸਰਚ ਐਂਡ ਡਿਵੈਲਪਮੈਂਟ ਤੇ R&D ਦੇ ਉੱਤੇ ਸਰਕਾਰ ਨੂੰ ਵੱਡੇ ਪੱਧਰ ਤੇ ਕੰਮ ਕਰਨ ਦੀ ਲੋੜ ਆ। ਹਾਲੇ ਤੱਕ ਵੀ ਸਾਡੇ ਕੋਲ ਬਹੁਤੇ ਇਕਵਿਪਮੈਂਟ ਜਿਹੜੇ ਨੇ ਉਹ ਬਾਹਰੋਂ ਆ ਰਹੇ ਨੇ, ਇਸ ਕਰਕੇ ਵੀ ਉਹ ਮਹਿੰਗੇ ਨੇ। ਸੋ ਜਿਹੜੇ ਦੂਸਰੇ ਗੈਰ ਪਰੰਪਰਿਕ ਸੋਮੇ ਆ ਉਹਨਾਂ ਤੋਂ ਅਸੀਂ એનર્ਜੀ ਦਾ ਜੇ ਕੰਮ ਕਰੀਏ ਤੇ ਉਹਦੇ ਤੇ ਬਹੁਤ ਸਾਰਾ ਕੰਮ ਜਿਹੜਾ ਹੋ ਸਕਦਾ ਜੀ। ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ, ਇਹ ਜਿਹੜੀ ਅਖਾਣ ਆ, ਇਹ ਸਿੱਧੂ ਸਾਹਿਬ ਤੇ ਉਸ ਵੇਲੇ ਪੂਰਾ ਢੁਕਦਾ ਸੀ ਜਦੋਂ CM ਬਣੇ ਸੀ ਚਰਨਜੀਤ ਸਿੰਘ ਚੰਨੀ, ਤੇ ਜਿੱਥੇ ਵੀ ਜਾਂਦੇ ਸੀ ਸਿੱਧੂ ਸਾਹਿਬ ਨਾਲ ਜਾਂਦੇ ਸੀ। ਹੁਣ ਚੰਨੀ ਸਾਹਿਬ ਦੇ ਪੁੱਤ ਦਾ ਵਿਆਹ, ਸਿੱਧੂ ਸਾਹਿਬ ਉੱਥੇ ਨਜ਼ਰ ਨਹੀਂ ਆਏ, ਕੀ ਦਿਲਾਂ 'ਚ ਜ਼ਿਆਦਾ ਵਿੱਥ ਪੈ ਗਈ ਆ? ਤੁਸੀਂ ਮੁਹਾਵਰਾ ਵਰਤਿਆ, ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ, ਬਿਲਕੁਲ ਇਦਾਂ ਹੀ ਸੀ। ਉਹਦੀ ਵਜ੍ਹਾ ਇਹ ਵੀ ਸੀ ਕਿ ਕੈਪਟਨ ਸਾਹਿਬ ਜਦੋਂ ਬਰਖਾਸਤ ਹੁੰਦੇ ਆ ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਜਾਂ ਦੂਜੇ ਹਫ਼ਤੇ ਸ਼ੁਰੂ ਦੇ ਵਿੱਚ, ਉਦੋਂ ਸਭ ਤੋਂ ਵੱਡਾ ਚਿਹਰਾ ਨਵਜੋਤ ਸਿੰਘ ਸਿੱਧੂ ਹੀ ਸੀ। ਉਸ ਤੋਂ ਬਾਅਦ 'ਚ ਇੱਥੇ ਬਹੁਤ ਸਾਰੇ ਚਿਹਰਿਆਂ ਦਾ ਆਗਮਨ ਹੋਇਆ। ਚੰਨੀ ਸਾਹਿਬ ਦਾ ਨਾਂ ਲੈਣ ਤੋਂ ਪਹਿਲਾਂ 4-5 ਨਾਮ ਹੋਰ ਲਏ ਜਾਂਦੇ ਸੀ ਮੁੱਖ ਮੰਤਰੀ ਦੇ ਤੌਰ 'ਤੇ। ਬਹੁਤ ਸਾਰੇ ਲੋਕ ਜਾਂ ਅਸੀਂ ਵੀ ਕਿਤੇ ਸੋਚਦੇ ਸੀ ਕਿ ਸਿੱਧੂ ਸਾਹਿਬ ਨੂੰ ਹੀ ਕਮਾਂਡ ਹੱਥ 'ਚ ਲੈਣੀ ਚਾਹੀਦੀ ਹੈ, ਪਰ ਉਹਨਾਂ ਨੇ ਲਈ ਨਹੀਂ ਜਾਂ ਉਹਨਾਂ ਨੂੰ ਦਿੱਤੀ ਨਹੀਂ। ਉਹ ਤਾਂ ਹੁਣ ਅੰਦਰ ਦੀਆਂ ਗੱਲਾਂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਹੀ ਦੱਸ ਸਕਦੇ ਨੇ, ਜਾਂ ਨਵਜੋਤ ਸਿੰਘ ਸਿੱਧੂ ਦੱਸ ਸਕਦੇ ਨੇ, ਜਿਨ੍ਹਾਂ ਨੇ ਬਹੁਤ ਬਾਅਦ 'ਚ ਦੱਸਿਆ ਸੀ ਕਿ ਜਦੋਂ ਮੈਂ ਪਿਛਲੀ ਵਾਰ ਕੇਜਰੀਵਾਲ ਨੂੰ ਮਿਲਿਆ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਪ੍ਰਚਾਰ ਤੁਸੀਂ ਕਰੋ, ਸਰਕਾਰ ਸਾਡੀ ਬਣ ਜਾਏਗੀ, ਤੁਹਾਡੀ ਵਾਈਫ ਨੂੰ ਮੰਤਰੀ ਬਣਾ ਦਿਆਂਗੇ ਤੇ ਤੁਸੀਂ ਆਪਣੇ ਕੰਮ ਕਰਿਓ। ਹੋ ਸਕਦਾ ਹੁਣ ਦੀ ਕਾਂਗਰਸ ਹਾਈ ਕਮਾਂਡ ਵੀ ਇਹੀ ਸੋਚਦੀ ਹੋਵੇ ਕਿ ਸਰਕਾਰ ਸਾਡੀ ਬਣਾ ਦਿਓ ਤਾਂ ਤੁਸੀਂ ਆਪਣੇ ਕੰਮ ਕਰਿਓ। ਤੇ ਉਹਨਾਂ ਨੇ ਇੱਕ ਹੋਰ ਪੱਤਾ ਖੇਲ ਕੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ। ਤੇ 2 ਦਿਨਾਂ ਦੇ ਵਿੱਚ ਹੀ ਇੱਕ ਚੰਡੀਗੜ੍ਹ ਤੋਂ ਦਿੱਲੀ ਜਾਂਦਿਆਂ ਜੈਟ ਦੀ ਸਵਾਰੀ ਸੀ, ਉਹ ਦੂਸਰੇ ਦਿਨ ਜਦੋਂ ਵਾਪਸ ਅੰਮ੍ਰਿਤਸਰ ਆਉਂਦੇ ਆ ਤੇ ਉਹ ਚਾਹ ਪੀਣ ਦੀ ਗੱਲ ਸੀ, ਤੇ ਚੰਨੀ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਸੁਪਰ CM ਕਿਹਾ ਜਾਣ ਲੱਗਿਆ ਸੀ। ਮੀਡੀਆ ਹਲਕਿਆਂ ਦੇ ਵਿੱਚ ਜਿਹੜੀ ਗੱਲ ਸੀ ਬਹੁਤ ਤੇਜ਼ੀ ਨਾਲ ਸਾਹਮਣੇ ਆਈ ਸੀ। ਫਿਰ ਕੁਝ ਦਿਨਾਂ ਬਾਅਦ ਹੀ ਹਾਲਾਤ ਇਸ ਗੱਲ ਤੱਕ ਪਹੁੰਚ ਗਏ ਕਿ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ, ਜਿਹੜਾ ਹਾਲੇ ਵੀ ਉੱਥੇ ਹੀ ਪਿਆ। ਹੁਣ ਜਦੋਂ ਲਖੀਮਪੁਰ ਜਾਣਾ ਸੀਗਾ, ਲਖੀਮਪੁਰ ਵਾਲੀ ਘਟਨਾ ਤੋਂ ਬਾਅਦ ਇਹਨਾਂ ਨੇ ਪ੍ਰਦਰਸ਼ਨ ਕਰਨ ਦੀ ਗੱਲ ਕੀਤੀ ਸੀ, ਪਹਿਲਾਂ ਪੈਦਲ ਮਾਰਚ ਦੀ ਗੱਲ ਕੀਤੀ ਸੀ, ਬਾਅਦ ਵਿੱਚ ਬਾਈ ਕਾਰ ਉੱਥੇ ਪਹੁੰਚੇ। ਉਹ ਜਾਣ ਤੋਂ ਬਿਲਕੁਲ ਜਦੋਂ ਯਾਤਰਾ ਸ਼ੁਰੂ ਹੋਣੀ ਸੀ ਉਦੋਂ ਇੱਕ ਘਟਨਾਕ੍ਰਮ ਹੋਇਆ ਜਿਹਦੇ 'ਚ ਸਿੱਧੂ ਸਾਹਿਬ ਕੁਝ ਬੋਲਦੇ ਸੁਣੇ ਗਏ। ਉਸ ਤੋਂ ਬਾਅਦ ਉਹਨਾਂ ਨੇ ਉੱਥੇ ਜਾ ਕੇ ਮੌਨ ਵਰਤ ਰੱਖ ਲਿਆ ਤੇ ਬਹੁਤ ਸਾਰੇ MLAs ਜਾਂ ਜਿਹੜੇ ਲੀਡਰਸ ਨੇ ਉੱਥੇ ਵਿਆਹ ਤੇ ਪਹੁੰਚੇ, ਪਰ ਸਿੱਧੂ ਸਾਹਿਬ ਉੱਥੇ ਪਹੁੰਚੇ ਨਹੀਂ। ਤੇ ਤੁਹਾਡੀ ਗੱਲ ਜਿਹੜੀ ਆ ਉਹ ਠੀਕ ਵੀ ਸਾਬਤ ਹੋ ਸਕਦੀ ਹੈ। ਨਹੀਂ, ਸੱਦਿਆ ਤੇ ਜ਼ਰੂਰ ਹੋਵੇਗਾ, ਹੋ ਸਕਦਾ ਨਾ ਸੱਦਿਆ ਹੋਵੇਗਾ, ਸਿੱਧੂ ਸਾਹਿਬ ਉੱਥੇ ਸੀ, ਕਾਰਡ ਤੇ ਪਹੁੰਚਿਆ ਹੋਵੇਗਾ ਜਾਂ ਨਹੀਂ ਪਹੁੰਚਿਆ ਹੋਵੇਗਾ, ਇੱਕ ਵੱਖਰਾ ਵਿਸ਼ਾ ਆ। ਪਰ ਹਾਂ, ਇਹ ਗੱਲ ਠੀਕ ਆ, ਸਿਆਸੀ ਹਲਕਿਆਂ ਦੇ ਵਿੱਚ ਇਹ ਗੱਲ ਦੇਖੀ ਜਾ ਰਹੀ ਆ ਕਿ ਉਹ ਉੱਥੇ ਪਹੁੰਚੇ ਨਹੀਂ। ਉਹਨਾਂ ਨੇ ਉੱਥੋਂ ਲਖੀਮਪੁਰ ਖੀਰੀ ਤੋਂ ਵਾਪਸ ਆ ਕੇ ਸਿੱਧੇ ਹੀ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਤੇ ਜਾਣਾ ਸਮਝਿਆ। ਉਹਨਾਂ ਦਾ ਕੁਝ ਉੱਥੇ ਧਾਰਮਿਕ ਅਕੀਦਾ ਹੋਵੇਗਾ, ਨਵਰਾਤਰਿਆਂ ਦੇ ਦਿਨ ਨੇ, ਸਾਰੇ ਲੋਕ ਜਾਂਦੇ ਨੇ ਮਾਤਾ ਦੀ ਪੂਜਾ ਲਈ ਜਾਂ ਜਿਵੇਂ ਉਹਨਾਂ ਦੇ ਧਾਰਮਿਕ ਵਿਸ਼ਵਾਸ ਨੇ। ਬੀਤੇ ਦਿਨੀ ਜਿਸ ਦਿਨ ਪਹਿਲਾ ਨਰਾਤਾ ਸ਼ੁਰੂ ਹੋਇਆ ਸੀ ਉਸ ਦਿਨ ਸੁਖਬੀਰ ਸਿੰਘ ਬਾਦਲ ਵੀ ਚਿੰਤਪੁਰਨੀ ਗਏ ਸੀ ਤੇ ਉਹਦੀ ਵੀ ਬੜੀ ਚਰਚਾ ਹੋ ਰਹੀ ਹੈ। ਇਹ ਬਿਲਕੁਲ ਇਹਦੀ ਪੂਰੀ ਚਰਚਾ ਛਿੜੀ ਹੋਈ ਆ ਕਿ ਕੀ ਇਹ ਸੋਸ਼ਲ ਪਾਰਟੀ ਆ, ਸਮਾਜਿਕ ਪਾਰਟੀ ਆ, ਧਾਰਮਿਕ ਪਾਰਟੀ ਆ ਜਾਂ ਰਾਜਨੀਤਿਕ ਪਾਰਟੀ। ਜੇਕਰ ਰਾਜਨੀਤੀ ਆ, ਜੇ ਰਾਜਨੀਤੀ ਕਰਦੀ ਆ ਸ਼੍ਰੋਮਣੀ ਅਕਾਲੀ ਦਲ, ਤੇ ਜਿੱਦਾਂ ਉਹਨਾਂ ਨੇ ਆਪਣੇ ਸੰਵਿਧਾਨ 'ਚ ਲਿਖਿਆ ਹੋਇਆ ਕਿ ਅਸੀਂ ਸੈਕੂਲਰ ਹਾਂ, ਹਾਲਾਂਕਿ ਸੈਕੂਲਰ ਹੋ ਕੇ ਵੀ ਤੁਸੀਂ ਇੱਕ ਦੂਸਰੀ ਜਗ੍ਹਾ ਦੇ ਉੱਤੇ ਮੱਥਾ ਟੇਕਣ ਜਾ ਸਕਦੇ ਆ, ਸਾਰੀ ਜਗ੍ਹਾ ਹੀ ਜਾ ਸਕਦੇ ਆ। ਪਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਚਾਹੁੰਦੇ ਨੇ ਤੇ ਫਿਰ ਉਹ ਕਹਿੰਦੇ ਨੇ ਕਿ ਅਸੀਂ ਪੰਥਕ ਪਾਰਟੀ ਹਾਂ। ਸੋ ਬਹੁਤ ਸਾਰੇ ਵਿਦਵਾਨ ਉਹਦੇ ਬਾਰੇ ਵੀ ਗੱਲਾਂ ਕਰਦੇ ਨੇ, ਪਰ ਅਸੀਂ ਵਾਪਸ ਉਸੇ ਮੁੱਦੇ ਤੇ ਆਈਏ ਕਿ ਨਵਜੋਤ ਸਿੰਘ ਸਿੱਧੂ
ਚੰਨੀ ਸਾਹਿਬ ਦੇ ਵਿਆਹ ਤੇ ਚੰਨੀ ਸਾਹਿਬ ਦੇ ਬੇਟੇ ਦੇ ਵਿਆਹ ਤੇ ਨਜ਼ਰ ਨਹੀਂ ਆਏ। ਇਸ ਗੱਲ ਦੀ ਚਰਚਾ ਜਿਹੜੀ ਆ ਉਹ ਜ਼ਰੂਰ ਛਿੜੀ ਹੋਈ ਆ। ਕੁਝ ਦਿਨਾਂ ਬਾਅਦ ਉਹ ਦੱਸ ਦੇਣਗੇ ਕਿ ਮੈਂ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ, ਕਿਉਂਕਿ ਜਲਦੀ ਹੀ ਉਹ ਫਿਰ ਇੱਕ ਵਾਰੀ ਇੱਕ ਪਲੇਟਫਾਰਮ ਤੇ ਵੀ ਇਕੱਠੇ ਹੋ ਜਾਂਦੇ ਨੇ। ਕਈ ਵਾਰ ਉਹ ਕੈਪਟਨ ਸਾਹਿਬ ਦੇ ਨਾਲ ਬੋਲ ਕੇ ਬਾਅਦ ਵਿੱਚ ਸਿਸਮਾ ਫਾਰਮ ਤੇ ਬੈਠ ਕੇ ਚਾਹ ਵੀ ਪੀ ਲੈਂਦੇ ਨੇ। ਰਾਜਨੀਤੀ ਆ, ਇੱਥੇ ਬਹੁਤ ਕੁਝ ਜਿਹੜਾ ਆ ਉਹ ਚੱਲਦਾ ਰਹਿੰਦਾ। ਤੁਸੀਂ ਗੱਲ ਸਿੱਧੂ ਸਾਹਿਬ ਦੇ ਮੌਨ ਵਰਤ ਦੀ ਤੇ ਸੁਖਬੀਰ ਸਿੰਘ ਬਾਦਲ ਦੀ ਕੀਤੀ ਆ। ਤੇ ਸੁਖਬੀਰ ਸਿੰਘ ਬਾਦਲ ਕਹਿੰਦੇ ਸੀ ਸਿੱਧੂ ਦੇ ਮੌਨ ਵਰਤ ਤੇ ਵੀ ਰਾਤ ਦੀ ਰੋਟੀ ਖਾ ਕੇ ਇਹਨੇ ਵਰਤ ਰੱਖ ਲਿਆ ਤੇ ਸਵੇਰ ਦੀ ਖਾਣ ਤੋਂ ਪਹਿਲਾਂ ਇਹਨੇ ਤੋੜ ਲਿਆ। ਇਹ ਬੜਾ ਵੱਡਾ ਸਿਆਸੀ ਡਰਾਮਾ ਖੇਡਿਆ ਇਹਨੇ। ਦੇਖੋ, ਜੇ ਚਾਹੇ ਤੇ ਉਹਨਾਂ ਨੇ ਉਹ ਡਰਾਮਾ ਖੇਡਿਆ ਤੇ ਚਾਹੇ ਉਹਨਾਂ ਦੀ ਉੱਥੇ ਉਸ ਚੀਜ਼ ਦੀ ਲੋੜ ਸੀ। ਮੈਨੂੰ ਨਿੱਜੀ ਤੌਰ ਤੇ ਇਦਾਂ ਲੱਗਦਾ ਕਿ ਜਿਹੜੀਆਂ ਉਹਨਾਂ ਦੇ ਮੂੰਹੋਂ ਦੋ ਗੱਲਾਂ ਉੱਥੇ ਨਿਕਲ ਗਈਆਂ ਸੀ, ਜੀ ਮੈਂ ਅੱਜ ਵੀ ਇਹ ਕਹੂੰਗਾ ਕਿ ਉਹਨਾਂ ਨੇ ਉਹ ਸੁਭਾਵਕ ਪੰਜਾਬੀ ਸੁਭਾਅ ਦੇ ਅਨੁਸਾਰ, ਅਸੀਂ ਕਈ ਵਾਰ ਕਹਿੰਦੇ ਆ ਕਿ ਗਾਲਾਂ ਤੇ ਸਾਡੇ ਸੁਭਾਅ ਦੇ ਵਿੱਚ ਉਹ ਜਿਹੜੇ ਨੇ ਸਲੈਂਗ ਇਦਾਂ ਹੀ ਨਿਕਲ ਜਾਂਦੇ ਨੇ। ਅਸੀਂ ਹਰ ਗੱਲ ਕਰਨ ਤੋਂ ਪਹਿਲਾਂ ਕਰ ਲੈਂਦੇ ਤੇ ਬਾਅਦ ਵਿੱਚ ਵੀ ਕੱਢ ਲੈਂਦੇ। ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਚੰਗੀ ਗੱਲ ਆ, ਬਿਲਕੁਲ ਭੱਦੀ ਸ਼ਬਦਾਵਲੀ ਜਿਹੜੀ ਆ ਉਹ ਨਹੀਂ ਵਰਤੀ ਜਾਣੀ ਚਾਹੀਦੀ। ਪਰ ਕਿਉਂ ਜੋ ਉਹਨਾਂ ਕੋਲੋਂ ਵਰਤੀ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਮੌਨ ਵਰਤ ਰੱਖਣਾ ਸੀ ਉਹ ਉਸ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਬਹੁਤ ਜ਼ਰੂਰੀ ਸੀ। ਉਹਨੇ ਉਸ ਗੱਲ ਨੂੰ ਠੰਡਿਆਂ ਜ਼ਰੂਰ ਪਾਇਆ। ਹਾਲਾਂਕਿ ਸਾਡੇ ਵਰਗੇ ਲੋਕ ਉਸ ਗੱਲ ਨੂੰ ਰਿੜਕਦੇ ਜ਼ਰੂਰ ਰਹਿਣਗੇ, ਪਰ ਉਹਨੇ ਉਸ ਗੱਲ ਨੂੰ ਸ਼ਾਂਤ ਜ਼ਰੂਰ ਕੀਤਾ। ਤੇ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਉਹਨਾਂ ਨੇ ਰਾਤ ਨੂੰ ਵਰਤ ਰੱਖਿਆ ਤੇ ਸਵੇਰੇ ਤੋੜ ਲਿਆ। ਤੇ ਸਵੇਰ ਦੇ ਖਾਣੇ ਨੂੰ ਅਸੀਂ ਬ੍ਰੇਕਫਾਸਟ ਹੀ ਕਹਿੰਦੇ। ਉਹਦਾ ਮਸਲਾ ਇਹੀ ਹੁੰਦਾ ਕਿ ਜਿਹੜਾ ਰਾਤ ਨੂੰ ਵਰਤ ਰੱਖਿਆ ਸੀ ਉਹਨੂੰ ਸਵੇਰੇ ਬ੍ਰੇਕ ਕਰਤਾ। ਜੀ, ਇਸ ਵੇਲੇ ਵਕਤ ਇੱਕ ਛੋਟੀ ਜਿਹੀ ਬ੍ਰੇਕ ਦਾ ਆ, ਪਰ ਬ੍ਰੇਕ ਤੋਂ ਵਾਪਸ ਆ ਕੇ ਤੁਹਾਨੂੰ ਦੱਸਾਂਗੇ ਕਿ ਹਰੀਸ਼ ਰਾਵਤ ਕੈਪਟਨ ਅਮਰਿੰਦਰ ਸਿੰਘ ਨੂੰ ਫਿਰ ਕਾਂਗਰਸ ਚ ਆਉਣ ਦਾ ਸੱਦਾ ਦੇ ਰਹੇ ਨੇ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਚੰਨੀ ਸਾਹਿਬ ਲੱਗਦਾ ਡਿਊਟੀ ਇਜ਼ ਬਿਊਟੀ ਦੀ ਤਰਜ਼ ਤੇ ਕੰਮ ਕਰ ਰਹੇ ਨੇ। ਕੱਲ ਪੁੱਤ ਵਿਆਹਿਆ ਤੇ ਅੱਜ ਕੈਬਨਿਟ ਦੀ ਮੀਟਿੰਗ ਕਰਤੀ। ਕੀ ਕੁਝ ਸ਼ਗਨ ਸ਼ੁਗਨ ਪਾ ਕੇ ਗਏ ਨੇ ਪੰਜਾਬੀਆਂ ਨੂੰ? ਬਿਲਕੁਲ ਜੀ, ਕੱਲ ਮੁੱਖ ਮੰਤਰੀ ਸਾਹਿਬ ਦੇ ਪੁੱਤਰ ਦਾ ਵਿਆਹ ਸੀ ਤੇ ਪੰਜਾਬ 'ਚ ਇਸ ਗੱਲ ਦੀ ਚਰਚਾ ਹੋ ਰਹੀ ਆ ਕਿ ਉਹਨਾਂ ਨੇ ਗੱਡੀ ਆਪ ਚਲਾਈ ਤੇ ਗੁਰਦੁਆਰੇ ਦੇ ਵਿੱਚ ਪੰਗਤ 'ਚ ਬੈਠ ਕੇ ਲੰਗਰ ਛਕਿਆ। ਸਾਦੇ ਵਿਆਹ ਦੀ ਨੋ ਡਾਊਟ ਬਹੁਤ ਚਰਚਾ ਹੈ, ਸਾਦਾ ਕਰਨ ਦੀ ਕੋਸ਼ਿਸ਼ ਰੱਖੀ ਗਈ। ਸ਼ਗਨ ਨਹੀਂ, ਕਿਸੇ ਨੇ ਕਿਸੇ ਤੋਂ ਵੀ ਸ਼ਗਨ ਜਾਂ ਗਿਫਟ ਜਿਹੜੇ ਆ ਉਹ ਸਵੀਕਾਰ ਨਹੀਂ ਕੀਤੇ। ਇਹ ਬਹੁਤ ਚੰਗੀ ਗੱਲ ਆ ਤੇ ਇਹੋ ਜਿਹੀਆਂ ਜਿਹੜੀਆਂ ਪਿਰਤ ਆ ਉਹ ਪੈਣੀਆਂ ਚਾਹੀਦੀਆਂ। ਉਹਦਾ ਬਹੁਤ ਇੱਕ ਚੰਗਾ ਸੁਨੇਹਾ ਜਾਂਦਾ। ਜਦੋਂ ਅਸੀਂ ਵੱਡੇ ਵੱਡੇ ਵਿਆਹ ਦੇਖਦੇ ਹਾਂ ਤੇ ਜਦੋਂ ਅਸੀਂ ਕਿਸੇ ਦੇ ਵੀ ਜਾਈਏ ਤਾਂ ਫਿਰ ਵੀ ਇੱਕ ਮਨ 'ਚ ਆਉਂਦੀ ਆ ਕਿ ਯਾਰ ਵਿਆਹ ਇਦਾਂ ਕਰਨਾ ਚਾਹੀਦਾ, ਜਾਂ ਇੰਨੇ ਪੈਸੇ ਸਾਨੂੰ ਸਾਡੇ ਕੋਲ ਹੋਣ ਤੇ ਅਸੀਂ ਵੀ ਖਰਚ ਕਰੀਏ। ਤੇ ਆਮ ਲੋਕ ਉਸ ਕੇਸ ਦੇ ਵਿੱਚ ਬਹੁਤ ਵਾਰ ਕਰਜ਼ ਲੈਂਦੇ ਆ ਜਾਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਨੇ। ਇੱਕ ਚੰਗੀ ਗੱਲ ਕੀਤੀ ਉਹਨਾਂ ਨੇ। ਜਿਹੜੀ ਕੈਬਨਿਟ ਦੀ ਮੀਟਿੰਗ ਸੀ ਉਹਦੇ ਵਿੱਚ ਉਹਨਾਂ ਚੰਗਾ ਕੁਝ ਨਿਕਲ ਕੇ ਆਇਆ ਨਹੀਂ। ਜੁਲਾਈ ਅਗਸਤ ਜਦੋਂ ਵਾਪਸ ਚਲੇ ਜਾਈਏ, ਜਦੋਂ ਕੈਪਟਨ ਸਾਹਿਬ ਦਿੱਲੀ ਦੇ ਚੱਕਰ ਮਾਰ ਰਹੇ ਸੀ ਤੇ ਜਿਹੜੇ 18 ਨੁਕਤਿਆਂ ਦੀ ਗੱਲ ਹੁੰਦੀ ਸੀ ਉਹਦੇ ਚੋਂ ਕੋਈ ਵੀ ਕੈਬਨਿਟ ਦੇ ਵਿੱਚ ਉਹਦਾ ਕੋਈ ਸਾਹਮਣੇ ਹੱਲ ਨਿਕਲ ਕੇ ਨਹੀਂ ਆਇਆ। ਦੋ ਗੱਲਾਂ ਕੀਤੀਆਂ ਜਿਹੜੀਆਂ ਪਹਿਲਾਂ ਵੀ ਹੋ ਚੁੱਕੀਆਂ ਸੀ, ਉਹੀ ਦੁਬਾਰਾ ਜਿਹੜੀਆਂ ਹੋਈਆਂ। NRIs ਲੋਕਾਂ ਦੀਆਂ ਜ਼ਮੀਨਾਂ ਇੱਥੇ ਜਿਹੜੀਆਂ ਆ ਉਹਨਾਂ ਨੂੰ ਬਚਾਉਣ ਲਈ ਕੋਈ ਕਾਨੂੰਨ ਬਣਾਵਾਂਗੇ। ਕਾਨੂੰਨ ਮੈਨੂੰ ਲੱਗਦਾ ਇੱਥੇ ਪਹਿਲਾਂ ਵੀ ਬਥੇਰੇ ਨੇ। NRI ਮਾਮਲਿਆਂ ਬਾਰੇ ਪੁਲਿਸ ਦੇ ਵਿੱਚ ਵੀ ਵੱਖਰੇ ਸੈੱਲ ਨੇ। NRI ਮਾਮਲਿਆਂ ਦੇ ਮੰਤਰੀ ਵੀ ਪ੍ਰਗਟ ਸਿੰਘ ਨੂੰ ਬਣਾਇਆ ਹੋਇਆ, ਉਹਨਾਂ ਨੂੰ ਵਿਭਾਗ ਵੀ ਦਿੱਤਾ ਹੋਇਆ। ਪਰ ਜੋ ਕੁਝ NRIs ਦੀਆਂ ਸਮੱਸਿਆਵਾਂ ਨਾਲ ਹੋ ਰਿਹਾ, NRI ਸਭਾਵਾਂ ਇੱਥੇ ਬਣੀਆਂ ਹੋਈਆਂ, ਉਹਨਾਂ ਦੇ ਜੋ ਹਾਲਾਤ ਨੇ ਉਹ ਸਾਡੇ ਤੋਂ ਕੋਈ ਛੁਪੇ ਹੋਏ ਨਹੀਂ। ਤੇ ਦੂਸਰੀ ਗੱਲ ਜਿਹੜੀ ਕੀਤੀ 2 ਕਿਲੋਵਾਟ ਤੱਕ ਦੀ ਬਿਜਲੀ ਦੀ ਮਾਫ ਦੀ, ਇਹ ਜਿੱਦਣ ਦੇ ਬਣਿਆ ਉਦਣ ਦੀ ਇਹੀ ਗੱਲ ਕਰੀ ਜਾਂਦੇ ਨੇ। ਮਹੀਨਾ ਹੋਣ ਨੂੰ ਆ ਗਿਆ ਤੇ ਵਿੱਚੋਂ ਨਿਕਲਿਆ ਹਾਲੇ ਤੱਕ ਉਹੀ 1-2 ਕਿਲੋਵਾਟ ਦੀ ਗੱਲ ਹੈ। ਤੇ ਜਿਹੜਾ ਹੁਣ ਬਿਜਲੀ ਸੰਕਟ ਚੱਲ ਰਿਹਾ ਉਹਦੇ ਬਾਰੇ ਕੁਝ ਨਹੀਂ ਕਿਹਾ? ਉਹਦੇ ਬਾਰੇ ਉਹਨਾਂ ਨੇ ਕਿਹਾ ਕਿ ਮੈਂ ਕੋਲਾ ਮੰਤਰੀ ਨੂੰ ਚਿੱਠੀ ਲਿਖੀ ਆ ਜਾਂ ਚਿੱਠੀ ਲਿਖਾਂਗਾ ਤੇ ਉਹਨਾਂ ਨਾਲ ਇੱਕ ਮੁਲਾਕਾਤ ਵੀ ਕਰਾਂਗਾ। ਪੰਜਾਬ 'ਚ ਅਸੀਂ ਬਲੈਕ ਆਊਟ ਜਿਹੜਾ ਆ ਉਹ ਨਹੀਂ ਹੋਣ ਦਿਆਂਗੇ। ਬਲੈਕ ਆਊਟ ਦਾ ਮਸਲਾ ਇਹ ਆ ਕਿ ਬਿਜਲੀ ਚੱਲ ਜਾਏ ਤੇ ਪਤਾ ਨਾ ਹੋਵੇ ਕਦੋਂ ਆਉਣੀ ਹੈ। ਤੇ ਹੁਣ ਵੀ ਤੇ ਬਲੈਕ ਆਊਟ ਹੀ ਆ, 12-12 ਘੰਟੇ ਦੇ 15-15 ਘੰਟੇ ਦੇ ਕੱਟ ਤੇ ਲੱਗ ਰਹੇ ਨੇ। ਇਹ ਜੋ ਨਹੀਂ ਹੋਣ ਦੇਣਾ ਉਹ ਕੀ ਆ ਉਹ ਇਹਨਾਂ ਨੂੰ ਪਤਾ ਹੋਵੇਗਾ। ਜਿਹੜੀਆਂ ਗੱਲਾਂ ਬਿਜਲੀ ਸਮਝੌਤਿਆਂ ਦੀ ਜਿਹੜੀ ਗੱਲ ਆ ਉਹਦੇ ਤੇ ਹਾਲੇ ਵੀ ਮਸਲਾ ਉੱਥੇ ਦਾ ਉੱਥੇ ਹੀ ਹੈ। ਬੇਅਦਬੀ ਕਾਂਡ ਵਾਲੇ ਮਸਲੇ ਨੂੰ ਲੈ ਕੇ ਦੇਖ ਲਓ, ਮਸਲਾ ਉੱਥੇ ਦਾ ਉੱਥੇ ਹੀ ਹੈ। ਡਰੱਗ ਕਾਂਡ ਦੀ ਜਿਹੜੀ ਰਿਪੋਰਟ ਆ ਉਹਦੇ ਤੇ ਹਾਈ ਕੋਰਟ ਦੇ ਵਿੱਚ ਕੇਸ ਪੈਂਡਿੰਗ ਪਿਆ ਤੇ ਉੱਤੇ ਕੁਝ ਨਹੀਂ ਹੋ ਰਿਹਾ। ਤਰੀਕ ਪੈ ਜਾਂਦੀ ਆ ਤੇ ਇਹ ਚੁੱਪ ਕਰਕੇ ਬਹਿੰਦੇ ਨੇ। ਮਾਨਯੋਗ ਹਾਈ ਕੋਰਟ ਸਾਫ਼-ਸਾਫ਼ ਸ਼ਬਦਾਂ 'ਚ ਕਹਿ ਚੁੱਕਿਆ ਕਿ ਅਸੀਂ ਕਿਸੇ ਜਾਂਚ ਨੂੰ ਰੋਕਿਆ ਨਹੀਂ ਹੋਇਆ। ਸਾਡੇ ਕੋਲ ਤੁਹਾਡੀ ਇੱਕ ਰਿਪੋਰਟ ਪਈ ਆ, ਉਹ ਇੱਕ ਵੱਖਰਾ ਵਿਸ਼ਾ ਆ, ਤੁਸੀਂ ਆਪਣੇ ਲੈਵਲ ਤੇ ਜੋ ਮਰਜ਼ੀ ਕਰੋ, ਪਰ ਉਹਦੇ ਤੇ ਕੋਈ ਵੀ ਕੁਝ ਨਹੀਂ ਕਰ ਰਿਹਾ।
ਇੱਕ ਐਡਵੋਕੇਟ ਸਾਹਿਬ ਨੂੰ ਉਹਦੇ 'ਚ ਡਿਊਟੀ ਲਾਈ ਸੀ ਵੱਖਰੇ ਤੌਰ ਤੇ ਡਰੱਗ ਵਾਲੇ ਕੇਸ ਦੇ ਵਿੱਚ, ਤੇ ਉਹਨਾਂ ਨੇ ਵੀ ਕਹਿਤਾ ਕਿ ਕਿਉਂਕਿ ਜਾਂਚ ਹਾਈ ਕੋਰਟ ਕੋਲ ਹੈ ਤੇ ਅਸੀਂ ਜੇ ਉਹਦੇ 'ਚ ਕਰੀਏ ਤੇ ਉਹ ਨੈਤਿਕ ਤੌਰ ਤੇ ਗੱਲ ਠੀਕ ਨਹੀਂ ਜੀ। ਯਾਰ ਕਾਦੀ ਨੈਤਿਕਤਾ ਹੈ ਜਦੋਂ ਕੋਰਟ ਕਹਿੰਦੀ ਹੈ ਕਿ ਇਹ ਮਸਲਾ ਤੁਸੀਂ ਸਰਕਾਰ ਦਾ ਆ, ਸਰਕਾਰ ਉਹਦੇ 'ਚ ਜਾਂਚ ਕਰ ਸਕਦੀ ਆ। ਨੈਤਿਕਤਾ ਇਸ ਗੱਲ ਦੇ ਵਿੱਚ ਆ ਕਿ ਜਾਂਚ ਹੋਣੀ ਚਾਹੀਦੀ ਹੈ ਕਿ ਨੈਤਿਕਤਾ ਇਸ ਗੱਲ 'ਚ ਆ ਕਿ ਜਾਂਚ ਨਹੀਂ ਹੋਣੀ ਚਾਹੀਦੀ। ਸੋ ਇਹ ਜਿਹੜੇ ਮਸਲੇ ਨੇ ਉਹ ਉਵੇਂ ਦੇ ਉਵੇਂ ਨੇ, ਲੋਕ ਇਹਨਾਂ ਵੱਲ ਦੇਖ ਰਹੇ ਨੇ, ਸਮਾਂ ਬਹੁਤ ਥੋੜਾ ਆ ਜੀ। ਚੰਨੀ ਸਾਹਿਬ ਵੀ ਹੁਣ ਉਸੇ ਕੇਸ ਦੇ ਵਿੱਚ ਰੁੜ ਗਏ ਨੇ, ਉਸੇ ਗੱਲ ਦੇ ਵਿੱਚ ਆ ਗਏ ਨੇ ਕਿ ਹੌਲੀ ਹੌਲੀ ਕੰਮ ਕਰੀਏ, ਕੁਝ ਆਪਣੀ ਭੱਲ ਬਣਾਈਏ ਤੇ ਅਗਲੀ ਵਾਰ ਸਰਕਾਰ ਵੀ ਬਣਾਈਏ ਜੀ। ਜੇਕਰ ਇਹਨਾਂ ਮੁੱਦਿਆਂ ਤੇ ਕੋਈ ਠੋਸ ਕਦਮ ਨਹੀਂ ਉੱਠ ਹੁੰਦੇ, ਜੇਕਰ ਕੋਈ ਹੱਲ ਠੋਸ ਨਹੀਂ ਨਿਕਲਦੇ, ਜੇਕਰ ਲੋਕਾਂ ਦੀ 4.5 ਸਾਲ ਦੀ ਇੱਕ ਜਿਹੜੀ ਬਰਫ਼ ਜੰਮੀ ਹੋਈ ਆ, ਤੁਹਾਡੇ ਤੇ ਵਿਸ਼ਵਾਸ ਜਿਹੜਾ ਟੁੱਟਿਆ ਹੋਇਆ, ਜੇ ਤੁਸੀਂ ਉਹਦਾ ਹੱਲ ਨਹੀਂ ਕਰਦੇ ਤੇ ਅਗਲੀ ਵਾਰ ਵੋਟਾਂ ਨਹੀਂ ਜੇ ਪੈਣੀਆਂ ਜੀ। ਤੇ ਹੋਰ ਜਿੰਨੇ ਮੁੱਦੇ ਨੇ, ਚਾਹੇ ਉਹ ਬੇਰੁਜ਼ਗਾਰੀ ਦਾ ਹੈ, ਚਾਹੇ ਉਹ ਜਿੰਨੇ ਵੀ ਸਰਕਾਰੀ ਡਿਪਾਰਟਮੈਂਟ ਤੁਹਾਡੇ ਕੋਲ ਮਸਲੇ ਰੱਖ ਕੇ ਬੈਠੇ ਨੇ ਉਹਨਾਂ ਦਾ ਆ, ਕੈਬਨਿਟ ਦੇ ਵਿੱਚ ਉਹਨਾਂ 'ਚ ਕਿਸੇ ਦਾ ਵੀ ਜ਼ਿਕਰ ਜਿਹੜਾ ਉਹ ਨਹੀਂ ਹੋਇਆ। ਇਹ ਗੱਲ ਤੇ ਬਿੱਟੂ ਸਾਹਿਬ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਸੀ ਵੀ ਲੋਕਾਂ ਕੋਲ ਕਿਹੜਾ ਮੂੰਹ ਲੈ ਕੇ ਜਾਣਾ, ਤੇ ਫਿਰ ਸਿੱਧੂ ਸਾਹਿਬ ਚੰਨੀ ਸਾਹਿਬ ਨੂੰ ਕਹਿੰਦੇ ਰਹੇ ਵੀ ਕਰ ਲਓ ਕੁਝ ਭਲਿਓ ਲੋਕੋ ਕਿਹੜਾ ਮੂੰਹ ਲੈ ਕੇ ਜਾਣਾ, ਪਰ ਇਹ ਸੱਤਾ ਦੀ ਲੜਾਈ 'ਚ ਕੁਝ ਜ਼ਿਆਦਾ ਉਲਝ ਗਏ ਨੇ। ਬਿਲਕੁਲ, ਪਹਿਲਾਂ ਤੇ ਲੱਗਦਾ ਸੀਗਾ ਕਿ ਵਿਆਹ 'ਚ ਉਲਝੇ ਹੋਏ ਨੇ, ਤੇ ਹੁਣ ਤੇ ਜੇ ਕੈਬਨਿਟ ਦੀ ਤੁਸੀਂ ਮੀਟਿੰਗ ਰੱਖੀ ਆ, ਤੁਸੀਂ ਆਪ ਵਿਆਹ 'ਚ ਸੀ, ਤੁਹਾਡਾ ਅਮਲਾ, ਤੁਹਾਡੇ ਆਫੀਸਰਸ, ਸੈਕਟਰੀਜ਼ ਨੇ, ਅੰਡਰ ਸੈਕਟਰੀਜ਼ ਨੇ, ਜੁਆਇੰਟ ਸੈਕਟਰੀਜ਼ ਨੇ, ਪੂਰੀ ਕੈਬਨਿਟ ਆ ਜੀ। ਵਿਆਹ ਇੱਕ ਚੰਗਾ ਮਸਲਾ ਆ, ਜ਼ਰੂਰੀ ਗੱਲ ਸੀ, ਫੈਮਿਲੀ ਦਾ ਫੰਕਸ਼ਨ ਸੀ, ਬੇਟੇ ਦਾ ਵਿਆਹ ਸੀ, ਉਹ ਜ਼ਰੂਰੀ ਆ, ਪਰ ਪੰਜਾਬ ਵੀ ਜ਼ਰੂਰੀ ਆ ਤੇ ਮੋਰੇ ਆਉਣ ਵਾਲਾ ਸਮਾਂ ਬਹੁਤ ਮਹੱਤਵਪੂਰਨ ਹੈ। ਤੇ ਵੱਡੀ ਗੱਲ ਇਹ ਆ ਕਿ ਸਮਾਂ 5 ਸਾਲ ਦਾ ਨਹੀਂ ਹੈਗਾ। ਇਦਾਂ ਨਾ ਸੋਚੋ ਕਿ ਜੇ ਸਰਕਾਰ ਬਦਲ ਵਿੱਚੇ ਮੁੱਖ ਮੰਤਰੀ ਬਦਲ ਜਾਏ ਤਾਂ ਉਹਨੂੰ ਪਹਿਲੇ ਦਿਨ ਤੋਂ ਦੁਬਾਰਾ 5 ਸਾਲ ਦਾ ਟਾਈਮ ਮਿਲਦਾ, ਸਮਾਂ ਤੇ ਮੋਰੇ 2 ਮਹੀਨਿਆਂ ਦਾ ਜੀ। ਤੇ ਦੂਸਰੀ ਗੱਲ ਇਹ ਆ, ਕੁਝ ਮੁੱਦੇ ਤਾਂ ਅਜਿਹੇ ਨੇ ਜਿਨ੍ਹਾਂ ਤੇ ਕੰਮ ਨਹੀਂ ਕੀਤਾ ਜਾ ਸਕਦਾ। ਨਵੀਆਂ ਭਰਤੀਆਂ ਨੇ, ਨਵੀਆਂ ਨੌਕਰੀਆਂ ਨੇ, ਕੁਝ ਡਿਪਾਰਟਮੈਂਟ ਦੇ ਵਿੱਚ ਫੇਰ ਬਦਲ ਨੇ, ਜਿੱਥੇ ਕੁਝ ਚੇਂਜਸ ਹੋਣੀਆਂ ਨੇ, ਉਹ ਤਾਂ ਮੁਸ਼ਕਲ ਗੱਲਾਂ ਨੇ, ਪਰ ਜਿਹੜੇ ਕੰਮ ਹੋ ਸਕਦੇ ਨੇ ਉਹਨਾਂ ਨੂੰ ਤਾਂ ਹੱਥ ਪਾਇਆ ਜਾਵੇ। ਪਰ ਹਾਲੇ ਕੁਝ ਕੀਤਾ ਜਾਂ ਕੀਤਾ ਜਾਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ, ਉਹ ਵੀ ਹਾਲੇ ਤੱਕ ਕੋਈ ਸਾਹਮਣੇ ਗੱਲ ਨਿੱਘਰ ਕੇ ਆ ਨਹੀਂ ਰਹੀ। ਜੇ ਗੱਲ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕਰੀਏ ਤੇ ਉਹ ਨਿਰੀਆਂ ਪੁਰੀਆਂ ਕੂੜਾ ਚੁੱਕ ਫੋਟੋਆਂ ਹੀ ਨਹੀਂ ਲਵਾ ਰਹੇ, ਲੱਗਦਾ ਕੁਝ ਕੰਮ ਵੀ ਕਰ ਰਹੇ ਨੇ। ਕੁਝ ਨਿੱਜੀ ਕੰਪਨੀਆਂ ਤੇ ਉਹਨਾਂ ਨੇ ਕੋਈ ਕਾਰਵਾਈ ਕੀਤੀ ਹੈ। ਦੇਖੋ, ਉਹ ਜਿਸ ਹਲਕੇ ਤੋਂ ਨੇ, ਗਿੱਦੜਬਾਹੇ ਤੋਂ, ਤੇ ਉਹੋ ਹੀ ਹਲਕਾ ਜਿਹੜਾ ਆ ਉਹਦੀ ਬਿਲਕੁਲ ਉਸੇ ਜ਼ਿਲ੍ਹੇ ਦੀ ਗੱਲਬਾਤ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਜੁੜੀ ਹੋਈ ਆ, ਸੁਖਬੀਰ ਸਿੰਘ ਬਾਦਲ ਨਾਲ ਵੀ ਜੁੜੀ ਹੋਈ ਆ, ਤੇ ਹੋਰ ਕਈ ਵੱਡੇ ਲੀਡਰਾਂ ਨਾਲ ਉਹਨਾਂ ਦੀ ਜਿਹੜੀ ਉੱਥੋਂ ਜੁੜਾਵ ਉੱਥੋਂ ਹੁੰਦਾ ਜੀ। ਬਠਿੰਡਾ ਵੀ ਨੇੜੇ ਆ ਤੇ ਮੁਕਤਸਰ ਵੀ ਨੇੜੇ ਆ, ਤੇ ਪੰਜਾਬ ਦੀ ਜਿਹੜੀ ਮਾਲਵੇ ਦੀ ਸਾਰੀ ਸਿਆਸਤ ਆ ਲਗਭਗ ਉਹ ਉੱਥੇ ਹੀ ਆ। ਹਾਲਾਂਕਿ ਪਟਿਆਲੇ 'ਚ ਵੀ ਬਹੁਤੀ ਸੀ, ਪਰ ਹੁਣ ਉਹ ਜਿਹੜਾ ਆ ਗ੍ਰਾਫ ਕਾਫੀ ਥੱਲੇ ਆ ਗਿਆ ਜੀ। ਤੇ ਉਹ ਕਈ ਵਾਰ ਉਹ ਵੀ ਬਿਆਨ ਦੇਣ ਵਾਲਿਆਂ 'ਚ ਵੀ ਸਾਹਮਣੇ ਰਹਿੰਦੇ ਨੇ, ਚਰਚਾ 'ਚ ਰਹਿਣ ਵਾਲਿਆਂ 'ਚ ਵੀ ਸਾਹਮਣੇ ਰਹਿੰਦੇ ਨੇ, ਤੇ ਉਹ ਵੀ ਕਈ ਵਾਰ ਕਹਿੰਦੇ ਸੀ ਕਿ ਕੋਈ ਵਿਭਾਗ ਮਿਲੇ ਸੀ ਫਿਰ ਮੈਂ ਕੰਮ ਕਰਕੇ ਦਿਖਾਵਾਂ। ਪਹਿਲੇ ਦਿਨ ਹੀ ਉਹਨਾਂ ਨੇ ਕਾਫੀ ਨੋਟੀਫਿਕੇਸ਼ਨਸ ਜਾਂ ਨੋਟਿਸ ਆਪਣੇ ਦਫ਼ਤਰਾਂ ਦੇ ਵਿੱਚ ਅਫਸਰਾਂ ਨੂੰ ਦਿੱਤੇ ਸੀ ਕਿ ਸਫਾਈ ਜਿਹੜੀ ਹੋਣੀ ਚਾਹੀਦੀ ਆ, ਗੈਰ ਜਿਹੜੇ ਕਬਜ਼ੇ ਹੋਏ ਨੇ ਗੈਰ ਕਾਨੂੰਨੀ, ਉਹ ਸਾਰੇ ਉਠਾਏ ਜਾਣੇ ਚਾਹੀਦੇ ਨੇ। ਪਹਿਲੇ ਦਿਨਾਂ ਦੇ ਵਿੱਚ ਸ਼ੁਰੂ ਦੇ ਵਿੱਚ ਦੇਖਿਆ ਵੀ ਸੀ ਕਿ ਬਠਿੰਡੇ ਬੱਸ ਅੱਡੇ ਤੋਂ ਹੀ ਕਿਸੇ ਪ੍ਰਾਈਵੇਟ ਕੰਪਨੀ ਦਾ ਜਿਹੜਾ ਇੱਕ ਖੋਖਾ ਜਿਹੜਾ ਰੱਖਿਆ ਸੀ, ਉਹਨਾਂ ਨੇ ਬੁਕਿੰਗ ਵਗੈਰਾ ਕਾਊਂਟਰ ਬਣਾਇਆ ਸੀ, ਉਹ ਚੁੱਕ ਕੇ ਬਾਹਰ ਕਰ ਦਿੱਤਾ ਗਿਆ ਸੀ। ਤੇ ਉਸ ਦਿਨ ਹਾਸੋਹੀਣੀ ਵੀ ਹੋਈ ਸੀ ਕਿ ਖੋਖੇ ਚੱਕਣ ਨਾਲ ਗੱਲ ਨਹੀਂ ਬਣਨੀ, ਕੰਮ ਕੋਈ ਵੱਡੇ ਕਰਨੇ ਪੈਣਗੇ ਜੀ। ਉਸ ਤੋਂ ਬਾਅਦ ਲੁਧਿਆਣੇ ਬੱਸ ਅੱਡੇ ਇੱਕ ਦਿਨ ਸਵੇਰੇ ਪਹੁੰਚੇ ਸੀ, ਤੇ ਉੱਥੋਂ ਜਿਹੜੀ ਆ ਸਫਾਈ ਜਿਹੜੀ ਤੁਸੀਂ ਕਹਿੰਦੇ ਆ ਫੋਟੋਆਂ ਖਿੱਚਣ ਦੀ ਗੱਲ ਸੀ, ਸਫਾਈ ਕਰਾਉਣ ਦੀ ਗੱਲ ਸੀ, ਉਹ ਵੀ ਸਾਹਮਣੇ ਆ ਰਹੀ ਸੀ। ਤੇ ਅਸੀਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਮਿਨਿਸਟਰ ਦਾ ਕੰਮ ਸਫਾਈ ਕਰਨੀ ਨਹੀਂ ਆ, ਮਿਨਿਸਟਰ ਦਾ ਕੰਮ ਇਹ ਦੇਖਣਾ ਹੈ ਕਿ ਸਫਾਈ ਹੋ ਰਹੀ ਆ, ਕਿ ਅਮਲਾ ਜਿਹੜਾ ਆ ਉਹ ਪੂਰਾ ਹੈ ਉੱਥੇ ਜੀ। ਹੁਣ ਗੁਰਦਾਸਪੁਰ ਤੋਂ ਖਬਰ ਜਿਹੜੀ ਆ ਪਿਛਲੇ 1-2 ਦਿਨਾਂ ਦੀ ਆ ਰਹੀ ਆ ਕਿ ਉੱਥੇ ਉਹਨਾਂ ਨੇ ਕੋਈ 25 ਦੇ ਕਰੀਬ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ, ਜਿਹਦੇ ਵਿੱਚ ਬਾਦਲ ਫੈਮਿਲੀ ਦੀਆਂ ਬੱਸਾਂ ਦੀ ਵੀ ਜ਼ਿਕਰ ਹੋ ਰਿਹਾ, ਕੁਝ ਹੋਰ ਟਰਾਂਸਪੋਰਟਸ ਨੇ ਉਹਨਾਂ ਦਾ ਵੀ ਨਾਮ ਉਹਦੇ 'ਚ ਆਇਆ ਕਿ ਉਹਨਾਂ ਨੇ ਜਿਨ੍ਹਾਂ ਦੇ ਕੋਲ ਪਰਮਿਟ ਨਹੀਂ ਸਨ ਜਾਂ ਜਿਨ੍ਹਾਂ ਦੇ ਕਾਗਜ਼ ਪੱਤਰ ਪੂਰੇ ਨਹੀਂ ਸਨ, ਉਹ ਜ਼ਬਤ ਕਰ ਲਈਆਂ। ਤੇ ਟਰਾਂਸਪੋਰਟ ਅਧਿਕਾਰੀ ਦਾ ਬਿਆਨ ਇਹੀ ਸੀਗਾ ਕਿ ਅਸੀਂ ਕੋਈ ਵੀ ਜਿਹੜੀ ਊਣਤਾਈ ਆ ਉਹ ਬਰਦਾਸ਼ਤ ਨਹੀਂ ਕਰਾਂਗੇ, ਤੇ ਇੱਥੇ ਜਿਹੜਾ ਕੰਮ ਆ ਉਹ ਸੁਚਾਰੂ ਤਰੀਕੇ ਨਾਲ ਤੇ ਕਾਨੂੰਨੀ ਤਰੀਕੇ ਨਾਲ ਜਿਹੜੀਆਂ ਬੱਸਾਂ ਠੀਕ ਹੋਣਗੀਆਂ ਉਹੀ ਚੱਲਣਗੀਆਂ। ਤੇ ਚੰਗੀ ਗੱਲ ਆ, ਇਹ ਕੰਮ ਜਿਹੜਾ ਆ ਹੋਣਾ ਚਾਹੀਦਾ। ਟਰਾਂਸਪੋਰਟ ਮਾਫੀਆ ਬੜੇ ਲੰਬੇ ਸਮੇਂ ਤੋਂ ਅਸੀਂ ਇਹਦੇ ਬਾਰੇ ਦੇਖ ਰਹੇ ਹਾਂ ਕਿ ਪੰਜਾਬ ਸਰਕਾਰ ਦੀਆਂ ਬੱਸਾਂ ਜਿਹੜੀਆਂ ਨਹੀਂ ਚੱਲਦੀਆਂ ਸੀ ਤੇ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਹੀ ਚੱਲਦੀਆਂ ਸੀ। ਇਹ ਹੁਣ ਦੀ ਗੱਲ ਨਹੀਂ ਆ, ਇਸ ਤੋਂ ਪਿਛਲੀ ਸਰਕਾਰ, ਉਸ ਤੋਂ ਪਿਛਲੀ ਸਰਕਾਰ, ਉਸ ਤੋਂ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਆ ਉਹ ਸਾਰੇ ਲੋਕਾਂ ਦੇ ਸਾਹਮਣੇ ਸੀ। ਕੋਈ ਲੋਕ ਮੰਤਰੀ ਹੁੰਦੇ ਸੀ, ਉਹਨਾਂ ਕੋਲ ਹੀ ਬੱਸਾਂ ਹੁੰਦੀਆਂ ਸੀ, ਚਾਹੇ ਉਹ ਜਲੰਧਰ ਤੋਂ ਹੁੰਦੇ ਸੀ, ਚਾਹੇ ਉਹ ਅੰਮ੍ਰਿਤਸਰ ਤੋਂ ਹੁੰਦੇ ਸੀ, ਤੇ ਚਾਹੇ ਉਹ ਕਿਤੇ ਹੋਰ ਸ਼ਹਿਰ ਤੋਂ ਹੁੰਦੇ ਸੀ, ਬਟਾਲੇ ਤੋਂ ਹੁੰਦੇ ਸੀ, ਤੇ ਚਾਹੇ ਉਹ ਡੱਬ ਵਾਲੀ ਟਰਾਂਸਪੋਰਟ ਜਾਂ ਆਰਬਿਟ ਦੀਆਂ ਗੱਲਾਂ ਸੀਗੀਆਂ। ਸੋ ਇਹ ਜਿਹੜੇ ਮਸਲੇ ਆ ਇਹ ਹੱਲ ਹੋਣੇ ਚਾਹੀਦੇ ਨੇ। ਪ੍ਰਾਈਵੇਟ ਬੱਸਾਂ ਵੀ ਚੱਲਣੀਆਂ ਚਾਹੀਦੀਆਂ, ਸਰਕਾਰੀ ਵੀ ਚੱਲਣੀਆਂ ਚਾਹੀਦੀਆਂ, ਤੇ ਇਹਨਾਂ ਦੇ ਰੂਟਸ ਜਿਹੜੇ ਆ ਤੈਅ ਹੁੰਦੇ ਸੀ ਕਿ ਕਿਹਨੂੰ ਪਰਮਿਟ ਮਿਲਿਆ ਹੋਇਆ, ਕਿੱਥੋਂ ਜਾਣਾ ਆ, ਕਿੱਥੇ ਤੱਕ ਜਾਣਾ ਆ। ਦਿੱਲੀ ਜਾਣ ਲਈ ਬੱਸਾਂ ਦੀ ਬੜੀ ਲੜਾਈ ਸੀ,
ਬਸ ਪ੍ਰਾਈਵੇਟ ਸਰਕਾਰ ਨੇ ਵੀ ਬੱਸਾਂ ਬਣਾਈਆਂ ਸੀ ਜਿਹੜੀਆਂ ਦਿੱਲੀ ਨੂੰ ਜਾਂਦੀਆਂ ਸੀ, ਪਰ ਉਹਨਾਂ ਦੇ ਜਿਹੜੇ ਸੀਗੇ ਫਿਰ ਉਹ ਪ੍ਰਾਈਵੇਟ ਜਿਹੜਾ ਲੌਬੀ ਸੀ ਉਹ ਹਾਵੀ ਹੋ ਜਾਂਦੀ ਸੀ। ਤੇ ਹੁਣ ਜੇ ਇਹ ਕੁਝ ਬੱਸਾਂ ਇਹਨਾਂ ਨੇ ਫੜੀਆਂ ਆ ਤੇ ਇਹਨਾਂ ਤੋਂ ਮੈਂ ਤਾਂ ਇਹ ਕਹੂੰਗਾ ਕਿ ਬਿਲਕੁਲ ਜਿਹੜੇ ਕਿਰਾਏ ਨੇ, ਜਿਹੜੇ ਇਹਨਾਂ ਦੇ ਟੈਕਸ ਨੇ, ਜਿਹੜੇ ਇਹਨਾਂ ਦੇ ਪਰਮਿਟ ਨੇ, ਉਹ ਵਸੂਲੇ ਜਾਣੇ ਚਾਹੀਦੇ ਨੇ। ਇਹਨਾਂ ਨੇ ਪਿਛਲੇ ਜਿੰਨੇ ਸਮੇਂ ਤੋਂ ਚਲਾਈਆਂ ਉਹ ਸਾਰੀ ਇਹਨਾਂ ਤੋਂ ਵਸੂਲੀ ਕੀਤੀ ਜਾਣੀ ਚਾਹੀਦੀ ਆ ਜੀ। ਘੱਟੋ ਘੱਟ ਕਿਸੇ ਪਾਸਿਓਂ ਤਾਂ ਨਜ਼ਰ ਆਵੇ ਕਿ ਕਾਨੂੰਨ ਦਾ ਰਾਜ ਆ ਤੇ ਕੰਮ ਜਿਹੜੇ ਉਹ ਠੀਕ ਹੋ ਰਹੇ ਨੇ ਜੀ। ਸ਼ਰਮਾ ਜੀ, ਪੰਜਾਬ ਕਾਂਗਰਸ ਦਾ ਕਲੇਸ਼ ਠੰਡਾ ਕਰ ਕਰਕੇ ਥੱਕੇ ਹਰੀਸ਼ ਰਾਵਤ ਦੀ ਗੱਲ ਕਰਦੇ ਆ। ਉਹਨਾਂ ਦਾ ਅੱਜ ਇੱਕ ਬਿਆਨ ਸਾਹਮਣੇ ਆਇਆ। ਕੀ ਇਹ ਸੱਚ ਹੈ ਵੀ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਵਾਪਸ ਬੁਲਾ ਰਹੇ ਨੇ ਵੀ ਭਾਈ ਵਾਪਸ ਆ ਜਾ? ਜੀ ਸਵਲੀਨ ਜੀ, ਪੰਜਾਬ ਦੇ ਤੁਸੀਂ ਸੰਕਟ ਦੀ ਗੱਲ ਕੀਤੀ ਤੇ ਵਾਕਿਆ ਹੀ ਇੱਕ ਟਾਈਮ ਲੱਗਦਾ ਸੀਗਾ, ਇੱਕ ਸਮੇਂ ਤੇ ਇਦਾਂ ਜਾਪਦਾ ਸੀ ਕਿ ਕੈਪਟਨ ਸਾਹਿਬ ਦਾ ਇੱਕ ਧੜਾ ਆ ਤੇ ਸਿੱਧੂ ਸਾਹਿਬ ਦਾ ਦੂਜਾ ਧੜਾ ਆ, ਤੇ ਬਾਜਵਾ ਸਾਹਿਬ ਦਾ ਵੀ ਧੜਾ ਸੀ ਤੇ ਉਹ ਵੀ ਕੈਪਟਨ ਵਾਲੇ ਪਾਸੇ ਖਿਸਕਦਾ ਨਜ਼ਰ ਆਉਂਦਾ ਸੀ। ਫਿਰ ਰੰਧਾਵਾ ਸਾਹਿਬ ਦਾ ਧੜਾ ਤੇ ਦੂਜੇ ਬਾਜਵਾ ਸਾਹਿਬ ਦਾ ਧੜਾ ਤੇ ਰਾਣੇ ਗੁਰਜੀਤ ਦਾ ਧੜਾ ਤੇ ਹੋਰ ਕਈ ਧੜੇ ਜਿਹੜੇ ਆ ਇਹ ਦਿਖਦੇ ਵੀ ਨੇ ਤੇ ਅਲੋਪ ਵੀ ਹੋ ਜਾਂਦੇ ਨੇ। ਜਿੱਦਾਂ ਜਿੱਦਾਂ ਪਾਣੀ ਵੱਧਦਾ ਆ ਉਦਾਂ ਉਦਾਂ ਜਿਹੜੇ ਛੋਟੇ ਟਾਪੂ ਨੇ ਉਹ ਗਵਾਚ ਜਾਂਦੇ ਸੀ। ਪਰ ਜਿਹੜੀ ਹੁਣ ਤੁਸੀਂ ਗੱਲ ਕੀਤੀ ਆ, ਹਰੀਸ਼ ਰਾਵਤ ਜਿਹੜੇ ਪੰਜਾਬ ਦੇ ਇੰਚਾਰਜ ਨੇ, ਕਾਫੀ ਦੇਰ ਤੋਂ ਲੱਗੇ ਹੋਏ ਨੇ ਪੰਜਾਬ ਵਿੱਚ, ਕਾਫੀ ਵਾਰ ਕਹਿ ਚੁੱਕੇ ਨੇ ਕਿ ਮੈਂ ਹੁਣ ਇਹ ਜਿਹੜੀ ਨੌਕਰੀ ਆ, ਇਹ ਜਿਹੜਾ ਅਪਾਇੰਟਮੈਂਟ ਆ, ਇਹ ਜਿਹੜਾ ਅਹੁਦਾ ਆ, ਇਹ ਛੱਡਣਾ ਚਾਹੁੰਦਾ ਪਾਰਟੀ ਵੱਲੋਂ, ਜਿਹੜੀ ਮੈਨੂੰ ਇਹ ਨਵਾਜੀ ਗਈ ਚੀਜ਼ ਆ, ਕਿਉਂਕਿ ਪੰਜਾਬ ਦੇ ਮਸਲੇ 'ਚ ਉਹ ਵੀ ਬਹੁਤ ਵਾਰ ਉਲਝਦੇ ਹੋਏ ਦੇਖੇ ਗਏ। ਇੱਕ ਚੁਟਕਲਾ ਵੀ ਇਹਨਾਂ ਲਈ ਬੜਾ ਮਸ਼ਹੂਰ ਆ, ਕਹਿੰਦੇ ਹਰੀਸ਼ ਰਾਵਤ ਬਾਰਡਰ ਨਹੀਂ ਟੱਪਦੇ ਤੇ ਫਿਰ ਮਗਰੋਂ ਫੋਨ ਕਰ ਦਿੰਦੇ, ਭਾਊ ਅਸੀਂ ਲੜ ਪਈ ਤੇ ਫੇਰ ਆ ਜਾ। ਕੀ ਉਹ ਮਿਰਚਾਂ ਮੁਰਚਾਂ ਲੈ ਕੇ ਆਉਣ ਹੁਣ ਡੰਡੀ ਵਾਲੀਆਂ 7? ਬਿਲਕੁਲ ਠੀਕ ਗੱਲ ਹੈ ਤੁਹਾਡੀ। ਇਹ ਵਾਕਈ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲਾਂ ਜਿਹੜੀਆਂ ਆ ਅਕਸਰ ਦਿਖਦੀਆਂ ਸੁਣਦੀਆਂ ਨੇ ਕਿ ਹਰੀਸ਼ ਰਾਵਤ ਨੂੰ ਪੰਜਾਬ ਦੇ ਦੌਰੇ ਜਿਹੜੇ ਆ ਉਹ ਵੱਧ ਕਰਨੇ ਪੈਂਦੇ ਆ ਰਾਦਰ ਦੈਨ ਉੱਤਰਾਖੰਡ, ਜਿਹੜਾ ਆਪਣਾ ਉਹਨਾਂ ਦਾ ਸਟੇਟ ਹੈ ਜਿੱਥੇ ਇਲੈਕਸ਼ਨਸ ਜਿਹੜੀਆਂ ਹੋਣ ਵਾਲੀਆਂ ਨੇ, ਤੇ ਉਹ ਉੱਥੇ ਵੱਡੇ ਲੀਡਰ ਨੇ, ਪਹਿਲਾਂ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਉੱਤਰਾਖੰਡ ਦੇ। ਹੁਣ ਉਹਨਾਂ ਨੇ ਕੈਪਟਨ ਸਾਹਿਬ ਨੂੰ ਸਲਾਹ ਦਿੱਤੀ ਆ ਕਿ ਕੈਪਟਨ ਸਾਹਿਬ ਨੂੰ ਵਾਪਸ ਆਉਣਾ ਚਾਹੀਦਾ, ਹਾਲਾਂਕਿ ਉਹ ਕਿਤੇ ਗਏ ਨਹੀਂ ਜੀ। ਉਹਨਾਂ ਦਾ ਬਿਆਨ ਜ਼ਰੂਰ ਆਇਆ ਸੀ ਕਿ ਮੈਂ ਕਾਂਗਰਸ ਵਿੱਚ ਨਹੀਂ ਰਹਾਂਗਾ, ਨਾਲ ਦੂਜੀ ਲਾਈਨ ਦਾ ਬਿਆਨ ਸੀ ਕਿ ਮੈਂ ਭਾਜਪਾ ਵਿੱਚ ਨਹੀਂ ਜਾਵਾਂਗਾ। ਤੇ ਫਿਰ ਬੜੀਆਂ ਕਿਆਸਰਾਈਆਂ ਲੱਗੀਆਂ ਸੀ ਕਿ ਕੋਈ ਪੰਜਾਬ ਵਿਕਾਸ ਪਾਰਟੀ ਰਜਿਸਟਰਡ ਕਰਾ ਕੇ ਛੱਡੀ ਹੋਈ ਇਹਨਾਂ ਨੇ। ਫਿਰ ਲੋਕਾਂ ਨੇ ਉਹ ਵੀ ਗੱਲਾਂ ਦੱਸੀਆਂ ਕਿ 92 ਚ ਇਹਨਾਂ ਨੇ ਅਕਾਲੀ ਦਲ ਪੰਥਕ ਬਣਾਈ ਸੀ ਤੇ ਕੁਝ ਹਜ਼ਾਰ ਵੋਟਾਂ ਵੀ ਨਹੀਂ ਸੀ ਮਿਲੀਆਂ, ਕਿਉਂਕਿ ਜਦੋਂ ਸਾਡੇ ਸਾਹਮਣੇ ਕੋਈ ਗੱਲ ਆਉਂਦੀ ਆ ਤੇ ਅਸੀਂ ਉਹਦਾ 10-20 ਸਾਲ ਦਾ ਪਿਛਲਾ ਪਾਸਾ ਤੇ ਆਉਣ ਵਾਲੇ 5-7 ਸਾਲ ਤੇ ਸੋਚ ਹੀ ਲੈਂਦੇ ਆ ਕਿ ਕੀ ਹੋਵੇਗਾ। ਸੋ ਰਾਵਤ ਸਾਹਿਬ ਨੇ, ਪੰਜਾਬ ਦੇ ਵੱਡੇ ਲੀਡਰ ਨੇ, ਕੈਪਟਨ ਸਾਹਿਬ ਉਹਨਾਂ ਨੂੰ ਸਲਾਹ ਦਿੱਤੀ ਆ ਕਿ ਉਹਨਾਂ ਨੂੰ ਹਾਈ ਕਮਾਂਡ ਨਾਲ ਮਿਲਣਾ ਚਾਹੀਦਾ। ਬਹੁਤ ਸੰਭਾਵਨਾਵਾਂ ਨੇ ਜੀ। ਇਹ ਸੰਭਾਵਨਾਵਾਂ ਕੀ ਨੇ, ਇਹਨਾਂ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਰਿਹਾ, ਤੁਸੀਂ ਹੁਣ ਜਾਣਦੇ ਇਸ ਗੱਲ ਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ CWC ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਜੀ 16 ਅਕਤੂਬਰ ਨੂੰ ਕਾਂਗਰਸ ਵਰਕਿੰਗ ਕਮੇਟੀ, ਜਿਹਨੂੰ CWC ਕਹਿੰਦੇ ਨੇ ਜੀ। ਉੱਥੇ ਇਹ ਕਾਫੀ ਦੇਰ ਬਾਅਦ ਹੋ ਰਹੀ ਆ। ਪਹਿਲਾਂ ਤੇ ਮੀਟਿੰਗ ਸੋਨੀਆ ਗਾਂਧੀ ਇੰਟਰਮ ਪ੍ਰੈਜ਼ੀਡੈਂਟ ਬਣਾਏ ਗਏ ਸੀ ਜਦੋਂ 19 ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਬਣ ਗਏ ਸੀ, ਤੇ ਰਾਹੁਲ ਗਾਂਧੀ ਨੇ ਹਾਰ ਦਾ ਜਿੰਮਾ ਲੈਂਦੇ ਹੋਏ ਉਹ ਜਿਹੜੀ ਕੁਰਸੀ ਸੀ ਕਾਂਗਰਸ ਪ੍ਰਧਾਨ ਦੀ ਉਹ ਛੱਡ ਦਿੱਤੀ ਸੀ ਜੀ। ਪੰਜਾਬ ਦੀ ਕਾਂਗਰਸ ਨੂੰ ਲੈ ਕੇ ਹੀ ਜਦੋਂ 2-3 ਫੈਸਲੇ ਹਾਈ ਕਮਾਂਡ ਨੇ ਕੀਤੇ, ਨਵਜੋਤ ਸਿੰਘ ਸਿੱਧੂ ਨੂੰ ਬਣਾ ਦਿੱਤਾ, ਕੈਪਟਨ ਅਮਰਿੰਦਰ ਸਿੰਘ ਨੂੰ ਲਾ ਦਿੱਤਾ, ਤੇ ਕਾਂਗਰਸ ਦੇ ਹੀ ਵੱਡੇ ਲੀਡਰ ਕਪਿਲ ਸਿੱਬਲ ਵਰਗੇ ਲੋਕਾਂ ਨੇ ਇਹ ਗੱਲ ਸਾਹਮਣੇ ਲੈ ਕੇ ਆਂਦੀ ਸੀ ਕਿ ਇਹ ਹਾਈ ਕਮਾਂਡ ਹੈ ਕੀ, ਇਹ ਫੈਸਲਾ ਕਰਨ ਵਾਲੀ ਸ਼ਕਲ ਜਾਂ ਨਾਮ ਜਾਂ ਅਹੁਦਾ ਹੈ ਕਿਹਦਾ। ਕਿਉਂਕਿ ਉਹ ਕਹਿੰਦੇ ਸੀ CVC ਦਾ ਮੀਟਿੰਗ ਨਹੀਂ ਕੋਈ ਹੋਈ, CVC ਦੀ ਮੀਟਿੰਗ ਬੁਲਾਓ ਤੇ ਫੁੱਲ ਟਰਮ ਪ੍ਰੈਜ਼ੀਡੈਂਟ ਬਣਾਓ, ਤੇ ਇਹ ਜਿਹੜੇ ਫੈਸਲੇ ਆ ਇਹ ਕੌਣ ਕਰ ਰਿਹਾ। ਉਦੋਂ ਹੀ ਫਿਰ ਇਹ ਰੌਲਾ ਜਿਹੜਾ ਆ ਸਾਰਿਆਂ ਦੇ ਸਾਹਮਣੇ ਆਇਆ ਸੀਗਾ ਕਿ ਕਾਂਗਰਸ ਦੇ ਵਿੱਚ ਸਾਰਾ ਕੁਝ ਠੀਕ ਨਹੀਂ ਹੈ। ਹਾਲਾਂਕਿ ਇਹ ਗੱਲ ਉਦੋਂ ਵੀ ਸਾਹਮਣੇ ਆਈ ਸੀ ਜਦੋਂ ਧਾਰਾ 370 ਤੋੜੀ ਗਈ ਸੀ ਤੇ ਗਰੁੱਪ 23 ਕਿਹਾ ਜਾਣ ਲੱਗਿਆ ਸੀ ਉਹਨਾਂ ਲੋਕਾਂ ਨੂੰ ਜਿਹਨਾਂ ਨੇ ਜੰਮੂ ਕਸ਼ਮੀਰ ਵਿੱਚ ਜਾ ਕੇ ਕੁਝ ਮੀਟਿੰਗ ਕੀਤੀ ਸੀ। ਉਹਦੇ 'ਚ ਕੀ ਨਾਮ ਨੇ, ਕੌਣ-ਕੌਣ ਲੋਕ ਨੇ, ਅਸੀਂ ਕਈ ਵਾਰ ਉਹਦੀ ਡਿਸਕਸ਼ਨ ਕਰ ਚੁੱਕੇ ਹਾਂ ਜੀ। ਹੁਣ 16 ਅਕਤੂਬਰ ਵਾਲੀ ਮੀਟਿੰਗ ਨੂੰ ਲੈ ਕੇ ਵੀ ਦੇਖਿਆ ਜਾ ਰਿਹਾ, ਕਿਉਂਕਿ ਕੈਪਟਨ ਸਾਹਿਬ ਨੇ ਫੈਸਲਾ ਕਰ ਲਿਆ ਜਾਂ ਇਹ ਬਿਆਨ ਦੇ ਦਿੱਤਾ ਕਿ ਮੈਂ ਕਾਂਗਰਸ 'ਚ ਨਹੀਂ ਰਹਿਣਾ, ਪਰ ਦੇਖਿਆ ਜਾ ਰਿਹਾ ਕਿ G23 ਜਿਹੜੇ ਉਹ ਲੋਕ ਸੀ, ਉਹ 23 ਉਦੋਂ ਸੀ, ਹੁਣ ਉਹ 23 ਨੇ ਜਾਂ 32 ਹੋ ਗਏ ਨੇ ਜਾਂ 33 ਹੋ ਗਏ ਨੇ, ਉਹ ਇੱਕ ਵੱਖਰਾ ਵਿਸ਼ਾ ਜੀ। ਪਰ ਇਹ ਵੀ ਗੱਲ ਸਾਫ਼ ਆ ਕਿ ਉਹ G23 ਚਾਹੇ ਉਹ ਕਪਿਲ ਸਿੱਬਲ ਨੇ, ਚਾਹੇ ਉਹ ਗੁਲਾਮ ਨਬੀ ਆਜ਼ਾਦ ਨੇ, ਚਾਹੇ ਉਹ ਕੋਈ ਹੋਰ ਨੇ, ਜਿੰਨੇ ਵੀ ਨਾਮ ਨੇ ਉਹਦੇ ਵਿੱਚ, ਰਜਿੰਦਰ ਕੌਰ ਭੱਠਲ ਵੀ ਉਹਨਾਂ 'ਚ ਆ, ਕੋਈ ਵੀ ਕਾਂਗਰਸ ਹਾਈ ਕਮਾਂਡ ਦੇ ਸਾਹਮਣੇ ਜਾ ਕੇ ਬੋਲਣ ਦੀ ਜ਼ਰੂਰਤ ਨਹੀਂ ਕਰਦਾ। ਸਾਰੇ ਜਾਣਦੇ ਨੇ ਕਿ ਇੱਕ ਸਮੇਂ ਦੇ ਵਿੱਚ ਕਾਂਗਰਸ ਨੇ ਕੋਸ਼ਿਸ਼ ਕੀਤੀ ਸੀ ਗਾਂਧੀ ਪਰਿਵਾਰ ਤੋਂ ਬਾਹਰ ਜਾਣ ਦੀ, ਸੀਤਾਰਾਮ ਕੇਸਰੀ ਵਾਲਾ ਟਾਈਮ, ਤੁਸੀਂ ਸ਼ਾਇਦ ਇਹਨਾਂ ਗੱਲਾਂ ਨੂੰ ਜਾਣਦੇ ਸਮਝਦੇ ਆ, ਦਰਸ਼ਕ ਜਿਹੜੇ ਰਾਜਨੀਤੀ ਬਾਰੇ ਜਾਣਦੇ ਉਹਨਾਂ ਨੂੰ ਭਲੀ ਭਾਂਤ ਪਤਾ ਕਿ ਉਦੋਂ ਇਹੀ ਵੱਡੇ ਜਿਹੜੇ ਲੋਕ ਨੇ 23 ਹੁਣ ਇਕੱਠੇ ਹੋਏ ਨੇ, ਉਹ ਆਪ ਗਏ ਸੀ ਸੋਨੀਆ ਗਾਂਧੀ ਕੋਲ ਕਿ ਤੁਸੀਂ ਆਓ, ਪਾਰਟੀ ਨਹੀਂ ਜੇ ਸੰਭਲਦੀ। ਕੁਝ ਚੀਜ਼ਾਂ ਜਿਹੜੀਆਂ ਨੇ ਉਹ ਬੜੇ
ਬੁਰੇ ਤਰੀਕੇ ਨਾਲ ਜੁੜੀਆਂ ਹੁੰਦੀਆਂ ਨੇ, ਤੁਸੀਂ ਚਾਹ ਕੇ ਵੀ ਉਹਨਾਂ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ। ਇਹ G23 ਹੋਵੇ ਜਾਂ G33 ਹੋਵੇ, ਕੋਈ ਵੀ ਸ਼ਕਲ ਏਡੀ ਵੱਡੀ ਨਹੀਂ ਹੈਗੀ ਕਿ ਕਾਂਗਰਸ ਵਰਗੀ ਪਾਰਟੀ ਨੂੰ ਆਪ ਵੱਡਿਆਂ ਕਰਕੇ ਚਲਾ ਸਕਣ। ਕੱਲ ਕੁਝ ਇਹੋ ਜਿਹੀ ਗੱਲ ਹੋ ਜਾਏ ਤੇ ਕਹਿ ਨਹੀਂ ਸਕਦੇ, ਕਿਉਂਕਿ ਰਾਜਨੀਤੀ ਜਿਹੜੀ ਭਾਰਤ ਦੀ ਆ ਉਹ ਚਿਹਰਿਆਂ ਤੋਂ ਬਿਨਾਂ ਤੁਸੀਂ ਉਹਦਾ ਕਿਆਸ ਰਾਈ ਨਹੀਂ ਲਾ ਸਕਦੇ ਜੀ। ਸੋ ਇਹ ਜਿਹੜੀ ਗੱਲ ਤੁਸੀਂ ਹੁਣ ਕਰਦੇ ਸੀ ਕੈਪਟਨ ਸਾਹਿਬ ਨੂੰ ਸਲਾਹ ਦੇਣ ਦੀ, ਉਹ ਹੋ ਸਕਦਾ ਉਸ CWC ਦੀ ਮੀਟਿੰਗ ਨੂੰ ਮੁੱਖ ਰੱਖ ਕੇ ਵੀ ਦਿੱਤੀ ਹੋਵੇ। ਸੰਭਾਵਨਾਵਾਂ ਦੀ ਜਿਹੜੀ ਗੱਲ ਕੀਤੀ ਆ, ਇਹ ਸ਼ਾਇਦ ਕਿਹਾ ਜਾਣ ਲੱਗਾ ਹੋਵੇ ਕਿ ਤੁਸੀਂ 10 ਸਾਲ ਮੋਦੀ ਦਾ ਰਾਜ ਦੇਖ ਲਿਆ, 2-3 ਸਾਲ ਇਹਨਾਂ ਦੇ ਰਹਿੰਦੇ ਨੇ, ਆਉਣ ਵਾਲੇ ਸਮੇਂ 'ਚ ਪਰਿਵਰਤਨ ਹੋਣ ਵਾਲੇ ਨੇ, ਕਾਂਗਰਸ ਤਾਕਤਵਰ ਹੋਣ ਵਾਲੀ ਆ, ਤੁਹਾਨੂੰ ਕੋਈ ਹੋਰ ਅਹੁਦਾ ਜਾਂ ਕੋਈ ਹੋਰ ਪਾਸੇ ਸੈੱਟ ਕੀਤਾ ਜਾ ਸਕਦਾ ਜੇ ਤੁਸੀਂ ਪਾਰਟੀ ਨਾ ਛੱਡੋ ਤੇ ਚੰਗੀ ਗੱਲ ਹੋਵੇਗੀ। ਬਾਕੀ ਇਹਦੇ ਬਾਰੇ ਉਹੀ ਜਾਣਦੇ ਹੋਣਗੇ, ਪਰ ਮੇਰਾ ਨਿੱਜੀ ਅੰਦਾਜ਼ਾ ਇਹ ਆ ਕਿ ਕੁਝ ਇਹੋ ਜਿਹੇ ਵੀ ਕਾਰਨ ਹੋ ਸਕਦੇ ਨੇ ਉਹਨਾਂ ਦੀ ਰਾਵਤ ਸਾਹਿਬ ਦੀ ਸਲਾਹ ਦੇ ਪਿੱਛੇ ਜੀ। ਕੁਝ ਮੁੱਦੇ ਅਸੀਂ ਵਿਚਾਰ ਲਏ ਨੇ ਤੇ ਕੁਝ ਅਜੇ ਬਾਕੀ ਨੇ, ਪਰ ਇਸ ਵੇਲੇ ਵੇਲਾ ਹੋ ਗਿਆ ਹੈ ਇੱਕ ਛੋਟੀ ਜਿਹੀ ਬ੍ਰੇਕ ਦਾ। ਤੁਸੀਂ ਕਿਤੇ ਨਹੀਂ ਜਾਣਾ, ਇਸੇ ਤਰ੍ਹਾਂ ਬਣੇ ਰਹਿਣਾ ਹੈ ਪੰਜਾਬੀ ਨੈਸ਼ਨਲ TV ਦੇ ਨਾਲ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਾ ਅਖੀਰਲਾ ਹਿੱਸਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਲਖੀਮਪੁਰ ਖੀਰੀ ਘਟਨਾ ਦੀ ਕਰਦੇ ਹਾਂ ਜੀ। ਮੰਤਰੀ ਅਜੇ ਮਿਸ਼ਰਾ ਟੇਨੀ ਦਾ ਪੁੱਤਰ ਆਸ਼ੀਸ਼ ਮਿਸ਼ਰਾ ਮੋਨੂ, ਉਹਦੀ ਅੱਜ ਅਦਾਲਤ 'ਚ ਸੁਣਵਾਈ ਸੀ, ਕੀ ਫੈਸਲਾ ਹੋਇਆ? ਫੈਸਲਾ, ਪੁਲਿਸ ਉਹਦੀ ਰਿਮਾਂਡ ਮੰਗ ਰਹੀ ਸੀ ਤੇ ਪਹਿਲਾਂ ਉਹਨੂੰ ਜੇਲ੍ਹ 'ਚ ਭੇਜਿਆ ਜਾ ਚੁੱਕਾ 14 ਦਿਨ ਲਈ। ਰਿਮਾਂਡ ਦੇ ਉੱਤੇ ਫੈਸਲਾ ਜਿਹੜਾ ਆ ਉਹ ਰਾਖਵਾਂ ਰੱਖ ਲਿਆ ਗਿਆ ਕੋਰਟ ਨੇ, ਸ਼ਾਮ ਤੱਕ ਦੇ ਦੇਣ। ਜਦ ਤੱਕ ਅਸੀਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ, ਪ੍ਰੋਗਰਾਮ ਦੀ ਰਿਕਾਰਡਿੰਗ ਚੱਲ ਰਹੀ ਹੈ, ਤਦ ਤੱਕ ਉਹਦੇ ਤੇ ਕੋਈ ਫੈਸਲਾ ਜਿਹੜਾ ਹੈ ਉਹ ਆਇਆ ਨਹੀਂ ਜੀ। ਕੇਸ ਬਹੁਤ ਵੱਡਾ ਸੀ। ਗ੍ਰਿਫਤਾਰੀ 5ਵੇਂ 6ਵੇਂ ਦਿਨ ਜਾ ਕੇ ਹੋਈ, ਸ਼ਨੀਵਾਰ ਸ਼ਾਮ ਨੂੰ ਦੇਰ ਰਾਤ ਉਹਨੂੰ 11 ਵਜੇ ਤੋਂ ਵੀ ਬਾਅਦ ਕੋਰਟ ਤੋਂ ਜੇਲ੍ਹ 'ਚ ਲੈ ਕੇ ਜਾਇਆ ਗਿਆ ਜੀ। ਪਹਿਲਾਂ ਤੇ ਲੱਗਦਾ ਸੀਗਾ ਕਿ ਇਦਾਂ ਦਾ ਜਿਹੜਾ ਆ ਘਟਨਾਕ੍ਰਮ ਇੱਥੇ ਤੱਕ ਇਹ ਗੱਲ ਪਹੁੰਚਣੀ ਨਹੀਂ, ਜਿੰਨੀ ਢਿੱਲ ਮੱਠ ਸੂਬਾ ਸਰਕਾਰ ਨੇ ਇਹਦੇ ਲਈ ਦਿਖਾਈ ਸੀ। ਸੁਪਰੀਮ ਕੋਰਟ ਨੇ 2 ਦਿਨ ਲਈ ਸੂ ਮੋਟੋ ਲੈ ਕੇ 2 ਦਿਨ ਦੀ ਲਗਾਤਾਰ ਸੁਣਵਾਈ ਕਰਕੇ ਜਿੰਨਾ ਕੁਝ ਕੀਤਾ, ਉਹਨੂੰ ਵੀ ਇੱਕ ਵਾਰੀ ਦੂਜੇ ਨਜ਼ਰੀਏ ਨਾਲ ਦੇਖਿਆ ਜਾਣ ਲੱਗਾ ਸੀਗਾ ਕਿ ਉਹ ਵੀ ਸਿਰਫ ਔਰ ਸਿਰਫ ਇੱਕ ਜਿਹੜਾ ਗੁੱਸਾ ਲੋਕਾਂ ਦਾ ਸ਼ਾਂਤ ਕਰਨ ਲਈ ਹੀ ਇੱਕ ਕਾਰਵਾਈ ਜਿਹੜੀ ਆ ਸੈਂਟਰ ਸਰਕਾਰ ਉਹਨੂੰ ਦੇਖ ਰਹੀ ਹੈ ਜਾਂ ਕਰਵਾ ਰਹੀ ਹੈ ਜੀ। ਪਰ ਜਿਸ ਤਰ੍ਹਾਂ ਪਹਿਲੇ ਦਿਨ ਦੀ ਸੁਣਵਾਈ ਤੋਂ ਬਾਅਦ ਦੂਸਰੇ ਦਿਨ ਫਿਰ ਇੱਕ ਫੋਨ ਦੱਸਿਆ ਜਾਂਦਾ ਕਿ ਕੇਂਦਰ ਸਰਕਾਰ ਤੋਂ ਹੀ ਇੱਕ ਫੋਨ ਆਇਆ ਮਿਸ਼ਰਾ ਜੀ ਨੂੰ ਕਿ ਆਪਣੇ ਪੁੱਤਰ ਨੂੰ ਕਹੋ ਹੁਣ ਜਾਣਾ ਹੀ ਪੈਣਾ ਜੀ। ਗ੍ਰਿਫਤਾਰੀ ਹੋ ਗਈ ਆ, 14 ਦਿਨ ਲਈ ਉਹ ਜੇਲ੍ਹ 'ਚ ਰਹਿਣਗੇ ਜਾਂ ਪੁਲਿਸ ਰਿਮਾਂਡ ਤੇ ਰਹਿਣਗੇ। ਜੇ ਪੁਲਿਸ ਨੇ ਉਹਨਾਂ ਨੂੰ ਰਿਮਾਂਡ ਤੇ ਲੈਣਾ ਆ, ਜੇ ਪੁਲਿਸ ਦੇ ਤੱਥ ਕੋਰਟ ਨੂੰ ਸਟਰੋਂਗ ਲੱਗਣਗੇ ਕਿ ਇਹਨਾਂ ਨੇ ਹਾਲੇ ਹੋਰ ਪੁੱਛਗਿੱਛ ਕਰਨੀ ਆ ਤੇ ਫਿਰ ਠੀਕ ਆ। ਜੇਕਰ ਕੋਰਟ ਨੂੰ ਲੱਗੇਗਾ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਕਲੀਅਰ ਹੋ ਚੁੱਕੀਆਂ, ਕਿਉਂਕਿ ਕੋਈ ਬਹੁਤ ਲੰਬੀ ਚੌੜੀ ਸਾਜ਼ਿਸ਼ ਉਹਦੇ ਪਿੱਛੇ ਨਹੀਂ ਹੈਗੀ ਕਿ ਕੋਈ ਸਾਲਾਂ ਦਾ ਲੰਬਾ ਚੌੜਾ ਆ। 2-3 ਦਿਨ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਦਾ ਇੱਕ ਬਿਆਨ ਆਇਆ ਸੀ ਜੀ, ਬਿਲਕੁਲ ਤਤੀ ਜਿਹਨੂੰ ਕਹਿੰਦੇ ਆ, 2-4 ਦਿਨ ਦੀ ਘਟਨਾ ਹੈ। ਉਸ ਤੋਂ ਬਾਅਦ ਉਹ ਜਿਹੜੀ ਇੱਕ ਐਕਸੀਡੈਂਟ ਉਹ ਆਰਗੇਨਾਈਜ਼ ਕਰਦੇ ਆ, ਉਹਨੂੰ ਪਲਾਨ ਕਰਦੇ ਆ ਤੇ ਉਹਨੂੰ ਅੰਜਾਮ ਦਿੰਦੇ ਆ। 6-7-8-10 ਬੰਦਿਆਂ ਤੱਕ ਦੀ 7-8 ਬੰਦਿਆਂ ਦੀ ਉਹਦੇ 'ਚ ਮੌਤ ਹੁੰਦੀ ਆ, ਬਹੁਤ ਸਾਰੇ ਲੋਕ ਜ਼ਖਮੀ ਨੇ। ਸਾਰੀਆਂ ਵੀਡੀਓ ਫੋਟੋਗ੍ਰਾਫ ਜਿਹੜੀਆਂ ਲੋਕਾਂ ਦੇ ਸਾਹਮਣੇ ਨੇ, ਆਡੀਓ ਕਲਿੱਪਸ ਵੀ ਨੇ, ਤੇ ਉਹਨੂੰ ਦੇਖ ਕੇ ਹੋ ਸਕਦਾ ਹੈ ਰਿਮਾਂਡ ਨਾ ਮਿਲੇ, ਪਰ ਰਹਿਣਗੇ ਹੁਣ ਉਹ ਅੰਦਰ ਹੀ। 302 ਦੀ ਧਾਰਾ ਆ ਤੇ ਛੇਤੀ ਕਿਤੇ ਜਿਹੜੀ ਜ਼ਮਾਨਤ ਆ ਉਹ ਮਿਲਦੀ ਨਜ਼ਰ ਆਉਣੀ ਨਹੀਂ ਜੀ। ਭਾਜਪਾ ਦੀ ਨਵੀਂ ਰਾਸ਼ਟਰੀ ਕਾਰਜਕਾਰਨੀ ਚੋਂ ਬਾਹਰ ਕਰ ਦਿੱਤੇ ਗਏ ਵਰੁਣ ਗਾਂਧੀ ਇਸ ਵੇਲੇ ਭਾਜਪਾ ਦੇ ਬੜੇ ਤਿੱਖੇ ਇਲਜ਼ਾਮ ਲਗਾ ਰਹੇ ਨੇ। ਬਿਲਕੁਲ ਠੀਕ ਗੱਲ ਆ ਜੀ ਤੁਹਾਡੀ। ਵਰੁਣ ਗਾਂਧੀ ਤੇ ਉਹਨਾਂ ਦੀ ਮਾਤਾ ਜੀ ਦੋਨਾਂ ਨੂੰ ਹੀ ਭਾਜਪਾ ਦੀ ਕਾਰਜਕਾਰਨੀ ਚੋਂ ਬਾਹਰ ਕਰ ਦਿੱਤਾ ਗਿਆ। ਹੋਰ ਵੀ ਬਹੁਤ ਸਾਰੇ ਲੋਕ ਬਦਲੇ ਗਏ ਤੇ ਬਹੁਤ ਸਾਰੇ ਨਵੇਂ ਵੀ ਅੰਦਰ ਲਿਆਂਦੇ ਗਏ, ਪਰ ਵਰੁਣ ਗਾਂਧੀ ਦਾ ਨਾਮ ਬਿਲਕੁਲ ਮੋਰਲਿਆਂ ਚੋਂ ਸਾਹਮਣੇ ਆ ਰਿਹਾ ਕਿਉਂਕਿ ਉਹ ਬਹੁਤ ਇੰਟੈਲੀਜੈਂਟ ਰਾਜਨੀਤੀਕਾਰ ਨੇ, ਕਿਤਾਬਾਂ ਵੀ ਲਿਖਦੇ ਨੇ ਉਹ, ਤੇ ਗਾਂਧੀ ਪਰਿਵਾਰ ਨਾਲ ਜੁੜੇ ਹੋਣ ਕਰਕੇ ਵੀ ਉਹਨਾਂ ਨੂੰ ਇਸ ਤਰੀਕੇ ਨਾਲ ਦੇਖਿਆ ਜਾ ਰਿਹਾ ਤੇ ਬਹੁਤ ਸਾਰੇ ਲੋਕ ਇਸ ਤਰੀਕੇ ਨਾਲ ਵੀ ਉਹਨੂੰ ਦੇਖ ਰਹੇ ਨੇ ਕਿਉਂਕਿ ਜਦੋਂ ਤੋਂ ਯੂਪੀ ਦੇ ਵਿੱਚ ਕਾਂਗਰਸ ਦੀ ਕਮਾਂਡ ਪ੍ਰਿਯੰਕਾ ਗਾਂਧੀ ਕੋਲ ਆਈ ਆ, ਉਦੋਂ ਤੋਂ ਕਈ ਵਾਰ ਇਹ ਕਿਆਸ ਰਾਈਆਂ ਤੇ ਕਈ ਵਾਰ ਇਹ ਜਿਹੜੇ ਆ ਸ਼ੋਸ਼ੇ ਛੱਡੇ ਜਾ ਚੁੱਕੇ ਨੇ ਜਾਂ ਗੱਲ ਇਹ ਲੋਕਾਂ ਦੇ ਕੰਨਾਂ ਤੱਕ ਪਹੁੰਚਦੀ ਆ ਕਿ ਸ਼ਾਇਦ ਵਰੁਣ ਗਾਂਧੀ ਦੁਬਾਰਾ ਆਪਣੀ ਉਸੇ ਪਾਰਟੀ ਦੇ ਵਿੱਚ ਆ ਜਾਣ। ਹਾਲਾਂਕਿ ਉਹ ਕਦੀ ਉਸ ਪਾਰਟੀ 'ਚ ਰਹੇ ਨਹੀਂ। ਜਦੋਂ ਤੋਂ ਉਹਨਾਂ ਦਾ ਜਨਮ ਹੋਇਆ ਉਦੋਂ ਤੋਂ ਉਹ ਬਹੁਤ ਛੋਟੀ ਉਮਰ ਸੀ, ਉਹਨਾਂ ਦੀ ਕੁਝ ਮਹੀਨੇ ਸੀ, ਉਹਨਾਂ ਦੇ ਫਾਦਰ ਦੀ ਡੈਥ ਹੋ ਗਈ ਸੀ ਤੇ ਕੁਝ ਕੁ ਸਾਲ ਦੇ ਸੀ ਉਹ ਜਦੋਂ ਤੋਂ ਉਹਨਾਂ ਦੀ ਮਾਤਾ ਨੇ ਇੰਦਰਾ ਗਾਂਧੀ ਦਾ ਘਰ ਛੱਡ ਦਿੱਤਾ ਸੀਗਾ। ਆਮ ਘਰਾਂ ਵਾਲੀ ਕਹਾਣੀ ਸੀ, ਨੂੰਹ ਸੱਸ ਵਾਲੀ ਆ, ਬੰਦੇ ਦੇ ਮਰਨ ਤੋਂ ਬਾਅਦ ਔਰਤ ਨੂੰ ਉਹ ਘਰ ਦੇ ਵਿੱਚ ਜਗ੍ਹਾ ਨਹੀਂ ਮਿਲੀ। ਇਹ ਸਾਰੇ ਅਸੀਂ ਜਾਣਦੇ ਹਾਂ ਉਹਨਾਂ ਸਾਰੀਆਂ ਗੱਲਾਂ ਨੂੰ। ਵਰੁਣ ਗਾਂਧੀ ਕਦੀ ਵੀ ਕਾਂਗਰਸੀ ਨਹੀਂ ਰਹੇ,
ਤੇ ਮੇਨਕਾ ਗਾਂਧੀ ਨੇ ਵੀ ਸਿਆਸਤ 'ਚ ਪੈਰ ਉਦੋਂ ਨਹੀਂ ਸੀ ਰੱਖਿਆ ਜਦੋਂ ਉਹ ਉਸ ਘਰ ਦੇ ਵਿੱਚ ਰਹਿੰਦੇ ਸੀ। ਪਰ ਹੁਣ ਬਾਅਦ ਗੱਲਾਂ ਵਿੱਚ ਤੇ ਹੀ ਉਹਨਾਂ ਨੇ ਸਿਆਸਤ ਬਹੁਤ ਗਰਮ ਨੇ, ਚਰਚੇ ਬੜੇ ਤੇਜ਼ ਨੇ ਵੀ ਉਹਨਾਂ ਕਾਂਗਰਸ 'ਚ ਚੱਲ ਜਾਣਾ। ਬਿਲਕੁਲ, ਕਾਂਗਰਸ ਵਿੱਚ ਉਹਨਾਂ ਨੇ ਜਾਣਾ ਕਿ ਨਹੀਂ ਜਾਣਾ, ਇਹ ਚਰਚੇ ਜ਼ਰੂਰ ਨੇ, ਪਰ ਮੈਨੂੰ ਇਦਾਂ ਲੱਗਦਾ ਕਿ ਉਹਨਾਂ ਦੇ ਸੁਭਾਅ ਦੇ ਵਿੱਚ ਇੱਕ ਰੈਬੇਲੀਅਨ ਨੇਚਰ ਹੈ ਜੀ। ਇੱਕ ਤੇ ਇੱਕ ਗੱਲ ਇਹ ਵੀ ਆ ਕਿ ਸਾਰੇ ਲੋਕ ਜਾਣਦੇ ਆ ਕਿ ਮੇਨਕਾ ਗਾਂਧੀ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੇ ਨੇ। ਇਹ ਵੀ ਇੱਕ ਵਜ੍ਹਾ ਹੋ ਸਕਦੀ ਹੈ ਕਿ ਉਹਨਾਂ ਦਾ ਪੰਜਾਬ ਦੀਆਂ ਸਮੱਸਿਆਵਾਂ ਨਾਲ ਲਗਾਅ ਹੋਵੇ ਵਰੁਣ ਗਾਂਧੀ ਦਾ ਜੀ, ਕਿਉਂਕਿ ਨਾਨਕਾ ਪਰਿਵਾਰ ਜਿਹੜਾ ਆ ਉਹ ਉਸ ਕੈਟਾਗਰੀ ਚੋਂ ਆ, ਉਸ ਜਾਤੀ ਚੋਂ ਆ, ਉਸ ਧਰਮ ਚੋਂ ਆ ਜਿਨ੍ਹਾਂ ਦੇ ਉੱਤੇ ਇਹ ਸਾਰੀ ਸਮੱਸਿਆ ਜਿਹੜੀ ਉਹ ਵਾਪਰ ਰਹੀ ਆ ਜੀ, ਕਿਉਂਕਿ ਖੂਨ ਦਾ ਅਸਰ ਤੇ ਜਿਹੜਾ ਉਹ ਰਹਿੰਦਾ ਆ। ਦੂਸਰਾ ਕਿਉਂਕਿ ਉਹ ਛੋਟੇ ਹੁੰਦੇ ਹੀ ਉਸ ਘਰ ਨੂੰ ਛੱਡ ਚੁੱਕੇ ਆ। ਹਾਲਾਂਕਿ ਇਹ ਫੈਮਿਲੀ ਦੇ ਤੌਰ ਤੇ ਇੱਕ ਦੂਜੇ ਨੂੰ ਮਿਲਦੇ ਜ਼ਰੂਰ ਰਹਿੰਦੇ ਨੇ, ਬਾਕੀ ਮਿਲਦੇ ਕਿ ਨਹੀਂ ਮਿਲਦੇ ਨੇ ਕਹਿ ਨਹੀਂ ਸਕਦੇ, ਪਰ ਪ੍ਰਿਯੰਕਾ ਗਾਂਧੀ ਇਹਨਾਂ ਨਾਲ ਇੱਕ ਰਾਬਤਾ ਜ਼ਰੂਰ ਬਣਾ ਕੇ ਰੱਖਦੇ ਨੇ ਜੀ। ਉਹ ਆਉਣ ਵਾਲੇ ਦਿਨਾਂ ਵਿੱਚ ਜਾਂਦੇ ਨੇ ਨਹੀਂ ਜਾਂਦੇ ਨੇ, ਪਰ ਭਾਜਪਾ ਨੇ ਵੀ ਇਸ ਗੱਲ ਤੋਂ ਚੁੱਪੀ ਵੱਟੀ ਹੋਈ ਆ। ਉਹ ਬੋਲਦੇ ਜ਼ਰੂਰ ਨੇ। ਉਸ ਦਿਨ ਵੀ ਉਹਨਾਂ ਨੇ ਉਸ ਵੀਡੀਓ ਨੂੰ ਟਵੀਟ ਕੀਤਾ ਸੀ ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਜਿਹੜੀ ਆ ਗੱਲ ਦੁਬਾਰੇ ਵੀ ਆਪਣੀ ਜਿਹੜੀ ਇਸ ਗੱਲ ਦੇ ਉੱਤੇ ਰੱਖੀ ਆ ਕਿ ਉਹਨਾਂ ਨੇ ਹੁਣ ਇੱਕ ਹੋਰ ਵੱਖਰੇ ਤਰੀਕੇ ਤੋਂ ਕਿਹਾ ਕਿ ਬੀਜੇਪੀ ਲਖੀਮਪੁਰ ਵਾਲੀ ਘਟਨਾ ਨੂੰ ਹਿੰਦੂ ਵਰਸਸ ਸਿੱਖ ਕਰਨ ਦਾ ਯਤਨ ਕਰ ਰਹੀ ਆ। ਹੋ ਸਕਦਾ ਉਹਨਾਂ ਦਾ ਕੱਲ ਕੋਈ ਸਮਝੌਤਾ ਹੋ ਜਾਏ, ਉਹ ਦੂਸਰੀ ਪਾਰਟੀ ਚਲੇ ਜਾਣ। ਉਹਦੀ ਵਜ੍ਹਾ ਇਹ ਵੀ ਆ ਕਿ ਇੱਕ ਸਮਾਂ ਸੀ ਜਦੋਂ ਵਰੁਣ ਗਾਂਧੀ ਤੇ ਮੇਨਕਾ ਗਾਂਧੀ ਵੱਡੇ ਲੀਡਰ ਦੇ ਤੌਰ ਤੇ ਦੇਖੇ ਜਾਂਦੇ ਸੀ ਜੀ, ਪਰ ਪਿਛਲੇ ਕਾਫੀ ਸਮੇਂ ਤੋਂ ਤੁਸੀਂ ਜਿੱਦਾਂ ਉਹਨਾਂ ਨੂੰ ਕਹਿੰਦੇ ਆ ਕਿ ਉਹਨਾਂ ਨੂੰ ਸਾਈਡ ਲਾਈਨ ਕੀਤਾ ਜਾ ਰਿਹਾ, ਇਹ ਵੀ ਉਹਦਾ ਪ੍ਰਭਾਵ ਹੋ ਸਕਦਾ। ਤੇ ਸੁਭਾਅ ਦੇ ਵਿੱਚ ਵੀ ਹੋ ਸਕਦਾ ਕਿ ਅਸੀਂ ਪਾਰਟੀ ਚਾਹੇ ਕਿਸੇ 'ਚ ਵੀ ਹੋਈਏ, ਜਿਹੜੀ ਗੱਲ ਠੀਕ ਲੱਗਦੀ ਹੈ ਉਹ ਤੇ ਕਰੀਏ, ਜਿਹੜੀ ਗੱਲ ਗਲਤ ਲੱਗਦੀ ਹੈ ਉਹਦੇ ਬਾਰੇ ਤੇ ਆਪਣੀ ਰਾਏ ਸਾਹਮਣੇ ਰੱਖੀਏ, ਕਿਉਂਕਿ ਆਫਟਰ ਆਲ ਅਸੀਂ ਅੱਜ ਪੰਜਾਬ ਕਾਂਗਰਸ ਦੀ ਗੱਲ ਕਰੀਏ ਤੇ ਅਸੀਂ ਹੁਣੇ ਗੱਲ ਕਰਦੇ ਹਟੇ ਹਾਂ ਕਿ ਬਹੁਤੇ ਲੀਡਰ ਇਹ ਸੋਚਦੇ ਨੇ ਕਿ ਅਸੀਂ ਕਿਹੜਾ ਮੂੰਹ ਲੈ ਕੇ ਜਾਣਾ। ਤੇ ਜੇਕਰ ਤੁਸੀਂ ਇਹੋ ਜਿਹੀ ਗੱਲ ਪਾਰਟੀ ਪਲੇਟਫਾਰਮ ਤੇ ਵੀ ਰੱਖਦੇ ਆ, ਪਾਰਟੀ ਪਲੇਟਫਾਰਮ ਤੋਂ ਬਾਹਰ ਜਨਤਕ ਤੌਰ ਤੇ ਵੀ ਰੱਖਦੇ ਆ, ਤਾਂ ਫਿਰ ਤੁਸੀਂ ਆਪਣੇ ਲੋਕਾਂ ਸਾਹਮਣੇ ਉਹ ਮੂੰਹ ਲੈ ਕੇ ਜਾ ਸਕਦੇ ਹੋ ਕਿ ਦੇਖੋ ਭਾਈ ਅਸੀਂ ਇਹ ਗੱਲ ਕੀਤੀ ਸੀ, ਪਾਰਟੀ ਨੇ ਮੰਨੀ ਨਹੀਂ ਮੰਨੀ, ਸਾਨੂੰ ਬਾਹਰ ਦਾ ਰਸਤਾ ਦਿਖਾਇਆ ਜਾਂ ਸਾਨੂੰ ਕਾਰਜਕਾਰਨੀ ਚੋਂ ਬਾਹਰ ਕੀਤਾ, ਉਹ ਵੱਖਰੀਆਂ ਗੱਲਾਂ ਜੀ। ਲਖੀਮਪੁਰ ਖੀਰੀ ਦੀ ਘਟਨਾ ਦੀ ਗੱਲ ਕਰ ਰਹੇ ਹਾਂ ਤੇ ਕਾਂਗਰਸੀਆਂ ਨੇ ਅੱਜ ਮੌਨ ਰੱਖਿਆ ਸੀ, ਸਿਆਸਤ ਜਾਂ ਸੁਹਿਰਦਤਾ? ਇਹਦੇ 'ਚ ਪਹਿਲਾਂ ਇਹ ਗੱਲ ਬਿਲਕੁਲ ਠੀਕ ਆ ਕਿ ਸਿਆਸੀ ਪਾਰਟੀਆਂ ਨੇ ਸਿਆਸਤ ਹੀ ਕਰਨੀ ਆ, ਪਰ ਇੱਕ ਗੱਲ ਇੱਥੇ ਦੇਖਣੀ ਬਣਦੀ ਆ ਕਿ ਇਹ ਜਿਹੜੀ ਘਟਨਾ ਆ ਇਹ ਜਿੱਦਾਂ ਬੀਜੇਪੀ ਨੂੰ ਸ਼ੁਰੂ 'ਚ ਲੱਗਿਆ ਸੀ ਕਿ ਬਹੁਤ ਛੋਟੀ ਆ, ਹੁਣ ਉਹ ਛੋਟੀ ਰਹੀ ਨਹੀਂ, ਘਟਨਾ ਵੱਡੀ ਹੋ ਗਈ। ਕਾਂਗਰਸ ਨੇ ਸਾਰੇ ਦੇਸ਼ ਵਿੱਚ ਥਾਂ-ਥਾਂ ਮੌਨ ਵਰਤ ਰੱਖਣ ਦੀ ਗੱਲ ਕੀਤੀ ਹੈ। ਮਹਾਰਾਸ਼ਟਰ ਇਸੇ ਘਟਨਾ ਨੂੰ ਲੈ ਕੇ ਅੱਜ ਬੰਦ ਖਾਣ ਦੀ ਗੱਲ ਕੀਤੀ ਤੇ ਮਹਾਰਾਸ਼ਟਰ ਦੀਆਂ ਜਿੱਦਾਂ ਅਸੀਂ ਤਸਵੀਰਾਂ ਵੱਖਰੇ ਚੈਨਲ ਤੋਂ ਦੇਖੀਆਂ, ਮੁੰਬਈ ਜਾਂ ਉਹਦੇ ਆਲੇ ਦੁਆਲੇ ਦੇ ਇਲਾਕੇ ਜਿਹੜੇ ਆ ਉਹ ਵੱਡੇ ਤੌਰ ਤੇ ਬਾਜ਼ਾਰ ਜਾਂ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਬੰਦ ਦੱਸੀਆਂ ਜਾ ਰਹੀਆਂ। ਸ਼ਿਵ ਸੈਨਾ ਦੇ ਹੀ ਸੰਜੇ ਰਾਉਤ ਇੱਕ ਵੱਡੇ ਲੀਡਰ ਨੇ, ਉਹਨਾਂ ਨੇ ਪ੍ਰਿਯੰਕਾ ਗਾਂਧੀ ਦੀ ਇਸ ਸਮੱਸਿਆ ਨਾਲ ਨਜਿੱਠਣ ਕਰਕੇ ਤਾਰੀਫ ਕੀਤੀ ਆ। ਹਾਲਾਂਕਿ ਉੱਥੇ ਉਹ ਸਰਕਾਰ 'ਚ ਨੇ, ਸਾਂਝੇ ਨੇ ਸ਼ਿਵ ਸੈਨਾ ਕਾਂਗਰਸ ਤੇ ਜਿਹੜੀ ਐਨਸੀਪੀ ਆ, ਪਰ ਫਿਰ ਵੀ ਸ਼ਿਵ ਸੈਨਾ ਦੇ ਬੰਦੇ ਜਦੋਂ ਇਸ ਗੱਲ ਦੇ ਵਿੱਚ ਕਾਂਗਰਸ ਦੀ ਤਾਰੀਫ ਕਰਦੇ ਨੇ ਤੇ ਤੁਸੀਂ ਇਸ ਗੱਲ ਨੂੰ ਸਮਝੋ, ਜਦੋਂ ਮਹਾਰਾਸ਼ਟਰ ਵਰਗਾ ਸਟੇਟ ਯੂਪੀ ਦੀ ਕਿਸੇ ਘਟਨਾ ਨੂੰ ਲੈ ਕੇ ਬੰਦ ਹੈ ਤੇ ਫਿਰ ਇਹਦੇ ਤੇ ਰਾਜਨੀਤੀ ਤਾਂ ਹੈ, ਪਰ ਲੋਕਾਂ ਦੀ ਸੁਹਿਰਦਤਾ ਵੀ ਹੈ, ਉਹਨਾਂ ਕਾਰ ਥੱਲੇ ਦਰੜ ਦਿੱਤੇ ਗਏ ਲੋਕਾਂ ਨਾਲ। ਕੱਲ ਇਸੇ ਚੀਜ਼ ਨੂੰ ਲੈ ਕੇ ਉੱਥੇ ਉਹਨਾਂ ਲੋਕਾਂ ਦੀ, ਮਰਨ ਵਾਲੇ ਲੋਕਾਂ ਦੀ ਅੰਤਮ ਅਰਦਾਸ ਆ, ਵੱਡਾ ਇਕੱਠ ਹੋਣ ਦੀ ਸੰਭਾਵਨਾ ਹੈ। ਤੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਅਸੀਂ ਪ੍ਰਦਰਸ਼ਨ ਦੇਖੇ, ਜੇ ਅੱਜ ਮਹਾਰਾਸ਼ਟਰ ਤੱਕ ਵੀ ਇਹ ਗੱਲ ਪਹੁੰਚੀ ਆ, ਦੇਸ਼ ਦੇ ਵੱਖ-ਵੱਖ ਹਿੱਸਿਆਂ ਚੋਂ ਹੋਰ ਵੀ ਛੋਟੀਆਂ-ਛੋਟੀਆਂ ਖਬਰਾਂ ਆ ਰਹੀਆਂ ਨੇ ਕਿ ਉੱਥੇ ਵਿਰੋਧ ਪ੍ਰਦਰਸ਼ਨ ਜਿਹੜੇ ਆ ਹੋਏ ਨੇ। ਤੇ ਜੇਕਰ ਸ਼ਿਵ ਸੈਨਾ ਵੀ, ਕਾਂਗਰਸ ਵੀ ਤੇ ਜਿਹੜੀਆਂ ਸਾਡੀਆਂ ਖੇਤੀ ਸੰਗਠਨ ਦੇ ਲੋਕ ਨੇ ਉਹਨਾਂ ਨੇ ਵੀ ਇਸ ਚੀਜ਼ ਦੀ ਕੀਤੀ ਹੈ, ਤਾਂ ਇਹ ਬੀਜੇਪੀ ਨੂੰ ਦੇਖਣਾ ਪਵੇਗਾ ਕਿ ਇਹ ਜਿਹੜੀ ਮਸਲਾ ਆ ਇਹ ਇੱਕ ਪੂਰੇ ਦੇਸ਼ ਦੇ ਵਿੱਚ ਖਿਲਰਦਾ ਪਿਆ ਤੇ ਇਹਨੂੰ ਉਹਨਾਂ ਨੂੰ ਇਸ ਤਰੀਕੇ ਨਾਲ ਹੱਲ ਕਰਨਾ ਪਵੇਗਾ ਕਿ ਤਾਂ ਜੋ ਲੋਕਾਂ ਦੀ ਜਿਹੜੀ ਬੀਜੇਪੀ ਦੇ ਵਿੱਚ ਵੀ ਵਿਸ਼ਵਾਸ ਥੋੜਾ ਬਹੁਤ ਬਣ ਜਾਏ ਜਿਹੜਾ ਨਹੀਂ ਰਿਹਾ, ਤੇ ਕਾਨੂੰਨ ਵਿਵਸਥਾ ਦੇ ਵਿੱਚ ਵੀ ਬਣ ਜਾਏ। ਪਰ ਹਾਲੇ ਤੱਕ ਇਦਾਂ ਜਾਪਦਾ ਨਹੀਂ ਕਿ ਬੀਜੇਪੀ ਉੱਥੇ ਉਸ ਮਿਨਿਸਟਰ ਦਾ ਅਸਤੀਫਾ ਲਵੇਗੀ ਜਿਹਦੇ ਪੁੱਤਰ ਨੂੰ ਜੇਲ੍ਹ ਜ਼ਰੂਰ ਮਿਲ ਗਈ ਹੈ ਥੋੜੇ ਦਿਨਾਂ ਦੀ। ਬਾਅਦ ਵਿੱਚ ਕੀ ਹੋਵੇਗਾ, ਕੇਸ ਕਿੱਦਾਂ ਚੱਲੇਗਾ, ਉਹ ਇੱਕ ਲੰਬੀ ਪ੍ਰਕਿਰਿਆ ਆ, ਕਿਉਂਕਿ ਉਹ ਇੱਕਮਾਤਰ ਬ੍ਰਾਹਮਣ ਚਿਹਰਾ ਨੇ ਉਸ ਪਾਰਟੀ ਦਾ, ਤੇ ਪਾਰਟੀ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਵੋਟਾਂ ਵੀ ਨੇ, ਤੇ ਅੱਜ ਬੀਜੇਪੀ ਦੀ ਦਿੱਲੀ ਦੇ ਵਿੱਚ ਮੀਟਿੰਗ ਵੀ ਚੱਲ ਰਹੀ ਆ ਯੂਪੀ ਵੋਟਾਂ ਨੂੰ ਲੈ ਕੇ। ਜੀ, ਸਮਾਂ ਸਾਡੇ ਕੋਲ ਬਹੁਤਾ ਨਹੀਂ ਹੈ, ਪਰ ਪਾਕਿਸਤਾਨ ਦੀਆਂ ਦੋ ਗੱਲਾਂ ਮੈਂ ਜਾਂਦੀ ਕਰਨਾ ਚਾਹੁੰਦੀ ਹਾਂ। ਪਾਕਿਸਤਾਨ ਦਾ ਇੱਕ ਸਿਆਸਤਦਾਨ ਆ, ਉਹ ਮਹਿੰਗਾਈ ਤੇ ਬੋਲਿਆ, ਕਹਿੰਦਾ ਜੇ ਮਹਿੰਗੀਆਂ ਚੀਜ਼ਾਂ ਨੇ ਤੇ ਥੋੜਾ ਖਾ ਲਓ। ਸਾਡੇ ਵਾਲੇ ਕਹਿੰਦੇ ਸਾਈਕਲ ਚਲਾਓ, ਤਾਲਿਬਾਨ ਜਾਓ। ਕੀ ਇਹਨਾਂ ਦੀ ਅਕਲ ਘਰੇ ਰਹਿ ਜਾਂਦੀ ਹੈ ਜਦੋਂ ਬਿਆਨਬਾਜ਼ੀ ਕਰਦੇ ਨੇ ਇਦਾਂ ਦੀ? ਪਾਕਿਸਤਾਨ ਫੈਡਰਲ ਦੇ ਵਿੱਚ ਸਰਦਾਰ ਅਲੀ ਅਮੀਨ ਖਾਨ ਗੰਡਾਪੁਰ ਆਪਣਾ ਨਾਮ ਲਿਖਦੇ ਨੇ, ਉਹ ਕਸ਼ਮੀਰ ਤੇ ਬਾਲਟਿਸਤਾਨ ਵਾਲੇ ਮਾਮਲਿਆਂ ਦੇ ਮੰਤਰੀ ਨੇ। ਮਹਿੰਗਾਈ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜੇ ਕੁਝ ਮਹਿੰਗਾਈ ਜ਼ਿਆਦਾ ਹੋ ਗਈ ਹੈ ਤਾਂ ਖਾਣਾ ਪੀਣਾ ਘੱਟ ਕਰ ਲਓ। ਬੜੀਆਂ ਬਚਿੱਤਰ ਜਿਹੀਆਂ ਉਦਾਹਰਨਾਂ ਉਹਨਾਂ ਨੇ ਦੱਸੀਆਂ ਕਿ ਜੇ ਮੈਂ
10 ਬੁਰਕੀਆਂ ਖਾਣਾ, ਜੇ ਮੈਂ 9 ਖਾ ਲਵਾਂਗਾ ਤਾਂ ਮੈਨੂੰ ਬਹੁਤੀ ਭੁੱਖ ਜਿਹੜੀ ਨਹੀਂ ਰਹਿਣੀ, ਤੇ ਜੇ ਮੈਂ 10 ਦਾਣੇ ਖੰਡ ਦੇ ਚਾਹ ਚ ਪਾਉਣਾ, ਜੇ ਉਹਦੀ ਜਗ੍ਹਾ ਮੈਂ 9 ਪਾ ਲਵਾਂ ਜਾਂ 100 ਦੀ ਬਜਾਏ 90 ਪਾ ਲਵਾਂ, ਇਹੋ ਜਿਹੀ ਕੋਈ ਗੱਲ ਕੀਤੀ ਉਹਨਾਂ ਨੇ। 9 ਦਾਣੇ ਕਹਿੰਦੇ ਘੱਟ ਪਾ ਲਵਾਂ ਤਾਂ ਕੋਈ ਫਰਕ ਨਹੀਂ ਕੋਈ ਬਹੁਤਾ ਫਰਕ ਨਹੀਂ ਪੈਣਾ, ਚਾਹ ਘੱਟ ਮਿੱਠੀ ਨਹੀਂ ਹੋ ਜਾਣੀ। ਦੇਖੋ ਇਹ ਬਹੁਤ ਸਿਆਣੇ ਲੋਕ ਹੁੰਦੇ ਨੇ, ਇਹੋ ਜਿਹੇ ਲੋਕ ਇਕੱਲੇ ਪਾਕਿਸਤਾਨ 'ਚ ਨਹੀਂ ਹੈਗੇ, ਪੰਜਾਬ ਵਾਲੇ ਪਾਸੇ, ਸਾਡੇ ਵਾਲੇ ਪੰਜਾਬ ਵਾਲੇ ਪਾਸੇ ਬਹੁਤ ਲੋਕ ਨੇ, ਬੀਜੇਪੀ 'ਚ ਇਹੋ ਜਿਹੇ ਬਹੁਤ ਲੋਕ ਨੇ ਜਿਹੜੇ ਜਦੋਂ ਕੋਈ ਰੇਪ ਦੀ ਘਟਨਾ ਹੋਵੇ ਤੇ ਕੁੜੀ ਦੇ ਕੱਪੜਿਆਂ ਤੇ ਗੱਲ ਕਰਦੇ ਨੇ, ਪੈਟਰੋਲ ਜਾਂ ਡੀਜ਼ਲ ਮਹਿੰਗਾ ਹੋਵੇ ਤੇ ਤਾਲਿਬਾਨ ਪਾਕਿਸਤਾਨ ਜਾਣ ਦੀ ਜਾਂ ਸਾਈਕਲ ਚਲਾਉਣ ਦੀ ਸਲਾਹ ਦਿੰਦੇ ਨੇ। ਇਹ ਸੂਝਵਾਨ ਲੋਕ ਅਸੀਂ ਹੀ ਚੁਣੇ ਹੁੰਦੇ ਨੇ। ਮੈਂ ਫਿਰ ਇੱਕ ਵਾਰੀ ਗੱਲ ਕਰਨੀ ਚਾਹੁੰਦਾ, ਠੀਕ ਹੈ ਉਹਨਾਂ ਲੋਕਾਂ ਨੇ ਆਪਣੀ ਅਕਲ ਦਾ ਸਬੂਤ ਦਿੱਤਾ, ਇੱਥੇ ਸਾਧਵੀਆਂ ਨੇ, ਸਾਧੂ ਨੇ, ਯੋਗੀ ਨੇ, ਭੋਗੀ ਨੇ, ਪਤਾ ਨਹੀਂ ਕੌਣ ਅਸੀਂ ਮਿਨਿਸਟਰੀਆਂ 'ਚ ਬਣਾ ਕੇ ਰੱਖੇ ਨੇ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਉਂਦੇ ਆ, ਜਿਹੜੇ ਕਦੀ 2 ਦੀ ਬਜਾਏ 10 ਨਿਆਣੇ ਪੈਦਾ ਕਰਨ ਦੀ ਸਲਾਹ ਦਿੰਦੇ ਨੇ ਤੇ ਕਦੀ ਭੁੱਖੇ ਰਹਿਣ ਦੀ ਸਲਾਹ ਦਿੰਦੇ ਨੇ। ਦੇਖੋ ਹੁਣ ਗੱਲ ਫਿਰ ਇੱਕ ਵਾਪਸ ਜੇ ਲੈ ਕੇ ਜਾਈਏ, ਲਾਲ ਬਹਾਦਰ ਸ਼ਾਸਤਰੀ ਦਾ ਸਮਾਂ ਸੀ ਜੀ, ਕਣਕ ਦੀ ਕਮੀ ਸੀ ਤੇ ਉਹਨਾਂ ਨੇ ਪੂਰੇ ਮੁਲਕ ਨੂੰ ਕਿਹਾ ਸੀ ਕਿ ਤੁਸੀਂ ਇੱਕ ਦਿਨ ਦਾ ਵਰਤ ਰੱਖੋ ਤੇ ਸਾਡਾ ਬਹੁਤ ਸਾਰਾ ਅਨਾਜ ਬਚ ਜਾਏਗਾ ਜੀ। ਤੁਸੀਂ ਉਸ ਗੱਲ ਨੂੰ ਅੱਜ ਇਹਨਾਂ ਗੱਲਾਂ ਨਾਲ ਕੰਪੈਰੀਜ਼ਨ ਕਰੋ ਤੇ ਸਾਫ਼ ਨਜ਼ਰ ਆਵੇਗਾ ਕਿ ਉਸ ਗੱਲ ਦੇ ਵਿੱਚ ਇੱਕ ਸੱਚਾਈ ਸੀ, ਇੱਕ ਇਮਾਨਦਾਰੀ ਸੀ ਜੀ, ਕਮਜ਼ੋਰ ਸਰਕਾਰ ਦੀ, ਗਰੀਬ ਸਰਕਾਰ ਦੀ ਇੱਕ ਸਹੀ ਫੈਸਲਾ ਸੀ ਤੇ ਉਹਦਾ ਲੋਕਾਂ ਨੇ ਕਰਕੇ ਵੀ ਦਿਖਾਇਆ ਜੀ। ਪਰ ਹੁਣ ਜੋ ਇਹ ਕਿਹਾ ਜਾ ਰਿਹਾ, ਜੋ ਇਹ ਡਰਾਮੇ ਕੀਤੇ ਜਾ ਰਹੇ ਨੇ, ਇਹਦਾ ਸਾਫ਼ ਨਜ਼ਰ ਆਉਂਦਾ ਕਿ ਇਹ ਜਿਹੜੇ ਨੇ ਡਰਾਮੇ ਕਰਦੇ ਨੇ, ਕਿਉਂਕਿ ਕਾਰ 'ਚ ਬੈਠ ਕੇ ਪ੍ਰੈਸ ਕਾਨਫਰੰਸ ਕਰਨ ਆਉਂਦੇ ਨੇ ਤੇ ਸਲਾਹ ਦਿੰਦੇ ਨੇ ਸਾਈਕਲ ਚਲਾਉਣ ਦੀ। ਬਿਲਕੁਲ। ਤੇ ਦੂਸਰੀ ਜਿਹੜੀ ਖਬਰ ਆ ਪਾਕਿਸਤਾਨ ਤੋਂ, ਪਰਮਾਣੂ ਪ੍ਰੋਗਰਾਮ ਦਾ ਜਨਮਦਾਤਾ ਦੁਨੀਆ ਤੇ ਨਹੀਂ ਰਿਹਾ, ਅਬਦੁਲ ਕਾਦਰ ਖਾਨ ਉਹਨਾਂ ਦਾ ਨਾਮ ਸੀ, 85 ਸਾਲ ਦੀ ਉਹਨਾਂ ਦੀ ਉਮਰ ਸੀ ਜੀ। ਤੇ ਇੱਕ ਸੰਯੋਗ ਦੀ ਗੱਲ ਆ ਕਿ ਭਾਰਤ ਵਾਲੇ ਪਾਸੇ ਅਬਦੁਲ ਕਲਾਮ ਆਜ਼ਾਦ ਦਾ ਨਾਮ ਆਉਂਦਾ ਤੇ ਉਧਰ AQ ਖਾਨ, ਉਹ ਵੀ ਅਬਦੁਲ ਕਾਦਰ ਖਾਨ ਸੀ ਜੀ। ਇਹਨਾਂ ਦੀ ਇੱਕ ਹੋਰ ਗੱਲ ਸੀ ਕਿ ਇਹਨਾਂ ਦਾ ਜਨਮ ਵੀ 1936 'ਚ ਇੱਧਰ ਵਾਲੇ ਹਿੰਦੁਸਤਾਨ 'ਚ ਹੋਇਆ ਸੀ, ਭਾਰਤ ਜਿਹੜਾ ਬਾਅਦ ਵਿੱਚ ਬਣ ਗਿਆ ਤੇ ਭੋਪਾਲ ਦੇ ਸੀ ਇਹ, ਬਾਅਦ ਵਿੱਚ ਉਧਰ ਚਲੇ ਗਏ। ਇਹਨਾਂ ਨੇ ਉੱਥੇ ਪਰਮਾਣੂ ਪ੍ਰੋਗਰਾਮ ਤੇ ਬਹੁਤ ਕੰਮ ਕੀਤਾ ਜੀ। ਤੇ ਇਹ ਵੀ ਕਹਿੰਦੇ ਸੀ ਕਿ ਜੇ ਸਰਕਾਰਾਂ ਵੱਲੋਂ ਮੈਨੂੰ ਸਹਿਯੋਗ ਮਿਲਿਆ ਹੁੰਦਾ ਤੇ ਮੈਂ ਭਾਰਤ ਨਾਲੋਂ ਪਹਿਲਾਂ ਜਿਹੜੇ ਆ ਇਹ ਪਰਮਾਣੂ ਹਥਿਆਰ ਪਾਕਿਸਤਾਨ ਲਈ ਬਣਾ ਦੇਣੇ ਸੀ। ਕਈ ਬਾਹਰਲੀਆਂ ਯੂਨੀਵਰਸਿਟੀਜ਼ 'ਚੋਂ ਇਹਨਾਂ ਨੇ ਡਿਗਰੀ ਕੀਤੀ ਸੀ। ਪਰ ਇਹ 2004 ਦੇ ਵਿੱਚ ਇੱਕ ਇੰਟਰਵਿਊ ਕਰਨ ਤੋਂ ਬਾਅਦ ਇਹ ਬਹੁਤ ਲਾਈਮਲਾਈਟ 'ਚ ਆ ਗਏ ਸੀ, ਜਦੋਂ ਇਹਨਾਂ ਨੇ ਆਪ ਇੱਕ ਇੰਟਰਵਿਊ 'ਚ ਮੰਨ ਲਿਆ ਸੀ ਕਿ ਅਸੀਂ ਪਾਕਿਸਤਾਨ ਨੇ ਇਹ ਜਿਹੜੀ ਟੈਕਨੋਲੋਜੀ ਆ ਇਹ ਕੋਰੀਆ ਨੂੰ, ਈਰਾਨ ਨੂੰ ਤੇ ਲੀਬੀਆ ਨੂੰ ਵੇਚੀ ਆ ਜੀ, ਉਹਦੇ ਬਦਲੇ ਉਹਨਾਂ ਤੋਂ ਅਸੀਂ ਕੁਝ ਹੋਰ ਫਾਇਦੇ ਲਏ ਨੇ। ਉਸ ਤੋਂ ਬਾਅਦ ਕਈ ਸਾਲ ਇਹਨਾਂ ਨੂੰ ਨਜ਼ਰਬੰਦ ਰੱਖਿਆ ਗਿਆ। ਫਿਰ ਪਾਕਿਸਤਾਨ ਹਾਈ ਕੋਰਟ ਨੇ ਪਾਕਿਸਤਾਨ ਦੀਆਂ ਅਦਾਲਤਾਂ ਨੇ ਇਹਨਾਂ ਨੂੰ ਕਿਹਾ ਕਿ ਦੇਸ਼ ਦੇ ਹੀ ਨਾਗਰਿਕ ਨੇ, ਦੇਸ਼ ਦੇ ਵਿੱਚ ਰਹਿ ਸਕਦੇ ਨੇ, ਤੇ ਹੁਣ ਉਹਨਾਂ ਦੀ ਮੌਤ ਜਿਹੜੀ ਆ ਉਹ ਹੋ ਗਈ ਆ। ਉਹਦੇ ਬਾਰੇ ਫਿਰ ਜਦੋਂ ਇੱਕ ਬੰਦੇ ਦੀ ਮੌਤ ਹੁੰਦੀ ਆ ਤੇ ਫਿਰ ਉਹਦੀਆਂ ਜਿਹੜੀਆਂ ਪਿਛਲੀਆਂ ਗੱਲਾਂ ਆ ਉਹ ਸਾਹਮਣੇ ਆਉਂਦੀਆਂ ਨੇ, ਅਸੀਂ ਉਹਨਾਂ ਤੇ ਵਿਚਾਰਾਂ ਕਰਦੇ ਹਾਂ। ਇੰਟੈਲੀਜੈਂਟ ਸੀ, ਪੜ੍ਹੇ ਲਿਖੇ ਸੀ, ਬਾਹਰ ਯੂਨੀਵਰਸਿਟੀਆਂ 'ਚ ਪੜ੍ਹਿਆ ਸੀ, ਪਰਮਾਣੂ ਪ੍ਰੋਗਰਾਮ ਦੇ ਜਨਕ ਦੇ ਤੌਰ ਤੇ ਮੰਨੇ ਜਾਂਦੇ ਨੇ, ਤੇ ਪਰਮਾਣੂ ਹਥਿਆਰ ਵੀ ਉਹਨਾਂ ਨੇ ਦੱਸਿਆ ਕਿ ਅਸੀਂ ਪਾਕਿਸਤਾਨ ਲਈ ਬਣਾਏ। ਪਰ ਨਾਲ ਦੀ ਨਾਲ ਉਹਨਾਂ ਨੇ ਆਪਣੀ ਜਿਹੜੀ ਇੱਕ ਬੇਈਮਾਨੀ ਸੀ ਉਹ ਵੀ ਕਬੂਲ ਕੀਤੀ ਤੇ ਉਹਦੇ ਨਾਲ ਉਦੋਂ ਪਾਕਿਸਤਾਨ ਦਾ ਜਿਹੜਾ ਆ ਇੱਕ ਚਿਹਰਾ ਸਾਰੀ ਦੁਨੀਆ ਦੇ ਵਿੱਚ ਉਜਾਗਰ ਹੋਇਆ ਸੀ ਜੀ। ਅੱਜ ਦਾ ਪ੍ਰੋਗਰਾਮ ਸ਼ਰਮਾ ਜੀ ਇੱਥੇ ਖਤਮ ਕਰਦੇ ਹਾਂ। ਸਟੂਡੀਓ 'ਚ ਆ ਕੇ ਤੁਸੀਂ ਸਾਡਾ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਸਾਡੇ ਦਰਸ਼ਕਾਂ ਨੂੰ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਚਰਚਾ ਕਰਾਂਗੇ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ TV। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।